ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਅਸੀਂ ਫੇਰ ਤੁਹਾਡੇ ਰੂਬਰੂ ਆ ਗਏ ਹਾਂ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਕਰਨ ਦੇ ਲਈ, ਔਰ ਅੱਜ ਅਸੀਂ ਖਾਸ ਤੌਰ ਦੇ ਉੱਤੇ ਗੱਲ ਕਰਾਂਗੇ ਕਮਰ ਦੇ ਦਰਦ ਦੀ। ਕਮਰ ਦਾ ਦਰਦ ਜੋ ਕਿ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਖਾਸ ਤੌਰ ਦੇ ਉੱਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਨੇ ਉਦੋਂ ਕਈ ਵਾਰ ਕੁਝ ਲੋਕ ਸ਼ਿਕਾਇਤ ਕਰਦੇ ਨੇ ਕਿ ਉਹਨਾਂ ਨੂੰ ਕਮਰ ਦਰਦ ਜ਼ਿਆਦਾ ਰਹਿਣ ਲੱਗ ਗਈ ਹੈ, ਠੰਡ ਫੜ ਗਈ ਹੈ। ਇਹ ਆਮ ਤੌਰ ਦੇ ਉੱਤੇ ਅਸੀਂ ਘਰਾਂ ਦੇ ਵਿੱਚ ਸ਼ਬਦ ਇਸਤੇਮਾਲ ਕਰਦੇ ਹਾਂ ਕਿ ਠੰਡ ਨੇ ਜਕੜ ਲਿਆ। ਸੋ ਇਸ ਤੋਂ ਇਲਾਵਾ ਵੀ ਕਈ ਹੋਰ ਕਾਰਨ ਵੀ ਹੁੰਦੇ ਨੇ। ਕਈ ਵਾਰ ਪੁਰਾਣੀਆਂ ਸੱਟਾਂ ਲੱਗੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਪਹਿਲਾਂ ਦੇ ਮੌਸਮ ਦੇ ਵਿੱਚ ਪਤਾ ਨਹੀਂ ਚੱਲਦਾ ਤੇ ਜਦੋਂ ਠੰਡ ਸ਼ੁਰੂ ਹੁੰਦੀ ਹੈ ਉਦੋਂ ਦਰਦ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਵੀ ਇੱਕ ਕਾਰਨ ਹੈ ਕਿ ਠੰਡ ਵੀ ਸਰੀਰ ਨੂੰ ਫੜ ਲੈਂਦੀ ਹੈ। ਇਸ ਤੋਂ ਇਲਾਵਾ ਵੀ ਕੁਝ ਉਮਰ ਦੇ ਨਾਲ ਵੀ ਫਰਕ ਪੈਂਦੇ ਨੇ, ਜਾਂ ਫਿਰ ਹੋਰ ਵੀ ਅਸੀਂ ਜਿਹੜੇ ਕਾਰਨ ਦੇਖਦੇ ਹਾਂ ਕਿ ਕਈਆਂ ਦਾ ਸਿਟਿੰਗ ਪੋਸਚਰ ਜਿਹੜਾ ਠੀਕ ਨਹੀਂ ਹੁੰਦਾ, ਜਾਂ ਫਿਰ ਤੁਹਾਡਾ ਕੰਮ ਕਾਜ ਉਸ ਦੇ ਉੱਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਹੈ। ਇਹ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਵੱਖ-ਵੱਖ ਤਰੀਕੇ ਨਾਲ ਕਮਰ ਦਰਦ ਹੁੰਦੀ ਹੈ ਤੇ ਉਸ ਦੇ 'ਚ ਕੀ ਅੰਤਰ ਹੁੰਦੇ ਨੇ, ਤੇ ਆਯੁਰਵੈਦਿਕ ਤਰੀਕੇ ਦੇ ਨਾਲ, ਆਯੁਰਵੈਦਿਕ ਇਲਾਜ ਦੇ ਨਾਲ ਉਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ। ਔਰਤਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਮਹਿਲਾਵਾਂ ਦੇ ਵਿੱਚ ਦਰਦ ਦੀ ਜਿਹੜੀ ਕਮਰ ਦਰਦ ਦੀ ਸ਼ਿਕਾਇਤ ਹੈ ਉਹ ਜ਼ਿਆਦਾ ਰਹਿੰਦੀ ਹੈ। ਸੋ ਇਹ ਸਾਰੀਆਂ ਗੱਲਾਂ ਕਲੀਅਰ ਕਰਨ ਦੇ ਲਈ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਪਰ ਉਸ ਤੋਂ ਪਹਿਲਾਂ ਦਰਸ਼ਕਾਂ ਨੂੰ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਕਾਲ ਕਰੋਗੇ ਤਾਂ ਕੋਸ਼ਿਸ਼ ਕਰਿਓ ਕਿ ਅੱਜ ਦਾ ਜਿਹੜਾ ਟੌਪਿਕ ਹੈਗਾ ਉਸ ਦੇ ਰਿਲੇਟਡ ਵੀ ਜ਼ਰੂਰ ਕੁਐਸਚਨ ਕਰੋ। ਉਸ ਦੇ ਨਾਲ ਹੀ ਨਾਲ ਜੇਕਰ ਕੋਈ ਹੋਰ ਵੀ ਤੁਹਾਡਾ ਸਵਾਲ ਹੈ ਉਸ ਦਾ ਵੀ ਜਵਾਬ ਦਿੱਤਾ ਜਾਏਗਾ। ਪਰ ਜਦੋਂ ਤੁਸੀਂ ਸਵਾਲ ਕਰਦੇ ਹੋ ਤਾਂ ਸਵਾਲ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਦੇ ਬਾਰੇ ਦੇ ਵਿੱਚ ਪੁੱਛਣਾ ਚਾਹ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਦੇ ਨਾਲ ਸਾਡੀ ਗੱਲ ਹੋ ਜਾਏ, ਤੇ ਜੇਕਰ ਤੁਸੀਂ ਆਪਣੇ ਬਾਰੇ ਪੁੱਛਣਾ ਚਾਹ ਰਹੇ ਹੋ ਤਾਂ ਵੀ ਜਿਹੜੀ ਵਰਡਸ ਹੈ ਤੁਹਾਡੇ ਉਹ ਕਲੀਅਰ ਹੋਣ ਤਾਂ ਆਸਾਨੀ ਹੋਏਗੀ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ। ਤੇ ਟੀਵੀ ਦੀ ਆਵਾਜ਼ ਬੰਦ ਕਰਕੇ ਪਲੀਜ਼ ਕਾਲ ਕਰਨਾ, ਅਦਰਵਾਈਜ਼ ਕਨਫਿਊਜ਼ਨ ਹੁੰਦਾ ਤਾਂ ਕਾਲ ਦੇ ਉੱਤੇ ਜਿਹੜੀ ਡਿਸਟਰਬੈਂਸ ਕਰਕੇ ਅਸੀਂ ਸਹੀ ਜਵਾਬ ਨਹੀਂ ਦੇ ਪਾਉਂਦੇ। ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਗੈਸਟ ਨੇ ਅੱਜ ਤੁਹਾਨੂੰ ਦੱਸ ਦਈਏ ਉਹਨਾਂ ਬਾਰੇ। ਸੋ ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਦੇ MD ਸਟੇਟ ਅਵਾਰਡੀ ਵੈਦ ਜਗਜੀਤ ਸਿੰਘ ਜੀ ਆ ਸਾਡੇ ਨਾਲ ਇਹ ਪ੍ਰੋਗਰਾਮ ਅੱਗੇ ਲੀਡ ਕਰਨਗੇ। ਤੇ ਉਹਨਾਂ ਦੇ ਨਾਲ ਗੱਲਬਾਤ ਤੋਂ ਪਹਿਲਾਂ ਇੱਕ ਗੱਲ ਜੋ ਸਟਾਰਟਿੰਗ ਦੇ ਵਿੱਚ ਹੀ ਮੈਂ ਦੱਸ ਦੇਣਾ ਚਾਹੁੰਦਾ ਕਿ ਉਹਨਾਂ ਦੇ ਨਾਮ ਦੇ ਨੀਚੇ ਬਿਲਕੁਲ ਉਹਨਾਂ ਦਾ ਨੰਬਰ ਲਿਖਿਆ ਹੋਏਗਾ, ਉਹ ਨੰਬਰ ਜ਼ਰੂਰ ਨੋਟ ਕਰ ਲੈਣਾ। ਕਈ ਵਾਰੀ ਕੁਝ ਇੱਦਾਂ ਦਾ ਇਲਾਜ ਦੱਸਿਆ ਜਾਂਦਾ ਜਿਸ ਦੇ ਲਈ ਤੁਸੀਂ ਬਾਅਦ ਦੇ ਵਿੱਚ ਵੀ ਅਗਰ ਗੱਲ ਕਰਨੀ ਹੋਏ ਤਾਂ ਤੁਹਾਡੇ ਲਈ ਸੁਖਾਲਾ ਹੋਏਗਾ, ਤੁਸੀਂ ਉਹਨਾਂ ਨੂੰ ਬਾਅਦ ਦੇ ਵਿੱਚ ਵੀ ਸੰਪਰਕ ਕਰ ਸਕੋਗੇ। ਸੋ ਸਵਾਗਤ ਕਰਦੇ ਹਾਂ ਉਹਨਾਂ ਦਾ। ਵੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਔਰ ਸਾਰੇ ਦਰਸ਼ਕਾਂ ਨੂੰ ਜਿਹੜੇ ਕਿ ਦੂਰ ਦਰਾਡੇ ਨੇੜੇ ਬੈਠੇ ਦੇਖ ਰਹੇ ਨੇ। ਸਾਰਿਆਂ ਨੂੰ ਮੇਰੀ ਬਹੁਤ ਹੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਠੰਡ ਵਧਣੀ ਸ਼ੁਰੂ ਹੋ ਗਈ ਹੈ ਔਰ ਮੇਰੇ ਖਿਆਲ ਨਾਲ ਬੜੇ ਸਾਰੇ ਲੋਕਾਂ ਨੂੰ ਸ਼ਿਕਾਇਤ ਵੀ ਹੋਣੀ, ਔਰ ਤੁਸੀਂ ਬਹੁਤ ਵਧੀਆ ਜਿਹੜੀ ਅੱਜ ਗੱਲ ਚੁਣੀ ਹੈ ਕਿ ਕਮਰ ਦੇ ਦਰਦ ਬਾਰੇ, ਔਰ ਖਾਸ ਤੌਰ ਦੇ ਉੱਤੇ ਸਰਦੀਆਂ ਦੇ ਵਿੱਚ ਕਮਰ ਦਰਦ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਆਯੁਰਵੇਦ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰ ਸਕਦਾ ਹੈ। ਸੋ ਸਭ ਤੋਂ ਪਹਿਲਾ ਸਵਾਲ ਜਿਹੜਾ ਵੈਦ ਸਾਹਿਬ ਉਹ ਇਹ ਪੁੱਛਣਾ ਚਾਹਾਂਗਾ, ਕਮਰ ਦਰਦ ਆਮ ਤੌਰ ਦੇ ਉੱਤੇ ਇੱਕ ਸ਼ਬਦ ਇਸਤੇਮਾਲ ਹੋ ਗਿਆ ਜੀ, ਕਮਰ ਦੇ ਵਿੱਚ ਦਰਦ ਹੈ, ਪਰ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤੇ ਕੀ ਕਾਰਨ ਹੋ ਸਕਦੇ ਨੇ? ਦੇਖੋ ਸ਼ੇਖਰ ਜੀ, ਜਿਹੜਾ ਕਮਰ ਦਰਦ ਹੈ ਤੁਸੀਂ ਤਕਰੀਬਨ ਹਰੇਕ ਏਜ ਗਰੁੱਪ ਵਿੱਚ ਦੇਖੋਗੇ ਜੀ। ਛੋਟੇ ਤੋਂ ਲੈ ਕੇ ਓਲਡ ਏਜ ਵਿੱਚ ਤਾਂ ਚਲੋ ਹੋਣਾ ਹੀ ਹੈਗਾ। ਕੁਝ ਚੀਜ਼ਾਂ ਸਾਡੀ ਏਜ ਦੇ ਰਿਲੇਟਡ ਆਰਗਨ ਦੇ ਵਿੱਚ ਚੇਂਜਸ ਆਉਂਦੀਆਂ ਨੇ, ਲੇਕਿਨ ਜਦੋਂ ਇੱਕ ਯੰਗ ਬੱਚਾ ਜਾਂ ਯੰਗ ਲੜਕੀ ਇਹ ਕਹਿੰਦੀ ਹੈ ਕਿ ਮੈਂ ਥੋੜਾ ਕੰਮ ਕਰਨ ਤੋਂ ਬਾਅਦ ਕਮਰ ਦਰਦ ਹੋ ਗਿਆ ਤਾਂ ਬੜਾ ਅਜੀਬ ਜਿਹਾ ਲੱਗਦਾ ਹੈਗਾ। ਮੈਂ ਸਭ ਤੋਂ ਪਹਿਲਾਂ ਅਨਾਟੋਮਿਕਲੀ ਸਮਝਾਉਣਾ ਚਾਹੁੰਦਾ ਦਰਸ਼ਕਾਂ ਨੂੰ ਵੀ ਕਮਰ ਦੇ ਵਿੱਚ ਹੈ ਕੀ। ਸਾਡੀ ਜਿਹੜੀ ਸਪਾਈਨਲ ਕੋਰਡ ਹੈ ਜਿਹਨੂੰ ਅਸੀਂ ਰੀੜ੍ਹ ਦੀ ਹੱਡੀ ਕਹਿੰਦੇ ਆ, ਉਹਦੇ ਜਿਹੜੇ ਵਰਟੇਬਰਾਜ਼ ਨੇਗੇ ਜਿਹੜੇ ਉਸ ਜਗ੍ਹਾ 'ਤੇ ਕਾਲਮ ਹੈਗਾ ਉਹ ਲੰਬਰ ਵਰਟੇਬਰਾ ਦਾ ਕਾਲਮ ਹੈ। ਤਾਂ ਹੀ ਤੁਸੀਂ ਦੇਖਿਆ ਹੋਣਾ ਸ਼ੇਖਰ ਜੀ ਕਿ ਜਿਹੜੇ ਸਾਡੇ ਕੋਲ MRI ਜਾਂ ਐਕਸਰੇ ਲੈ ਕੇ ਪੇਸ਼ੈਂਟ ਆਉਂਦੇ ਨੇਗੇ ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਬਲਜਿੰਗ ਹੁੰਦੀ ਹੈ, ਕੰਪਰੈਸ਼ਨ ਹੁੰਦਾ ਹੈਗਾ ਜੀ, ਤਾਂ ਉਹ ਆ ਕੇ ਦੱਸਦੇ ਵੀ ਸਾਡੇ L4 'ਚ, ਸਾਡੇ L2 'ਚ। ਔਰ ਲੰਬਰ ਵਰਟੇਬਰਾ ਤੋਂ ਨੀਚੇ ਜਿਹੜਾ ਸੈਕਰਮ ਇੱਕ ਬੋਨ ਹੁੰਦੀ ਹੈ ਜਿਹਦੇ 5 ਪਾਰਟਸ ਹੁੰਦੇ ਨੇ। ਸੋ ਪਹਿਲਾਂ ਅਨਾਟੋਮਿਕਲੀ ਇਹ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸਾਡੀ ਉਹ ਕਮਰ ਦੀ ਜਗ੍ਹਾ ਹੈ ਨਾ, ਉਹ ਲੰਬਰ ਵਰਟੇਬਰਾ ਦੀ ਕਾਲਮ ਹੈ। ਉਹ ਕਾਲਮ ਦੇ ਵਿੱਚ ਜਦੋਂ ਕੋਈ ਵੀ ਡੀਜਨਰੇਸ਼ਨ, ਕੰਪਰੈਸ਼ਨ, ਬਲਜਿੰਗ, ਕੋਈ ਅਬਸਟਰਕਸ਼ਨ ਆਉਂਦੀ ਹੈ ਉਹਨੂੰ ਆਪਾਂ ਉੱਥੋਂ ਕਮਰ ਦਰਦ ਸਟਾਰਟ ਹੁੰਦਾ ਹੈ। ਇਹ ਇੱਕ ਵੈਦ ਜਾਂ ਇੱਕ ਅਨਾਟੋਮਿਕਲੀ ਤੁਹਾਨੂੰ ਮੈਂ ਗੱਲ ਦੱਸੀ ਹੈ। ਵੈਸੇ ਕਮਰ ਨੂੰ ਹਰੇਕ ਤਰੀਕੇ ਨਾਲ ਡਿਫਾਈਨ ਕੀਤਾ ਹੈ। ਜੇ ਮੇਰੇ ਹੁਣੇ ਗੱਲ ਦਿਮਾਗ 'ਚ ਆਈ ਹੈ ਵੀ ਜਿਹੜਾ ਕਵੀ ਹੈ ਜਾਂ ਜਿਹੜਾ ਇੱਕ ਰਾਈਟਰ ਹੈਗਾ ਉਹਨੇ ਵੀ ਕਿਹਾ ਲੱਕ ਟੁੱਟ ਜੂ ਹਲਾਰੇ ਖਾਂਦੀ ਦਾ ਹੈ ਨਾ ਜੀ। ਹਾਂ ਜੀ, ਉਹ ਜਿਹੜਾ ਲੱਕ ਟੁੱਟ ਜੂ ਕਹਿ ਰਿਹਾ ਨਾ ਜੀ, ਉਹ ਵੀ ਉਹੀ ਲੰਬਰ ਰੀਜਨ ਹੈ ਜੀ, ਕਿਉਂਕਿ ਜਿਹੜਾ ਉੱਪਰ ਥੋਰੈਸਿਕ ਰੀਜਨ ਹੈ ਉਹ ਉਸ ਜਗ੍ਹਾ ਤੇ ਨਹੀਂ ਆਉਂਦਾ, ਨਾ ਉਹਦੇ ਇਸ ਤਰ੍ਹਾਂ ਪੇਨ ਹੁੰਦੀ ਹੈ। ਲੇਕਿਨ ਜਿਹੜਾ ਇੱਕ ਤੁਹਾਨੂੰ ਮੈਂ ਸਮਝਾਇਆ ਹੈਗਾ ਵੀ ਜਿਹੜਾ ਅਕਸਰ ਲੋਕਾਂ ਨੂੰ ਕੰਪਲੇਂਟ ਹੁੰਦੀ ਹੈ ਉਹ ਉਸ ਜਗ੍ਹਾ ਦੇ ਵਿੱਚ ਕੋਈ ਇਨਫਲਾਮੇਸ਼ਨ ਜਾਂ ਕੋਈ ਜ਼ਿਆਦਾ ਭਾਰ ਚੱਕ ਲਿਆ। ਦੇਖੋ ਇਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਵੇਰੀਏਸ਼ਨਸ ਨੇ, ਜਿਵੇਂ ਹੁਣ ਤੁਸੀਂ ਮੈਨੂੰ ਕਾਰਨ ਪੁੱਛਿਆ ਕੀ ਹੁੰਦਾ। ਬਿਲਕੁਲ
ਇੱਕ ਕਾਰਨ ਹੁੰਦਾ ਹੈ ਲੰਬਾ ਜਦੋਂ ਦਰਦ ਚੱਲਦਾ ਹੈਗਾ, ਇੱਕ ਮੂਵਮੈਂਟਲੀ ਇੰਸਟੈਂਟਲੀ। ਓਕੇ। ਕਿਸੇ ਨੇ ਜ਼ਿਆਦਾ ਭਾਰ ਚੱਕ ਲਿਆ, ਕੋਈ ਗੇਮ ਐਸੀ ਖੇਡ ਲਈ, ਕੋਈ ਜ਼ਿਆਦਾ ਜਿਹੜਾ ਹੈ ਉਹ ਪੋਸਚਰ ਬੈਠ ਕੇ ਕੰਮ ਕਰ ਲਿਆ, ਕੋਈ ਸਫਰ ਕਰ ਲਿਆ ਜੀ, ਉਹ ਦਰਦ ਇੱਕ ਮੂਵਮੈਂਟਲੀ ਹੈਗਾ। ਥੋੜੀ ਇਨਫਲੇਮੇਸ਼ਨ ਹੋਈ, ਬਿਨਾਂ ਕੋਈ ਪੇਨ ਕਿਲਰ ਖਾਏ ਥੋੜੇ ਟਾਈਮ ਬਾਅਦ ਠੀਕ ਹੋ ਥੋੜਾ ਨਹੀਂ ਆਪਾਂ ਥੋੜਾ ਸਟੀਮ ਵੀ ਦੇ ਲਈਏ ਜੇ ਮੰਨ ਲਓ ਜ਼ਿਆਦਾ ਹੋ ਰਿਹਾ ਹੈਗਾ, ਉੱਥੇ ਕੱਪੜੇ ਦੀ ਸਟੀਮ ਜਾਂ ਕੱਪੜਾ ਗਰਮ ਕਰਕੇ ਲਗਾ ਲਈਏ ਜੀ, ਤਾਂ ਉਹ ਇਨਫਲੇਮੇਸ਼ਨ ਉਤਰ ਜਾਏਗੀ ਤਾਂ ਉਹ ਠੀਕ ਹੋ ਜਾਏਗਾ ਜੀ। ਮੈਂ ਹਮੇਸ਼ਾ ਇੱਕ ਹੀ ਗੱਲ ਦਰਸ਼ਕਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਜ਼ਿਆਦਾ ਦਵਾਈਆਂ ਵੱਲ ਨਾ ਭੱਜਿਆ ਕਰੋ। ਸਾਡੀ ਬਾਡੀ ਦੇ ਅੰਦਰ ਇਮਿਊਨਿਟੀ ਅੰਦਰ ਪਾਵਰ ਬਹੁਤ ਹੈ, ਅਸੀਂ ਥੋੜੇ ਬਹੁਤ ਆਪਦੇ ਘਰੇ ਹੀ ਉਪਰਾਲੇ ਕਰਕੇ ਉਹਨਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਰਾਈਟ। ਫਿਰ ਹੁਣ ਦੂਸਰਾ ਆ ਜਾਂਦਾ ਜੀ ਕਾਰਨ ਜਿਹੜਾ ਜਿਵੇਂ ਕਿਸੇ ਨੂੰ ਬਹੁਤ ਲੰਬਾ ਟਾਈਮ ਚੱਲਦਾ ਹੈਗਾ, ਹੁਣ ਉਹਦੇ ਵਿੱਚ ਕਿਸੇ ਦਾ ਕੋਈ ਜ਼ਿਆਦਾ ਸਪੋਰਟਸ ਪਰਸਨ ਹੈਗਾ, ਕਬੱਡੀ ਖੇਡ ਰਿਹਾ ਹੈਗਾ, ਜਾਂ ਕੋਈ ਝੁੱਕ ਕੇ ਕੰਮ ਕਰ ਰਿਹਾ ਹੈਗਾ, ਜਾਂ ਕੋਈ ਲੇਬਰ ਦਾ ਕੰਮ ਇਸ ਤਰ੍ਹਾਂ ਦਾ ਕਰ ਰਿਹਾ ਹੈਗਾ, ਜਾਂ ਕਈ ਵਾਰ ਕੋਈ ਬਿਮਾਰੀ ਇਹੋ ਜਿਹੀ ਹੋ ਜਾਂਦੀ ਹੈ ਸ਼ੇਖਰ ਜੀ ਜਿਹੜੀ ਕਿ ਉਹਦੀਆਂ ਦਵਾਈਆਂ ਖਾ ਕੇ ਹੀ ਸਾਡੇ ਡੀਜਨਰੇਸ਼ਨ ਦਾ ਵਿਟਾਮਿਨ ਡੀ ਘਟਣਾ ਸ਼ੁਰੂ ਹੋ ਜਾਂਦਾ ਹੈ। ਅੱਛਾ। ਜਦੋਂ ਬੋਨ ਡੈਂਸਿਟੀ ਜਾਂ ਵਿਟਾਮਿਨ ਡੀ ਘਟਣਾ ਸ਼ੁਰੂ ਹੋ ਜਾਵੇ, ਈਵਨ B12 ਘਟਣਾ ਸ਼ੁਰੂ ਹੋ ਜਾਵੇ ਜੀ, ਤਾਂ ਵੀ ਕਮਰ ਦਰਦ ਸ਼ੁਰੂ ਹੋ ਜਾਂਦਾ ਹੈਗਾ। ਹੁਣ ਇਹਨੂੰ ਆਪਾਂ ਕਈ ਚੀਜ਼ਾਂ ਨਾਲ ਜੋੜ ਸਕਦੇ ਹਾਂ। ਕਈਆਂ AVN ਦੀ ਇੱਕ ਪ੍ਰੋਬਲਮ ਹੈ, ਜਾਂ ਜਿਹੜੀ ਸਾਡੀ ਹਿਪ ਜੁਆਇੰਟ ਨਾਲ ਪ੍ਰੋਬਲਮ ਹੈ। ਕਈਆਂ ਦੇ ਜਿਹੜੇ ਹਿਪ ਜੁਆਇੰਟ ਜਿੱਥੇ ਆ ਕੇ ਫੀਮਰ ਮਿਲਦੀ ਹੈ ਉਹਦੇ ਹੈੱਡ ਦੇ ਵਿੱਚ ਕੋਈ ਕਰੈਕ ਜਾਂ ਹੇਅਰ ਲਾਈਨ ਕਰੈਕ ਆਪਾਂ ਕਹਿ ਦਿੰਦੇ ਆਂਗੇ ਆ ਜਾਂਦਾ ਹੈਗਾ, ਹੇਅਰ ਲਾਈਨ ਫ੍ਰੈਕਚਰ ਕਹਿ ਦਿੰਦੇ ਆਂਗੇ, ਉੱਥੋਂ ਵੀ ਕਮਰ ਦਾ ਸਟਾਰਟ ਹੋ ਜਾਂਦਾ ਹੈਗਾ ਜੀ। ਕਈਆਂ ਦੀ ਜਿਹੜੀ ਕੱਲੀ ਸ਼ੈਟਿਕਾ ਜਿਹੜੀ ਨਰਵ ਹੈ ਉਹ ਦਬਦੀ ਹੈ ਜੀ, ਉਹ ਵੀ ਜਿਹੜੀ ਸਟਾਰਟਿੰਗ ਹੈ ਉਹ ਲੰਬਰ ਤੋਂ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਅਬਸਟ੍ਰਕਸ਼ਨ ਆ ਜਾਵੇ ਉਹਦੇ ਕਰਕੇ ਵੀ ਕਮਰ ਦਰਦ ਸ਼ੁਰੂ ਹੋ ਜਾਂਦਾ ਹੈਗਾ ਜੀ। ਆਯੁਰਵੇਦ ਅਨੁਸਾਰ ਇਹਦਾ ਮੇਨ ਕਾਰਨ ਵਾਯੂ ਔਰ ਕਫ ਹੁੰਦੀ ਹੈ। ਅੱਛਾ। ਅਸੀਂ ਅਕਸਰ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਵਾਯੂ ਦੇ ਨਾਲ ਕਿੰਨਾ ਫਰਕ ਪੈ ਸਕਦਾ। ਮੈਂ ਹਰੇਕ ਜਿਹੜੀ ਵੀ ਆਪਾਂ ਡਿਜ਼ੀਜ਼ ਡਿਸਕਸ ਕਰਦੇ ਆ ਜੀ, ਹਰੇਕ ਨੂੰ ਆਯੁਰਵੇਦ ਦੇ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਕਰਦਾ, ਔਰ ਇਹ ਕੋਈ ਇਸ ਤਰ੍ਹਾਂ ਦੀ ਸਾਇੰਸ ਨਹੀਂ ਹੈ, ਇਹ ਤਾਂ ਇੱਕ ਯੂਨੀਵਰਸਲ ਹੋ ਗਈ ਹੈ। ਹੁਣ ਤਾਂ ਹਰੇਕ ਦੇਸ਼, ਹਰੇਕ ਕੰਟਰੀ, ਹਰੇਕ ਨੇ ਆਪਦਾ ਇਹ ਰਿਜ਼ਲਟ ਕੱਢ ਲਿਆ ਵੀ ਜਿਹੜੀ ਐਂਸ਼ੀਅੰਟ ਸਾਇੰਸ ਹੈ ਜੋ ਸਾਨੂੰ ਇਹ ਰਸਤਾ ਲਿਵਿੰਗ ਸਟਾਈਲ ਜਾਂ ਸਾਨੂੰ ਰਹਿਣ ਸਹਿਣ ਦਾ ਰਸਤਾ ਇਹ ਦਿਖਾਉਂਦੀ ਹੈ, ਹੋਰ ਕੋਈ ਨਹੀਂ ਦਿਖਾਉਂਦੀ ਹੈ। ਸੋ ਜਿੰਨੇ ਵੀ ਇਸ ਤਰ੍ਹਾਂ ਦੇ ਕੋਈ ਏਲਮੈਂਟ ਜਾਂ ਕਿਸੇ ਨੂੰ ਕੋਈ ਪੁਰਾਣੀ ਐਸੀ ਪ੍ਰੋਬਲਮ ਹੋ ਗਈ, ਜਾਂ ਜਿਨ੍ਹਾਂ ਨੂੰ ਸ਼ੂਗਰ ਡਾਇਬਟੀਜ਼ ਬਹੁਤ ਲੰਬੀ ਚੱਲੇ, ਉਹਨਾਂ ਦੀ ਇਮਿਊਨਿਟੀ ਘਟਣ ਦੇ ਚਾਂਸਸ ਹੁੰਦੇ ਨੇਗੇ ਜੀ। ਔਰ ਉਸ ਤੋਂ ਇਲਾਵਾ ਕਈ ਨਾ ਜੀ ਕਈਆਂ ਨੂੰ ਸੈਕਰਮ ਦੇ ਵਿੱਚ ਜਿਹੜਾ ਹੈ ਟਿਊਬਰਕਲੋਸਿਸ ਹੋ ਜਾਂਦਾ ਹੈ। ਓਕੇ। ਸਭ ਤੋਂ ਟੇਲ ਬੋਨ ਜਿਹਨੂੰ ਆਪਾਂ ਕਹਿ ਦਿੰਦੇ ਆਂਗੇ। ਗੱਲ ਕੀ ਵੀ ਕਿਸੇ ਵੀ ਤਰ੍ਹਾਂ ਦੀ ਵਾਯੂ ਔਰ ਕਫ ਵਧਣ ਕਰਕੇ ਕਈਆਂ ਐਕਸੀਡੈਂਟ ਦੇ ਵਿੱਚ ਜਿਹੜੇ ਵਿਚਾਰੇ ਲੇਬਰ ਦਾ ਕੰਮ ਕਰਦੇ ਨੇ, ਪੱਲੇਦਾਰ ਜਾਂ ਹੋਰ, ਉਹ ਜਦੋਂ ਕੋਈ ਵੇਟ ਜ਼ਿਆਦਾ ਚੱਕ ਲੈਂਦੇ ਨੇਗੇ ਤਾਂ ਉਹਨਾਂ ਦੇ ਵਿੱਚੋਂ ਪਹਿਲਾਂ ਕਈ ਵਾਰ ਪਤਾ ਨਹੀਂ ਲੱਗਦਾ, ਬਲਜਿੰਗ ਹੁੰਦੀ ਰਹਿੰਦੀ ਹੈ। ਜਦੋਂ ਦੇਖੋ ਇੱਕ ਇਹਦੇ ਚ ਸਟੀਨੋਸਿਸ ਵਰਗੇ ਇੱਕ ਪੈਡ ਬਣੇ ਹੋਏ ਨੇਗੇ। ਅੱਛਾ ਜੀ। ਉਹ ਪੈਡ ਦੇ ਵਿੱਚ ਜਦੋਂ ਇਨਫਲੇਮੇਸ਼ਨ ਥੋੜੀ ਆਉਂਦੀ ਹੈ, ਜ਼ਿਆਦਾ ਪਤਾ ਨਹੀਂ ਲੱਗਦਾ, ਹੋ ਗਿਆ ਦਰਦ ਠੀਕ ਹੋ ਗਿਆ ਤਾਂ ਹੋ ਗਿਆ ਠੀਕ ਹੋ ਗਿਆ। ਲੇਕਿਨ ਜਦੋਂ ਇੱਕ ਸਟੇਜ ਇਹੀ ਜਾਂਦੀ ਹੈ ਬਹੁਤ ਘਸ ਜਾਂਦੇ ਨੇਗੇ, ਉੱਥੇ ਜਿਹੜੀਆਂ ਬਾਕੀ ਨਾੜਾਂ ਟੱਚ ਹੋਣ ਲੱਗਦੀਆਂ ਨੇਗੀਆਂ। ਇੱਕ ਤਾਂ ਪਹਿਲਾਂ ਜਿਹੜੀ ਜਿੱਧਰ ਨੂੰ ਨਰਵ ਸਿਸਟਮ ਨੂੰ ਜਿੱਧਰ ਨਰਵ ਜਾਂਦੀਆਂ ਨੇਗੀਆਂ ਉੱਥੇ ਸੁੰਨਪਣਾ, ਉੱਥੇ ਪੇਨ ਰਹਿਣਾ ਸ਼ੁਰੂ ਹੋ ਜਾਂਦਾ, ਉਦੋਂ ਪੇਸ਼ੈਂਟ ਨੂੰ ਪਤਾ ਲੱਗਦਾ ਹੈਗਾ। ਔਰ ਮੈਂ ਆਪਦੇ ਐਕਸਪੀਰੀਅੰਸ ਨਾਲ ਦੱਸ ਰਿਹਾ ਤੁਹਾਨੂੰ, ਮੈਂ ਨਾਲ 100 ਸਾਲ ਦਾ ਐਕਸਪੀਰੀਅੰਸ ਵੀ ਕੈਰੀ ਕਰਦਾ। ਮੈਨੂੰ ਅੱਜ ਤੱਕ ਕੋਈ ਵੀ, ਤੁਸੀਂ ਵੀ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿ ਰਹੇ ਹੋਗੇ ਜੀ, ਕੋਈ ਐਸੀ ਸਾਇੰਸ ਜਾਂ ਕੋਈ ਐਸਾ ਡਾਕਟਰ ਦਿਖਾ ਦਿਓ ਜਿਹਦੇ ਲੰਬਰ ਦੇ ਵਿੱਚ, ਕਮਰ ਦੇ ਵਿੱਚ ਕੋਈ ਬਲਜਿੰਗ ਹੋ ਗਈ ਹੋਵੇ, ਕੰਪਰੈਸ਼ਰ ਹੋ ਗਿਆ ਹੋਵੇ, ਉਹ ਦਵਾਈਆਂ ਨਾਲ ਠੀਕ ਹੋ ਗਿਆ ਹੋਵੇ। ਟੈਂਪਰੇਰੀ ਜ਼ਰੂਰ ਠੀਕ ਹੋ ਜਾਏਗਾ, ਵਿਟਾਮਿਨ ਡੀ, B12 ਦੇ ਇੰਜੈਕਸ਼ਨ ਲਗਾ ਕੇ ਥੋੜ੍ਹੀ ਦੇਰ ਜ਼ਰੂਰ ਠੀਕ ਕਰ ਦੇਣਗੇ, ਪਰ ਇਹਨੂੰ ਪ੍ਰੋਪਰ ਠੀਕ ਕਰਨਾ, ਉਸ ਡਰਾਈਨੈਸ ਨੂੰ ਠੀਕ ਕਰਨਾ, ਉਸ ਪੇਨ ਨੂੰ ਠੀਕ ਕਰਨਾ, ਉਸ ਕਮਰ ਦਰਦ ਨੂੰ ਠੀਕ ਕਰਨਾ, ਸਿਰਫ ਤਾਂ ਸਿਰਫ ਮੈਂ ਇਹ ਕਹੂੰਗਾ ਕਿ ਆਯੁਰਵੇਦ ਦਾ ਹੀ ਚਮਤਕਾਰ ਹੈ। ਔਰ ਆਯੁਰਵੇਦ ਦੇ ਵਿੱਚ ਵੀ ਮੈਂ ਤੁਹਾਨੂੰ ਅਕਸਰ ਦੱਸਦਾ ਨਾ, ਜਿਹੜਾ ਪੰਚਕਰਮਾ ਹੈ ਟ੍ਰੀਟਮੈਂਟ ਜੀ, ਉਹ ਬਹੁਤ ਹੀ ਇਫੈਕਟਿਵ ਹੈ। ਪੰਚਕਰਮਾ ਇਹਦੇ ਵਿੱਚ ਵੀ ਇਫੈਕਟਿਵ ਹੈ, ਮੈਂ ਅੱਗੇ ਦੱਸਾਂਗਾ, ਉਹਨੂੰ ਡਿਫਾਈਨ ਕਰਾਂਗਾ ਜੀ। ਹੁਣ ਆਪਾਂ ਇਹ ਦੇਖੋ ਵੀ ਮੈਂ ਤੁਹਾਨੂੰ ਪਹਿਲਾਂ ਕਾਰਨ ਦੱਸੇ ਨੇ, ਇੱਕ ਤਾਂ ਵੀ ਮੂਵਮੈਂਟਲੀ ਕਾਰਨ ਹੁੰਦਾ ਜਿਹੜਾ ਇੰਸਟੈਂਟਲੀ ਹੁੰਦਾ, ਉਹ ਅਨਨੋਨ ਕੁਝ ਵੀ ਹੋ ਸਕਦਾ ਹੈਗਾ। ਕਈਆਂ ਦੇ ਥੋੜਾ ਖਿਚਾਵ ਨਾਲ ਹੋ ਜਾਂਦਾ ਹੈਗਾ, ਕਈ ਆਪਸ ਵਿੱਚ ਜਿਹੜੇ ਉਹ ਰੈਸਲਰ ਹੁੰਦੇ ਨੇਗੇ ਉਹਨਾਂ ਦੇ ਕਈ ਵਾਰ ਕੋਈ ਖਿਚਾਵ ਨਾਲ, ਕਬੱਡੀ ਦੇ ਪਲੇਅਰ ਦੇ ਜਿਮ ਜਿਹੜਾ ਕਰਦੇ ਨੇ, ਜਿਮ ਕਰਦੇ ਨੇ ਜੀ। ਦੇਖੋ ਇੱਥੇ ਹੀ ਤਾਂ ਗੱਲ ਆਉਂਦੀ ਹੈ ਵੀ ਬਾਡੀ ਨੂੰ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਜਿੰਨਾ ਤੁਸੀਂ ਕੈਲਰੀਜ਼ ਬਰਨ ਕਰ ਰਹੇ ਹੋ, ਜਿੰਨਾ ਤੁਸੀਂ ਐਕਸਰਸਾਈਜ਼ ਕਰ ਰਹੇ ਹੋ, ਉਹਦੇ ਮੁਤਾਬਕ ਥੋੜੀ ਡਾਈਟ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਉਹ ਵੀ ਬਹੁਤ ਜ਼ਰੂਰੀ ਹੈ, ਰਾਈਟ। ਕਈ ਵਾਰ ਅਸੀਂ ਡਾਈਟ ਲੈਂਦੇ ਨਹੀਂਗੇ ਪਤਲਾ ਹੋਣ ਦੇ ਲਈ, ਬਿਲਕੁਲ ਇੱਕ ਚੀਜ਼ਾਂ ਘਟਾ ਦਿੰਦੇ ਆਂਗੇ ਔਰ ਐਕਸਰਸਾਈਜ਼ ਜ਼ਿਆਦਾ ਕਰ ਦਿੰਦੇ ਹਾਂ,
ਉਹ ਵੀ ਸਾਡਾ ਆਰਗਨ ਦੇ ਉੱਪਰ ਜਿਹੜਾ ਹੈ ਐਡਵਰਸ ਇਫੈਕਟ ਪੈਂਦਾ ਹੈਗਾ। ਰਾਈਟ। ਫਿਰ ਆ ਜਾਓ ਜਿੰਨੇ ਵੀ ਹੁਣ ਅਕਸਰ ਘਰਾਂ ਦੇ ਵਿੱਚ 60 ਸਾਲ ਤੋਂ ਬਾਅਦ 50 ਸਾਲ ਤੋਂ ਬਾਅਦ ਹੁਣ ਤਾਂ ਮੈਂ ਦੇਖਦਾ ਲੇਡੀਜ਼ ਖਾਸ ਤੌਰ ਤੁਸੀਂ ਬਿਲਕੁਲ ਠੀਕ ਹੈਗਾ ਲੇਡੀਜ਼ ਕਿਉਂਕਿ ਲੇਡੀਜ਼ ਨੂੰ ਨਾ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਵਿਟਾਮਿਨ ਬੀ ਕੰਪਲੈਕਸ ਦੀ ਡੈਫੀਸ਼ੀਐਂਸੀ ਜਲਦੀ ਹੁੰਦੀ ਹੈ। ਉਹ ਅਕਸਰ ਇਹ ਕਹਿੰਦੇ ਵੀ ਵੇਖੋ ਜੀ ਬਾਕੀ ਦਾ ਮੈਨੂੰ ਕੁਝ ਨਹੀਂ ਹੈ, ਨਾ ਮੈਨੂੰ ਸ਼ੂਗਰ ਹੈ, ਨਾ ਮੈਨੂੰ ਬਲੱਡ ਪ੍ਰੈਸ਼ਰ। ਆਪਾਂ ਨੂੰ ਕਈ ਵਾਰ ਫੋਨ ਵੀ ਆਉਂਦੇ ਹੁੰਦੇ ਨੇ ਬਹੁਤ ਵਾਰੀ, ਹਾਂਜੀ, ਵੀ ਜੀ ਮੈਨੂੰ ਕੁਝ ਨਹੀਂ ਹੈ, ਬਸ ਕਮਰ ਦਰਦ ਹੋ ਰਿਹਾ, ਮੈਂ ਤਾਂ ਕਮਰ ਤੋਂ ਉੱਠਿਆ ਨਹੀਂ ਜਾਂਦਾ। ਔਰ ਕਈ ਲੋਕ ਇਹ ਵੀ ਆ ਕੇ ਸਾਨੂੰ ਦੱਸਦੇ ਨੇਗੇ, ਉਹ ਇਹ ਵੀ ਅਕਸਰ ਹੁੰਦਾ ਹੈਗਾ ਵੀ ਜੀ ਦੇਖੋ ਮੈਨੂੰ ਸਿਰਫ ਉੱਠਣ ਵੇਲੇ ਪ੍ਰੋਬਲਮ ਆਉਂਦੀ ਹੈ, ਜੇ ਮੈਂ ਇੱਕ ਵਾਰ ਚੱਲ ਪਾਂ ਫਿਰ ਤਾਂ ਮੈਨੂੰ ਚਾਹੇ ਸਾਰਾ ਦਿਨ ਤੁਸੀਂ ਤੋਰੀ ਫਿਰੀ ਜਾਓ ਜੀ। ਉਹਦਾ ਕਾਰਨ ਵੀ ਇਹੀ ਹੈ ਵੀ ਜਦੋਂ ਕਫ ਆਪਦਾ ਕਮਾਲ ਦਿਖਾਉਂਦੀ ਹੈ ਜਾਂ ਕਫ ਐਗਰੀਵੇਟ ਹੋ ਜਾਂਦੀ ਹੈ, ਕਫ ਮੀਨਸ ਇਨਫਲੇਮੇਸ਼ਨ, ਵਾਟਰ ਰਿਟੈਂਸ਼ਨ, ਤਾਂ ਉਹ ਜਦੋਂ ਇਨਫਲੇਮੇਸ਼ਨ ਹੁੰਦੀ ਹੈ ਤਾਂ ਉੱਠਿਆ ਨਹੀਂ ਜਾਂਦਾ। ਲੇਕਿਨ ਜਦੋਂ ਇੱਕ ਵਾਰ ਮੂਵਮੈਂਟ 'ਚ ਆ ਗਈ, ਸਰਕੂਲੇਸ਼ਨ ਸ਼ੁਰੂ ਹੋ ਗਈ, ਤਾਂ ਉਹ ਜਿਹੜੀ ਹੈ ਉਹ ਬੰਦਾ ਕਹਿੰਦਾ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ। ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਔਰ ਫਿਰ ਮੈਂ ਬੜੀ ਇੱਕ ਇੰਪੋਰਟੈਂਟ ਗੱਲ ਕਰਦਾ ਨਾ ਸ਼ੇਖਰ ਜੀ ਕਿ ਅਸੀਂ ਗਲਤ ਮਿੱਥ ਨਾ ਲਾਇਆ ਕਰੋ। ਅਸੀਂ ਜਿਹੜੇ ਅੰਦਾਜ਼ੇ ਗਲਤ ਲਗਾਉਣੇ ਆ ਨਾ, ਅਸੀਂ ਉਹਦੇ ਨਾਲ ਆਪਣੇ ਆਪ ਨੂੰ ਜ਼ਿਆਦਾ ਬਿਮਾਰ ਕਰ ਲੈਂਦੇ ਹਾਂ ਜੀ। ਹੁਣ ਜਿੰਨੇ ਮੈਂ ਤੁਹਾਨੂੰ ਕਾਰਨ ਦੱਸੇ ਨੇਗੇ, ਤੁਸੀਂ ਕਦੇ ਦੇਖ ਲਿਓ ਜੇ ਇਹਨਾਂ ਕਾਰਨਾਂ ਵਿੱਚੋਂ ਕੋਈ ਵੀ ਕਾਰਨ ਹੈ, ਉਹਨਾਂ ਨੂੰ ਅਸੀਂ ਘਰੇ ਬੈਠ ਕੇ ਪੰਚਕਰਮਾ ਨਾਲ ਸੇਕ ਦੇ ਕੇ, ਬਰਫ਼ ਦੀ ਟਕੋਰ ਕਰਕੇ, ਸੁੰਡ ਅਜਵਾਇਣ ਲੈ ਕੇ, ਵਾਯੂ ਔਰ ਕਫ ਨੂੰ ਕੰਟਰੋਲ ਕਰਨ ਵਾਲੇ ਸਪਲੀਮੈਂਟ ਲੈ ਕੇ, ਚਾਹੇ ਉਹ ਰਸਾਇਣ ਔਸ਼ਧੀਆਂ ਨੇਗੀਆਂ, ਸ਼ਤਾਵਰ ਹੈ। ਥੋੜ੍ਹਾ ਯਾਦ ਹੋਏਗਾ ਸ਼ੇਖਰ ਜੀ ਕਿ ਅਕਸਰ ਪਿੰਡਾਂ ਦੇ ਵਿੱਚ ਤਾਂ ਹੁਣ ਵੀ ਹੈ, ਜਦੋਂ ਲੇਡੀ ਦਾ ਪ੍ਰਸੂਤੀ ਕਾਲ ਕਹਿ ਦਿੰਦੇ ਨੇ, ਮਤਲਬ ਕਿ ਡਿਲੀਵਰੀ ਤੋਂ ਬਾਅਦ ਪੋਸਟ ਡਿਲੀਵਰੀ ਜਿਹੜਾ ਪੀਰੀਅਡ ਹੁੰਦਾ ਹੈਗਾ, ਪੰਜੀਰੀ ਬਣਾ ਖਵਾਈ ਜਾਂਦੀ ਹੈ। ਬਿਲਕੁਲ। ਉਹਦੇ ਵਿੱਚ ਕਮਰਕਸ ਜ਼ਰੂਰ ਪਾਉਂਦੇ ਨੇ, ਮਖਾਣੇ, ਕਮਰਕਸ। ਹਾਂਜੀ, ਇਹ ਬੜਾ ਰਿਚ ਸੋਰਸ ਹੈਗਾ ਵਿਟਾਮਿਨ ਡੀ ਔਰ ਬੀ ਕੰਪਲੈਕਸ ਦਾ। ਓਕੇ। ਔਰ ਇਹ ਬਹੁਤ ਅੱਛਾ ਐਂਟੀ ਇਨਫਲਾਮੇਟਰੀ ਹੈ। ਜਿਹੜੇ ਮੇਰੇ ਪੁਰਾਣੇ ਦਰਸ਼ਕ ਸੁਣ ਰਹੇ ਹੋਣਗੇ, ਅੱਜ ਕੱਲ੍ਹ ਦੇ ਯੰਗ ਬੱਚਿਆਂ ਨੂੰ ਤਾਂ ਇਹ ਗੱਲਾਂ ਨਹੀਂ ਪਤਾ, ਇੱਕ ਮਾਲ ਕੰਗਣੀ ਦਾ ਬਹੁਤ ਯੂਜ਼ ਕਰਿਆ ਜਾਂਦਾ ਸੀ। ਅੱਛਾ ਜੀ। ਇਹ ਵੀ ਇੱਕ ਮਿਨਰਲ ਹਰਬ ਹੈ, ਸਮਝ ਲਓ। ਇਹ ਮਾਲ ਕੰਗਣੀ ਹੋਈ, ਗੂਗਲਸ ਹੋਈਆਂ, ਔਰ ਇਹ ਕਮਰਕਸ ਹੋਇਆ, ਇਹ ਪੰਜੀਰੀ 'ਚ ਰਲਾ ਕੇ ਖਵਾਇਆ ਜਾਂਦਾ ਸੀ। ਨੋਰਮਲ ਬੰਦਾ ਉਹਨੂੰ ਜ਼ਿਆਦਾ ਖਾ ਨਹੀਂ ਸਕਦਾ ਕਿਉਂਕਿ ਉਹ ਥੋੜ੍ਹੀ ਖੁਸ਼ਕ ਕਰਦੀ ਹੈ, ਕਿਉਂਕਿ ਇਨਫਲੇਮੇਸ਼ਨ ਨੂੰ ਪਾਣੀ ਨੂੰ ਸੋਕਦੀ ਹੈ ਨਾ। ਅੱਛਾ ਜੀ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਤਾਂ ਹੀ ਖਵਾਈਆਂ ਜਾਂਦੀਆਂ ਸੀ ਵੀ ਡਿਲੀਵਰੀ ਤੋਂ ਬਾਅਦ ਲੇਡੀਜ਼ ਦੇ ਜੇ ਮੰਨ ਲਓ ਕੋਈ ਵਾਟਰ ਰਿਟੈਂਸ਼ਨ ਬੋਡੀ 'ਚ ਹੋ ਗਈ ਹੈ, ਜਾਂ ਕੋਈ ਇਨਫਲਾਮੇਸ਼ਨ ਹੋ ਗਈ ਹੈ, ਜਾਂ ਉਹਨੂੰ ਵੀਕਨੈਸ ਹੋ ਗਈ ਹੈ, ਤਾਂ ਉਹ ਇੱਕ ਮੈਡੀਸਨ ਦਾ ਕੰਮ ਕਰਦੀ ਸੀ ਜੀ। ਮੈਂ ਵੀ ਇਹ ਹਮੇਸ਼ਾ ਦਰਸ਼ਕਾਂ ਨੂੰ ਇਸ ਤਰ੍ਹਾਂ ਦੀਆਂ ਮੈਡੀਸਨ ਦੱਸ ਰਿਹਾ ਹਾਂ ਵੀ ਤੁਸੀਂ ਘਰੇ ਬੈਠ ਕੇ ਹੀ ਇਹਨਾਂ ਚੀਜ਼ਾਂ ਨੂੰ, ਹੁਣ ਹੁੰਦਾ ਕੀ ਹੈ ਜੀ, ਬੀ ਕੰਪਲੈਕਸ ਡੈਫੀਸ਼ੀਐਂਸੀ ਆ ਗਈ, ਆਪਾਂ ਇੰਜੈਕਸ਼ਨ ਲਵਾਉਣ ਤੁਰ ਪੈਂਦੇ ਹਾਂ। ਉਹਨਾਂ ਇੰਜੈਕਸ਼ਨਾਂ ਨਾਲ ਤੁਹਾਨੂੰ 2 ਲਗਾ ਕੇ ਬਹੁਤ ਫਰਕ ਪੈ ਜਾਏਗਾ, ਪਰ ਉਹ ਜਿਹੜੇ ਸਾਈਡ ਇਫੈਕਟ ਝੱਲਣੇ ਪੈਣਗੇ ਕਈ ਮਹੀਨੇ, ਉਹ ਆਪਾਂ ਨੂੰ ਪਤਾ ਨਹੀਂ ਹੁੰਦਾ। ਵੈਸੇ ਵੀ ਵੈਦ ਸਾਹਿਬ, ਜੋ ਅਸੀਂ ਖਾਂਦੇ ਪੀਂਦੇ ਹਾਂ, ਜੋ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ, ਔਰ ਜ਼ਿਆਦਾਤਰ ਆਯੁਰਵੇਦ ਦੇ ਵਿੱਚ ਉਹੀ ਦੱਸੀਆਂ ਜਾਂਦੀਆਂ ਜੋ ਅਸੀਂ ਨਾਰਮਲ ਨੈਚੁਰਲ ਖਾਣ ਵਾਲੀਆਂ ਚੀਜ਼ਾਂ ਨੇ, ਉਹ ਸਰੀਰ ਦੇ ਵਿੱਚ ਹੌਲੀ ਹੌਲੀ ਤੁਹਾਡੀ ਉਹ ਕਮੀ ਨੂੰ ਪੂਰਾ ਕਰਦੀਆਂ ਨੇ। ਅਸੀਂ ਨਾਰਮਲ ਵੀ ਖੁਰਾਕ ਜੋ ਖਾਂਦੇ ਹਾਂ, ਉਹਦਾ ਮਤਲਬ ਇੱਕ ਨੈਚੁਰਲ ਸੋਰਸ ਹੈਗਾ, ਸੋ ਕੈਮੀਕਲ ਨਹੀਂ ਹੈ। ਦੇਖੋ ਸ਼ੇਖਰ ਜੀ, ਤੁਸੀਂ ਬਿਲਕੁਲ ਠੀਕ ਕਹੇਗਾ। ਇੱਥੇ ਫਿਰ ਅਗਲੇ ਸਵਾਲ ਖੜੇ ਹੋ ਜਾਂਦੇ ਨੇ ਨਾ। ਹੁਣ ਆਪਾਂ ਗੱਲ ਤੁਹਾਨੂੰ ਇੰਡੋਰਸ ਕਰਦਾ ਵੀ ਜੇ ਅਸੀਂ ਜੀ ਨੈਚੁਰਲ ਖਾਣਾ ਖਾਂਦੇ ਰਹੀਏ, ਉਹ 'ਚ ਬੀ ਕੰਪਲੈਕਸ, ਵਿਟਾਮਿਨ ਡੀ, ਆਇਰਨ, ਵਿਟਾਮਿਨ ਸੀ, ਸਭ ਕੁਝ ਮਿਲ ਜਾਏਗਾ। ਅਗਲਾ ਸਵਾਲ ਇਹ ਖੜਾ ਹੋ ਜਾਂਦਾ ਹੈ ਵੀ ਅੱਜ ਕੱਲ੍ਹ ਸਹੀ ਮਿਲਦਾ ਕਿੱਥੇ ਹੈ ਜੀ। ਇਹ ਵੀ ਗੱਲ, ਅਡਲਟ੍ਰੇਸ਼ਨ ਬਹੁਤ ਹੈ ਜੀ। ਵੈਜੀਟੇਬਲ ਦੇ ਵਿੱਚ ਕੀ, ਫਰੂਟਸ ਦੇ ਵਿੱਚ ਕੀ, ਹਰੇਕ ਚੀਜ਼ ਦੇ ਵਿੱਚ ਅਡਲਟ੍ਰੇਸ਼ਨ ਹੈਗੀ। ਲੇਕਿਨ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਾਂਗਾ ਦਰਸ਼ਕਾਂ ਨੂੰ ਵੀ ਆਪਣੀ ਕਾਇਆ ਪਰਮਾਤਮਾ ਨੇ ਬਹੁਤ ਹੀ ਅੱਛੀ ਬਣਾਈ ਹੈ। ਇਹ ਕਈ ਤਰ੍ਹਾਂ ਦੀਆਂ ਅਡਲਟ੍ਰੇਸ਼ਨ ਚੱਲ ਲੈਂਦੀ ਹੈ। ਤੁਸੀਂ ਮੈਨੂੰ ਦੱਸੋ, ਤੁਸੀਂ ਬਹੁਤ ਲੋਕਾਂ ਨੂੰ ਦੇਖਿਆ ਹੋਵੇਗਾ ਜਿਹੜੇ ਕਹਿੰਦੇ ਕਿ ਜੀ ਅਸੀਂ 30 ਸਾਲ ਤੋਂ ਰੈਗੂਲਰ ਡਰਿੰਕ ਲੈ ਰਹੇ ਹਾਂ, ਅਲਕੋਹਲ ਲੈ ਰਹੇ ਹਾਂ, ਕੋਈ ਹੋਰ ਫੀਮ ਖਾ ਰਹੇ ਹਾਂ, ਕੁਝ ਖਾ ਰਹੇ ਹਾਂ, ਅਤੇ ਉਹ ਲਿਵਰ ਵੀ ਉਹਨਾਂ ਦਾ ਸਹੀ ਹੈ, ਇੰਟੈਸਟਾਈਨ ਵੀ ਸਹੀ ਹੈ। ਇਟ ਮੀਨਸ ਧਨ ਤਾਂ ਕਾਇਆ ਹੈ ਨਾ, ਸਾਡਾ ਸਰੀਰ ਹੈ ਨਾ ਜੀ, ਜਿਹੜਾ ਇਹ ਚੀਜ਼ਾਂ ਨੂੰ ਸਹਿਣ ਕਰ ਰਿਹਾ। ਬਿਲਕੁਲ। ਸੋ ਜੇ ਅਸੀਂ ਲਿਵਿੰਗ ਸਟਾਈਲ ਆਪਣਾ ਆਯੁਰਵੇਦ ਦੇ ਅਨੁਸਾਰ ਰੱਖੀਏ, ਰਹਿਣ ਸਹਿਣ ਆਯੁਰਵੇਦ ਦੇ ਅਨੁਸਾਰ ਰੱਖੀਏ, ਤਾਂ ਅਸੀਂ ਬਹੁਤ ਸਾਰੀਆਂ ਪ੍ਰੋਬਲਮ ਤੋਂ ਘਰੇ ਬੈਠੇ ਹੀ ਠੀਕ ਹੋ ਸਕਦੇ ਹਾਂ। ਉਹਨਾਂ 'ਚੋਂ ਕਮਰ ਦਰਦ ਵੀ ਇੱਕ ਹੈ, ਉਹਨਾਂ 'ਚੋਂ ਇੱਕ ਹੈ। ਰਾਈਟ। ਹੁਣ ਦੂਸਰਾ ਮੈਨੂੰ ਇਹ ਜੋੜਾਂਗਾ ਵੀ ਕਮਰ ਦਰਦ ਤੁਹਾਨੂੰ ਅਲਸਰੇਟਿਵ ਕੋਲਾਈਟਿਸ ਤੋਂ ਉਲਟ, ਜੇ ਤੁਹਾਨੂੰ ਹੋਰ ਵੀ ਕੋਈ ਪ੍ਰੋਬਲਮ ਨਹੀਂ ਆ, ਤੁਹਾਡਾ ਸਾਰਾ ਚੀਜ਼ਾਂ ਜੁੜਿਆ ਹੋਏਗਾ ਤੁਹਾਡੇ ਹਾਜ਼ਮੇ ਨਾਲ ਜੀ। ਜੇ ਤੁਹਾਡਾ ਹਾਜ਼ਮਾ ਠੀਕ ਹੈ, ਤੁਹਾਨੂੰ ਆਮ ਦਾ ਪਾਚਨ ਠੀਕ ਹੋ ਰਿਹਾ, ਜੋ ਤੁਸੀਂ ਖਾ ਰਹੇ ਹੋ ਠੀਕ ਪਚ ਰਿਹਾ ਹੈ। ਦੇਖੋ ਨਾਰਮਲੀ ਕੀ ਹੁੰਦਾ ਸ਼ੇਖਰ ਜੀ,
ਕਿ 40-50% ਜੋ ਅਸੀਂ ਖਾਂਦੇ ਆ ਉਹ ਸਾਨੂੰ ਮਸਾਂ ਅਬਜ਼ੌਰਬ ਹੁੰਦਾ ਹੈ ਜੀ, ਤੇ ਉਦੋਂ ਬਾਅਦ ਜਿਹੜਾ ਬਾਕੀ ਉਹ ਐਕਸਕ੍ਰੀਟ ਬਣ ਕੇ ਬਾਹਰ ਨਿਕਲ ਜਾਂਦਾ ਹੈ। ਜੇ ਅਸੀਂ ਉਹ ਰੇਸ਼ੋ ਨੂੰ 70% ਲੈ ਜਾਈਏ ਤਾਂ ਅਸੀਂ ਕਦੇ ਬਿਮਾਰ ਨਾ ਹੋਈਏ, ਕਿਉਂਕਿ ਸਾਡਾ ਲਿਵਰ ਜੇ ਪੂਰਾ ਚੀਜ਼ ਪਚਾਉਣ ਲੱਗ ਜਾਵੇ ਤਾਂ ਵਾਯੂ ਨਹੀਂ ਬਣੇਗੀ, ਕਫ ਵਾਟਰ ਟੈਨਸ਼ਨ ਨਹੀਂ ਹੋਏਗੀ। ਦੂਸਰੀ ਗੱਲ, ਜੇ ਤੁਹਾਨੂੰ ਥੋੜਾ ਬਹੁਤ ਕੋਈ ਗੈਸਟਰਾਈਟਿਸ ਜਾਂ ਬਲੋਟਿੰਗ ਪੇਟ 'ਚ ਰਹਿੰਦੀ ਹੈ, ਜੇ ਅਸੀਂ ਕੌਂਸਟੀਪੇਸ਼ਨ ਨਾ ਹੋਣ ਦਈਏ, ਕਬਜ਼ ਨਾ ਹੋਣ ਦਈਏ ਜੀ, ਤਾਂ ਸਾਨੂੰ ਕਦੇ ਵੀ ਇੱਕ ਕਮਰ ਦਰਦ, ਪਿੱਠ ਦਰਦ, ਸਰਵਾਈਕਲ ਦੇ ਵਿੱਚ ਦਰਦ, ਇਹ ਚੀਜ਼ਾਂ ਤੋਂ ਅਸੀਂ ਬਹੁਤ ਦੂਰ ਦਾ ਵਾਸਤਾ ਵੀ ਸਾਡਾ ਨਹੀਂ ਰਹੇਗਾ, ਕਿਉਂਕਿ ਇਹ ਦੋਨੋਂ ਚੀਜ਼ਾਂ ਠੀਕ ਖਾਣੇ ਦਾ ਹਜ਼ਮ ਹੋਣਾ ਔਰ ਠੀਕ ਖਾਣੇ ਦਾ ਜਿਹੜਾ ਐਕਸਕ੍ਰੀਟ ਬਾਹਰ ਨਿਕਲਣਾ, ਇਹ ਸਾਡਾ ਇਹ ਇੰਡੀਕੇਸ਼ਨ ਦੇਗਾ ਵੀ ਸਾਡਾ ਹਾਜ਼ਮਾ ਬਿਲਕੁਲ ਠੀਕ ਹੈ, ਸਾਡਾ ਵਾਯੂ ਔਰ ਕਫ ਨਹੀਂ ਵਧੇਗਾ ਜੀ। ਔਰ ਜੇ ਅਸੀਂ ਮੰਨ ਲਓ ਕੰਪਿਊਟਰ ਤੇ 8-8 ਘੰਟੇ ਬੈਠ ਕੇ ਕੰਮ ਵੀ ਕਰਦੇ ਹਾਂ ਜਾਂ ਕੋਈ ਐਸਾ ਕੰਮ ਵੀ ਕਰਦੇ ਹਾਂਗੇ ਕਿ ਸਾਡਾ ਪੋਸਚਰ, ਹਾਂ ਇਹ ਜ਼ਰੂਰ ਮੈਂ ਕਹਾਂਗਾ ਕਈ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਸ਼ੇਖਰ ਜੀ ਲੇਟ ਕੇ ਕੰਮ ਕਰਨ ਦੀ। ਖਾਸ ਤੌਰ ਦੇ ਉੱਤੇ ਹੁਣ ਇੱਕ ਨਵਾਂ ਟ੍ਰੈਂਡ ਜਿਹੜਾ ਵਰਕ ਫਰੋਮ ਹੋਮ ਵਾਲਾ ਚੱਲਿਆ, ਤਾਂ ਉਹ ਕਈ ਵਾਰੀ ਲੈਪਟਾਪ ਇਦਾਂ ਲੈ ਕੇ ਤੇ ਚਲੋ ਬੈੱਡ ਦੇ ਉੱਤੇ ਲੇਟ ਗਏ। ਇਹ ਚੀਜ਼ਾਂ ਕ੍ਰੀਏਟਿਵ ਨੇ ਅੱਜ ਕੱਲ, ਸਰਵਾਈਕਲ ਸਪੌਂਡਲਾਈਟਿਸ ਦੀਆਂ, ਬੈਕ ਏਕ ਦੀਆਂ, ਜਿਹਨੂੰ ਪਿੱਠ ਦਰਦ ਕਹਿੰਦੇ ਆ, ਇਹ ਚੀਜ਼ਾਂ ਦੇ ਨਾਲ ਸਾਡੇ ਇਹ ਪ੍ਰੋਬਲਮਾਂ ਜ਼ਿਆਦਾ ਵੱਧ ਰਹੀਆਂ ਨੇ। ਵਿਆਮ, ਕਸਰਤ, ਯੋਗਾ ਕਰਨਾ ਇੱਕ ਨੋਰਮਲ ਗੱਲ ਹੈ, ਪਰ ਜੇ ਅਸੀਂ ਆਪਦਾ ਪੋਸਚਰ, ਮੈਂ ਤਾਂ ਇਹ ਤੁਹਾਨੂੰ ਕਹਾਂਗੀ ਜੇ ਮਨ ਥੋੜਾ ਲੰਬਾ ਸਫ਼ਰ ਵੀ ਹੈ ਨਾ, ਕਾਰ ਦੇ ਵਿੱਚ ਵੀ ਜੇ ਤੁਸੀਂ 2 ਘੰਟੇ ਬਾਅਦ, 3 ਘੰਟੇ ਬਾਅਦ, 2.5 ਘੰਟੇ ਆਪਦੇ ਲੋੜ ਅਨੁਸਾਰ ਥੋੜਾ ਸਟ੍ਰੇਟ ਬੈਠ ਕੇ ਬਰੀਥਿੰਗ ਐਕਸਰਸਾਈਜ਼ ਕਰ ਲਓ, ਇਨਹੇਲ ਆਊਟ, ਤੁਸੀਂ ਆਪਦਾ ਮਤਲਬ ਕਿ ਪ੍ਰਾਣਾਯਾਮ ਥੋੜੀ ਦੇਰ ਲਈ 5-4 ਮਿੰਟ ਸਿਰਫ ਜੀ, ਤਾਂ ਤੁਹਾਨੂੰ ਕਦੇ ਉਹ ਪੋਸਚਰ ਤੇ ਫਰਕ ਨਹੀਂ ਪਏਗਾ। ਬਜਾਏ ਆਪਾਂ ਪਿੱਛੇ ਗੱਦੀਆਂ, ਪਿੱਲੋ ਕੀ ਰੱਖ ਦਿਆਂਗੇ। ਇਹ ਸਾਡੀ ਬਾਡੀ ਬਹੁਤ ਸੈਂਸਿਟਿਵ ਵੀ ਹੈ ਲੇਕਿਨ ਬਹੁਤ ਅੱਛੀ ਵੀ ਹੈ, ਇਹ ਨਾ ਸੰਭਾਲ ਕੇ ਰੱਖਣਾ ਜਿਹੜਾ ਹੈ ਨਾ ਇਹ ਆਪਣੇ ਹੱਥ ਹੈਗਾ। ਸੋ ਇਸ ਕਰਕੇ ਸ਼ੇਖਰ ਜੀ ਇਹ ਕਮਰ ਦਰਦ ਨੂੰ ਆਪਣੇ ਨਾਲ ਦਰਸ਼ਕ ਵੀ ਨੇ ਜੀ, ਨਾਲ ਹੁਣ ਕਾਲ ਵੀ ਲੈ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਇਹ ਪੁੱਛਣਾ ਸੀ ਡਾਕਟਰ ਸਾਹਿਬ ਤੋਂ ਵੀ ਨਾ ਵੀ ਲੰਗਸ ਵੀਕ ਨੇ ਮੇਰੇ, ਕਾਫੀ ਲੰਗਸ ਵੀਕ ਨੇ, ਵੀ ਇਹਨਾਂ ਦਾ ਕੋਈ ਵਧੀਆ ਟ੍ਰੀਟਮੈਂਟ ਦੇ ਸਕਦੇ ਨੇ ਵੀ ਜਿਹਦੇ ਨਾਲ ਕੋਈ ਫਰਕ ਦੱਸ ਦਿੰਨੇ ਜੀ। ਤੁਸੀਂ ਪਲੀਜ਼ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਤੁਸੀਂ? ਇੱਥੋਂ ਹੀ ਕਰਦੀ ਹਾਂ ਜੀ, ਮੈਂ ਇੱਥੋਂ ਹੀ ਕਰਦੀ ਹਾਂ, ਮੈਂ ਸਿੰਪਟਮਸ ਨੂੰ ਫੋਨ ਕਰਦੀ ਹਾਂ। ਅੱਛਾ ਜੀ, ਕੀ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਸੁਰਿੰਦਰ ਹੈ ਜੀ। ਸੁਰਿੰਦਰ। ਉਮਰ ਪੁੱਛੋ ਜੀ। ਹਾਂਜੀ। ਅੱਛਾ ਜੀ, ਤੁਹਾਡੀ ਉਮਰ ਕਿੰਨੀ ਹੈ ਜੀ? ਉਮਰ ਹੈਗੀ ਹੈ ਜੀ 64। 64 ਇਅਰਸ। ਲੰਗਸ ਕਿਉਂ ਵੀਕ ਹੋਏ ਨੇ ਜੀ? ਇਹਨਾਂ ਨੂੰ ਕੋਈ ਅਸਥਮਾ ਤਾਂ ਨਹੀਂ ਹੈ? ਕੋਈ ਅਸਥਮਾ ਤਾਂ ਨਹੀਂ ਹੈ ਤੁਹਾਨੂੰ? ਹਾਂਜੀ। ਮੈਡਮ ਜੇ ਤੁਸੀਂ ਨਾ ਪੂਰੀ ਗੱਲ ਦੱਸੋਗੇ ਤਾਂ ਮੈਂ ਤੁਹਾਨੂੰ ਅੱਛਾ ਇਲਾਜ ਦੱਸ ਸਕਦਾ। ਤੁਸੀਂ ਐਸਥਮਾ ਕਰਕੇ ਸੀ ਜੀ, ਬਸ ਹੋਰ ਕੋਈ ਪ੍ਰੋਬਲਮ ਨਹੀਂ ਸੀ। ਤੇ ਤੁਸੀਂ ਇਨਹੇਲਰ ਲੈਨੇ ਹੋ, ਕੋਈ ਪਫ ਲੈਨੇ ਹੋ? ਹਾਂਜੀ ਪਫ ਮੈਂ ਲੈ ਰਹੀ ਹਾਂ ਜੀ, ਡਾਕਟਰ ਨੇ ਦਿੱਤਾ ਹੋਇਆ ਮੈਨੂੰ। ਠੀਕ ਹੈ ਜੀ। ਵੈਸੇ ਮੈਨੂੰ ਬਹੁਤਾ ਨਹੀਂ, ਬਹੁਤ ਜ਼ਿਆਦਾ ਨਹੀਂ ਹੈਗਾ ਵੀ ਮੈਂ ਡੇਲੀ ਲੈਣ ਵਾਲਾ, ਵੀ ਥੋੜਾ ਗਾ ਮੈਨੂੰ, ਇੰਨਾ ਨਹੀਂ ਹੈਗਾ ਵੀ ਜਿਵੇਂ ਮੈਂ ਉਹਦੇ ਬਿਨਾਂ ਰਹਿ ਹੀ ਨਹੀਂ ਸਕਦੀ ਜਾਂ ਮੈਂ ਡੇਲੀ ਲਵਾਂ, ਇੰਨਾ ਨਹੀਂ ਹੈਗਾ ਮੈਨੂੰ। ਤੁਹਾਨੂੰ ਸਾਲਟ ਪਤਾ ਹੈ ਕੀ ਨਾਮ ਹੈ ਇਹਦਾ? ਪਫ ਦਾ ਨਾਮ ਕੀ ਹੈ? ਉਹ ਜਨਹੀਲ ਹੈ ਜੀ, ਜਨਹੀਲ। ਠੀਕ ਹੈ ਜੀ। ਹੋਰ ਕੋਈ ਪ੍ਰੋਬਲਮ? ਕਿਉਂਕਿ ਮੈਨੂੰ ਡੇਲੀ ਦਾ ਨਹੀਂ, ਭਾਵੇਂ ਮੈਂ ਕਈ ਮਹੀਨੇ ਵੀ ਨਾ ਲਵਾਂ ਜੀ, ਵੀ ਇੰਨਾ ਵੀ ਹੈ ਨਹੀਂਗਾ ਵੀ ਮੈਨੂੰ ਵੀ ਇਸ ਤਰ੍ਹਾਂ ਵੀ ਹੈਗਾ। ਉਹ ਮੈਂ ਸੇਫ ਸਾਈਡ ਕਰਕੇ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਲੈ ਹੀ ਲਿਆ ਕਰੋ, ਤਾਂ ਮੈਂ ਲੈ ਲੈਂਦੀ ਹਾਂ। ਅਦਰਵਾਈਜ਼ ਭਾਵੇਂ ਮੈਂ ਕਿੰਨਾ ਚਿਰ ਨਾ ਲਵਾਂ, ਉਹ ਮੈਨੂੰ ਕੋਈ ਇੰਨਾ ਨਹੀਂ ਹੈਗਾ ਵੀ ਜਿਵੇਂ ਮੈਂ ਕਹਿੰਦੀ ਹਾਂ ਵੀ ਮੇਰਾ ਸਾਹ ਬਹੁਤ ਜ਼ਿਆਦਾ ਚੜੀ ਜਾਂਦਾ, ਮੈਥੋਂ ਤੁਰਿਆ ਨਹੀਂ ਜਾਂਦਾ ਵੀ, ਜਾਂ ਇੰਨਾ ਨਹੀਂ ਹੈਗਾ ਮੈਨੂੰ ਵੀ ਇੰਨੀ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਲੇਕਿਨ ਸੁਰਿੰਦਰ ਜੀ ਤੁਸੀਂ ਸਾਡੇ ਨਾਲ ਅੱਧਾ ਮਿੰਟ ਤੋਂ ਲੈ ਕੇ 45 ਸਕਿੰਟ ਗੱਲ ਕਰੀ ਹੈ, ਇਹਦੇ ਵਿੱਚ ਤੁਹਾਡਾ ਜਿਹੜਾ ਸਾਹ ਹੈ ਥੋੜਾ ਚੜ ਗਿਆ ਤੁਹਾਨੂੰ ਗੱਲ ਕਰਦੇ ਕਰਦੇ? ਉਹ ਜਿਵੇਂ ਨਹੀਂ ਗਲਾ ਜਿਹਾ ਜਿਵੇਂ ਭਰਿਆ ਹੋਇਆ ਹੁੰਦਾ ਨਾ ਵੀ ਐ, ਤਾਂ ਵੀ ਐ ਡੇਲੀ ਨਹੀਂ ਵੀ ਜਿਵੇਂ ਗੱਲ ਕਰਨ ਵੇਲੇ ਹਨਾ, ਵੀ ਜਾਂ ਆਪਾਂ ਵੈਸੇ ਹੀ ਗੱਲ ਕਰ ਲੈਂਦੇ ਆ ਵੀ ਜਿਵੇਂ ਆਪਾਂ ਨੂੰ ਗੱਲ ਕਰਨ ਵੇਲੇ ਥੋੜਾ ਜਿਹਾ ਇਸ ਤਰ੍ਹਾਂ ਵੀ ਜਿਵੇਂ ਫੋਨ ਤੇ ਗੱਲ ਕਰਦੇ ਆ। ਠੀਕ ਹੈ ਜੀ। ਵੀ ਲੰਬੀ ਗੱਲ ਕਰ ਲੈਂਦੇ ਆ। ਕੋਈ ਹੋਰ ਦਵਾਈ ਤੁਸੀਂ ਹੋਰ ਤੇ ਕੋਈ ਦਵਾਈ ਖਾ ਰਹੇ? ਨਹੀਂ ਜੀ, ਹੋਰ ਕੋਲੇਸਟ੍ਰੋਲ ਦੀ ਗੋਲੀ ਹੈ ਜੀ, ਉਹ ਵੀ ਮੈਂ ਮਤਲਬ ਵੀਕ ਚ ਅੱਧੀ ਕੁ ਗੋਲੀ ਲੈਣੀ ਆ। ਕੋਈ ਮੈਂ ਡੇਲੀ ਤੁਸੀਂ ਟੀਵੀ ਪ੍ਰੋਗਰਾਮ ਦੇਖਦੇ ਰਹੋ, ਮੈਂ ਤੁਹਾਡੀ ਗੱਲ ਦਾ ਹੁਣੇ ਜਵਾਬ ਦੇਵਾਂਗਾ। ਹਾਂਜੀ ਮੈਨੂੰ ਜ਼ਿਆਦਾ ਨਹੀਂ ਹੈਗਾ ਇਸਮਾ ਵੀ ਜਿਵੇਂ ਵੀ ਸਾਰੀ ਵੀ ਤੁਹਾਨੂੰ ਹੁਣੇ ਕੋਈ ਇੰਨਾ ਨਹੀਂ ਹੈ। ਠੀਕ ਹੈ ਜੀ, ਮੈਂ ਜਵਾਬ ਕਰ ਲਿਆ ਜੀ ਕਿੰਨਾ ਕਹੇ, ਬਟ ਡੋਂਟ ਵਰੀ, ਮੈਂ ਹੁਣ ਦੱਸ ਜੀ। ਮਿਹਰਬਾਨੀ ਜੀ।
ਸੋ ਬਾਕੀ ਦੇ ਦਰਸ਼ਕਾਂ ਨੂੰ ਵੀ ਅਸੀਂ ਕਹਿ ਦਿੰਦੇ ਹਾਂ ਕਿ ਤੁਸੀਂ ਆਪਣੇ ਸਵਾਲ ਵੀ ਜਿਹੜੇ ਨਾਲ ਕਰ ਸਕਦੇ ਹੋ। ਜੋ ਮੁੱਢਲੀ ਜਾਣਕਾਰੀ ਸੀਗੀ ਉਹ ਅਸੀਂ ਸਾਰੀ ਅੱਜ ਦੇ ਟੌਪਿਕ ਬਾਰੇ ਦੇ ਵੀ ਦਿੱਤੀ ਹੈ, ਔਰ ਮੇਰੇ ਖਿਆਲ ਨਾਲ ਤੁਸੀਂ ਧਿਆਨ ਨਾਲ ਸੁਣੀ ਵੀ ਹੋਣੀ। ਅੱਗੇ ਜਦੋਂ ਇਸ ਦੇ ਇਲਾਜ ਵੀ ਦੱਸੇ ਜਾਂਦੇ ਨੇ ਤਾਂ ਕਿਰਪਾ ਕਰਕੇ ਤੁਸੀਂ ਪੈਨ ਔਰ ਪੇਪਰ ਲੈ ਕੇ ਬੈਠਣਾ ਤੇ ਨਾਲ ਨੋਟ ਕਰਦੇ ਰਹਿਣਾ। ਜੀ ਵੈਦ ਸਾਹਿਬ, ਅੱਗੇ ਗੱਲ ਕਰਦੇ ਮੈਂ ਇਲਾਜ ਦੱਸਾਂਗਾ ਜੀ ਹੁਣੇ, ਤਾਂ ਕਿ ਫਿਰ ਅੱਗੇ ਬਾਅਦ ਚ ਟੈਲੀਫੋਨ ਆਉਣੇ ਸ਼ੁਰੂ ਹੋ ਜਾਣਗੇ। ਬਿਲਕੁਲ। ਪਹਿਲਾਂ ਤਾਂ ਐਕਸਟਰਨਲ ਦੇਖੋ ਪ੍ਰੀਕਾਸ਼ਨ ਮੈਂ ਦੱਸਤੀਆਂ ਕੀ ਰੱਖਣੀਆਂ ਨੇਗੀਆਂ। ਲੇਪ ਕਰੋ ਬਹੁਤ ਵਧੀਆ, ਜਿਹਦੇ ਤੇ ਦੇਖੋ ਕਾਫੀ ਇਨਫਲਾਮੇਸ਼ਨ ਹੋ ਜਾਂਦੀ ਹੈ, ਕਈ ਵਾਰ ਲੰਪ ਵਗੈਰਾ ਬਣ ਜਾਂਦੇ ਨੇ, ਤਾਂ ਇਮਲੀ ਦੇ ਪਾਣੀ ਦਾ ਲੇਪ ਕਰੋ, ਨਹੀਂ ਤਾਂ ਸੌਂਠ ਔਰ ਹਰੜ ਨੂੰ ਪੀਸ ਕੇ ਉਹਦੇ 2 ਵਾਰ ਲੇਪ ਕਰੋ। ਲੇਪ ਇਨ ਦਾ ਸੈਂਸ ਕਿ ਜਦੋਂ ਅੱਧੇ ਪੌਣੇ ਘੰਟੇ 'ਚ ਸੁੱਕ ਜਾਵੇ ਉਦੋਂ ਲੇਪ ਨੂੰ ਉਤਾਰੋ, 2 ਦਿਨ 3 ਦਿਨ 'ਚ ਫਰਕ ਪੈ ਜਾਏਗਾ। ਔਰ ਉਸ ਤੋਂ ਇਲਾਵਾ ਸ਼ਤਾਵਰ ਜਿੰਨੀਆਂ ਰਸਾਇਣ ਔਸ਼ਧੀਆਂ ਨੇ, ਕੋਈ ਗੂਗਲ ਹੈ, ਚਾਹੇ ਮਹਾਯੋਗਰਾਜ ਗੂਗਲ ਹੈ, ਤ੍ਰਿਦੋਸ਼ਾਂਗ ਗੂਗਲ ਹੈ, ਜਿੰਨੀਆਂ ਵੀ ਗੂਗਲ ਨੇਗੀਆਂ, ਸਿੰਘਨਾਥ ਗੂਗਲ ਹੈ, ਇਹ ਸਾਰੀਆਂ ਐਂਟੀ ਇਨਫਲਾਮੇਟਰੀ ਵੀ ਨੇ ਔਰ ਪੇਨ ਲਈ ਬਹੁਤ ਅੱਛੀਆਂ ਨੇ। ਪਰ ਨਾਲ ਥੋੜ੍ਹਾ ਕੋਈ ਨਾ ਕੋਈ ਨਰਵਾਈਨ ਟੋਨਿਕ, ਚਾਹੇ ਉਹ ਮੱਕਰ ਰਸਾਇਣ ਹੈ ਸਾਡਾ ਆਪਣਾ ਬਣਾਇਆ ਹੋਇਆ, ਨਰਵਪ, ਐਡਵਾਂਸ ਨਰਵਪ, ਇਹ ਥੋੜ੍ਹੀਆਂ ਜਿਹੀਆਂ ਨਰਵ ਸਿਸਟਮ ਨੂੰ ਜਿੱਥੇ ਬਲਜਿੰਗ ਹੈ, ਜਿੱਥੇ ਸਟਾਪ ਹੋ ਰਹੀ ਹੈ, ਜਿੱਥੇ ਰੁਕ ਰਹੀ ਹੈ, ਇਹ ਉਹਦੇ ਕਰਕੇ ਉਹਨੂੰ ਇਹ ਠੀਕ ਕਰ ਦੇਗੀ। ਔਰ ਬਾਕੀ ਤੇਲ ਬਹੁਤ ਨੇਗੇ ਸਾਡਾ, ਤੁਸੀਂ ਦੇਖਿਓ ਪੇਨੋਕਿਲ ਤੇਲ ਜਿਹੜਾ ਚੰਡੀਗੜ੍ਹ ਰਿਵ ਸੈਂਟਰ ਦਾ ਬਹੁਤ ਹੀ ਇਫੈਕਟਿਵ ਹੈ, ਇੰਸਟੈਂਟ ਰਿਲੀਫ ਦਿੰਦਾ। ਜਦ ਤੁਸੀਂ ਰੋਲਰ ਲਗਾਓਗੇ ਵਿਦਿਨ 5 ਮਿੰਟ ਜਿਹੜਾ ਹੈ ਉਹ ਤੁਹਾਨੂੰ ਰਿਲੀਫ ਦੇਗਾ। ਸੋ ਇਹ ਚੀਜ਼ਾਂ ਤੁਸੀਂ ਘਰੇ ਬੈਠ ਕੇ, ਹੁਣ ਜਿਹੜਾ ਤੁਹਾਨੂੰ ਮੈਂ ਲੇਪ ਦੱਸਿਆ ਸੁੰਡ ਔਰ ਹਰੜ ਦਾ, ਇਹ ਤੁਸੀਂ 1 ਚਮਚ ਸਵੇਰੇ ਸ਼ਾਮ ਖਾ ਵੀ ਸਕਦੇ ਹੋ। ਇਹ ਥੋੜ੍ਹੀ ਤੁਸੀਂ ਕੁਛ ਮਾਤਰਾ 'ਚ ਕਾਲੀ ਮਿਰਚ ਮਿਲਾ ਲੈਣੀ ਹੈ, ਉਸ ਨੂੰ ਤੁਸੀਂ 1 ਚਮਚ, ਕਿਉਂਕਿ ਇਹ ਵਾਯੂ ਨਿਸਾਰਕ ਹੈ, ਐਂਟੀ ਇਨਫਲਾਮੇਟਰੀ ਹੈ। ਹਾਂ, ਜਿਹੜੇ ਸਾਡੇ ਕੋਲੇ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇਗੇ ਜਿਹੜੇ ਕਿ ਪੈਰਾਲਾਈਜ਼, ਜਿਹਨੂੰ ਅਸੀਂ ਹੈਮੀਪਲੀਜ਼ੀਆ ਕਹਿ ਦਿੰਦੇ ਹੈਗੇ, ਰੁਕ ਜਾਂਦਾ ਹੈ ਬਿਲਕੁਲ, ਇਹ ਸਰਕੂਲੇਸ਼ਨ ਰੁਕ ਜਾਂਦੀ ਹੈ, ਕੋਈ ਓਬਸਟਰਕਸ਼ਨ, ਕੋਈ ਬਲਜਿੰਗ ਹੋ ਜਾਂਦੀ ਹੈ, ਡਾਕਟਰ ਕਹਿੰਦੇ ਨੇ, ਡਾਕਟਰਾਂ ਦੇ ਆਪਰੇਸ਼ਨ ਵੀ ਫੇਲ ਹੋ ਜਾਂਦੇ ਨੇਗੇ, ਉਹਦੇ ਵਾਸਤੇ ਵੀ ਆਯੁਰਵੇਦ ਵਿੱਚ ਬਹੁਤ ਅੱਛੇ ਗੋਲਡ ਕੰਪਾਊਂਡ, ਸਿਲਵਰ ਕੰਪਾਊਂਡ, ਬਹੁਤ ਇਸ ਤਰ੍ਹਾਂ ਦੀਆਂ ਔਸ਼ਧੀਆਂ, ਰਸ ਔਸ਼ਧੀਆਂ ਹੈਗੀਆਂ ਜਿਹਦੇ ਨਾਲ ਕਿ ਲੋਕਾਂ ਨੂੰ ਚਮਤਕਾਰੀ ਜਿਹੜਾ ਹੈ ਉਹ ਲਾਭ ਮਿਲਦਾ ਹੈਗਾ। ਬਾਕੀ ਸ਼ੇਖਰ ਜੀ, ਮੈਂ ਪੰਚਕਰਮ ਬਾਰੇ ਦੱਸ ਰਿਹਾ ਸੀ, ਕਟੀ ਬਸਤੀ ਇੱਕ ਉਹਦਾ ਕਰਮ ਹੈ। ਕਟੀ ਬਸਤੀ, ਕਟੀ ਕਹਿੰਦੇ ਸੀ ਕਮਰ ਨੂੰ, ਉਹ ਇੰਨਾ ਅੱਛਾ ਔਰ ਇਫੈਕਟਿਵ ਹੈਗਾ ਕਿ ਜਿਹੜੀ ਡਰਾਈਨੈਸ ਇੰਟਰਨਲ ਹੋ ਚੁੱਕੀ ਹੁੰਦੀ ਹੈ, ਉਹ ਪਹਿਲਾਂ PPS ਮਤਲਬ ਕਿ ਪੱਤਰ ਪਿੰਡ ਸਵੇਦ ਦੇ ਨਾਲ ਰੋਮ ਖੁੱਲ੍ਹ ਜਾਂਦੇ ਨੇਗੇ ਸਕਿਨ ਦੇ। ਫਿਰ ਜਦੋਂ ਕਟੀ ਬਸਤੀ ਉੱਥੇ ਪਿੱਟ ਬਣਾ ਕੇ ਆਟੇ ਦਾ ਤੇਲ, ਬਹੁਤ ਸ਼ੁੱਧ ਤੇਲ ਅਸੀਂ ਜਿਹੜੇ ਸਿੱਧ ਔਰ ਸ਼ੁੱਧ ਤੇਲ ਬਣਾਏ ਹੋਏ ਨੇ, ਉਹਨਾਂ ਤੇਲਾਂ ਨਾਲ ਅਸੀਂ ਕਟੀ ਬਸਤੀ ਕਰ ਦਿਆਂਗੇ। ਉਹ ਤੁਸੀਂ ਇਹ ਸਮਝ ਲਓ ਬੜਾ ਚਮਤਕਾਰੀ ਜਿਹੜਾ ਹੈ ਜੀ ਉਹ ਇਲਾਜ ਮਿਲਦਾ ਲੋਕਾਂ ਨੂੰ, ਜਿਹੜੇ ਪਹਿਲਾਂ ਬੈਠ ਨਹੀਂ ਸਕਦੇ ਸੀਗੇ, ਬਾਥਰੂਮ ਨਹੀਂ ਜਾ ਸਕਦੇ ਸੀ, ਉਹ 4-5 ਦਿਨ 'ਚ ਟ੍ਰੀਟਮੈਂਟ ਤੋਂ ਬਾਅਦ ਜਿਹੜਾ ਉਹਨਾਂ ਦੀ ਐਕਟੀਵਿਟੀ ਸ਼ੁਰੂ ਹੋ ਜਾਂਦੀ ਰਹੀ। ਸੋ ਇਹ ਇਸ ਤਰ੍ਹਾਂ ਦੇ ਟ੍ਰੀਟਮੈਂਟ ਨੇ, ਇੱਕ ਤਾਂ ਉਹ ਤੁਹਾਨੂੰ ਕਰੋਨਿਕ ਪ੍ਰੋਬਲਮ ਨੂੰ ਠੀਕ ਕਰਨਗੇ, ਦੂਸਰਾ ਉਹਨਾਂ ਦਾ ਸਾਈਡ ਇਫੈਕਟ ਕੋਈ ਨਹੀਂ, ਔਰ ਤੀਸਰਾ ਜਦੋਂ ਮਰਜ਼ੀ ਛੱਡ ਦਿਓ, ਜਦੋਂ ਮਰਜ਼ੀ ਸ਼ੁਰੂ ਕਰ ਲਿਓ। ਅਕਸਰ ਅਸੀਂ ਇਹ ਤਿੰਨੇ ਚੀਜ਼ਾਂ ਬਾਕੀ ਪੈਥੀਆਂ ਨਹੀਂ ਦੇਖਦੇ, ਜਿਹੜੀ ਕੋਈ ਦਵਾਈ ਲਗਾਤੀ ਸਾਰੀ ਉਮਰ ਖਾਣੀ ਪਏਗੀ। 2 ਮਹੀਨੇ ਪੇਨ ਕਿਲਰ ਖਾਓਗੇ, ਫਿਰ ਤੁਸੀਂ ਪੈਂਟਾਸਿਡ ਜਾਂ ਕੋਈ ਤੁਹਾਨੂੰ ਐਂਟਾਸਿਡ ਖਾਣੇ ਪੈਣੇ, ਕਿਉਂਕਿ ਅਲਸਰ ਕਰ ਦੇਣਗੇ ਉਹ। ਇੱਕ ਚੀਜ਼ ਠੀਕ ਹੋਏਗੀ, ਦੂਜੀ ਚੀਜ਼ ਤੁਹਾਡੇ ਨਾਲ ਸ਼ੁਰੂ ਹੋ ਜਾਏਗੀ। ਆਯੁਰਵੇਦ ਵਿੱਚ ਇਸ ਤਰ੍ਹਾਂ ਨਹੀਂ ਹੈ। ਆਯੁਰਵੇਦ ਦਾ ਬਸ ਇਹ ਜ਼ਰੂਰ ਧਿਆਨ ਰੱਖਿਆ ਕਰੋ ਕਿ ਜਿਹੜਾ ਵੈਦ ਹੈ ਉਹ ਕੁਆਲੀਫਾਈਡ ਹੋਵੇ, ਉਹਨੂੰ ਸਮਝ ਹੋਵੇ, ਉਹਨੂੰ ਜਾਣਕਾਰੀ ਹੋਵੇ, ਉਹਨੂੰ ਅਨਾਟਮਿਕਲੀ, ਫਿਜ਼ੀਓਲੋਜੀਕਲੀ ਬਾਡੀ ਦੀ ਪਤਾ ਹੋਣੀ ਚਾਹੀਦੀ ਹੈ ਵੀ ਕਿੱਥੇ ਕੀ ਚੀਜ਼ ਕਿਹਦੇ ਨਾਲ ਕੀ ਹੋ ਸਕਦਾ ਹੈਗਾ। ਜੇ ਅਸੀਂ ਕਦੇ ਕੋਈ ਗੋਲਡ ਕੰਪਾਊਂਡ ਵੀ ਦਿੰਦੇ ਆਂਗੇ ਜਾਂ ਅਸੀਂ ਕੋਈ ਇਸ ਤਰ੍ਹਾਂ ਦੀ ਰਸ਼ ਔਸ਼ਧੀ ਵੀ ਦਿੰਦੇ ਹਾਂ, ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ। ਉਹਦੀ ਡੋਜ਼ ਕਿੰਨੀ ਹੈ, ਬੱਚੇ ਨੂੰ ਕਿੰਨੀ ਡੋਜ਼ ਹੈ, ਵੱਡੇ ਨੂੰ ਕਿੰਨੀ ਡੋਜ਼ ਹੈ, ਉਹਦੀ ਪ੍ਰਕਿਰਤੀ ਕੀ ਹੈ। ਦੇਖੋ ਸ਼ੇਖਰ ਜੀ, ਸਾਡਾ ਤਾਂ ਬਹੁਤ ਅੱਛਾ ਰੂਟੀਨ ਇਹ ਹੈ, ਮੈਂ, ਮੇਰਾ ਬੇਟਾ, ਮੇਰੀ ਬੇਟੀ, ਦੇਖੋ ਤਿੰਨੇ ਅਸੀਂ ਡਾਕਟਰ ਆਂਗੇ। ਅਸੀਂ DNA ਮੁਤਾਬਕ ਜਦ ਤੱਕ ਪੇਸ਼ੈਂਟ ਦਾ ਅਸੀਂ ਪ੍ਰਕਿਰਤੀ ਨਹੀਂ ਸਮਝਦੇ, ਉਹਦੇ ਬਿਨਾਂ ਅਸੀਂ ਇਲਾਜ ਸ਼ੁਰੂ ਨਹੀਂ ਕਰਦੇ। ਅਸੀਂ ਪੇਸ਼ੈਂਟ ਦੀ ਪ੍ਰਕਿਰਤੀ ਨੂੰ ਸਮਝ ਕੇ ਵੀ ਇਹਨੇ ਬਾਈ ਬਰਥ ਕਿਹੜੀ ਪ੍ਰਕਿਰਤੀ ਲੈ ਕੇ ਆਇਆ ਜੀ। ਹੁਣ ਇੱਕ ਪੇਸ਼ੈਂਟ ਵਿੱਚ ਮੰਨ ਲਓ ਪਿੱਤ 'ਚ ਪ੍ਰਕਿਰਤੀ ਜ਼ਿਆਦਾ ਹੈ, ਗਰਮੀ ਜ਼ਿਆਦਾ ਹੈ, ਉਹਨੂੰ ਅਸੀਂ ਗਰਮ ਦਵਾਈਆਂ ਦੇਵਾਂਗੇ ਤਾਂ ਉਹਦਾ ਰਿਵਰਸ ਇਫੈਕਟ ਹੋਣਾ ਸ਼ੁਰੂ ਹੋ ਜਾਏਗਾ। ਅਸੀਂ ਪਿੱਤ ਦਾ ਸ਼ਮਨ ਕਰਨਾ ਹੈਗਾ ਤਾਂ ਸਾਨੂੰ ਉਹ ਬਹੁਤ ਸੋਚ ਸਮਝ ਕੇ ਇਸ ਤਰ੍ਹਾਂ ਦੀਆਂ ਪਿਸ਼ਟੀਆਂ, ਮੁਕਤਾ ਪਿਸ਼ਟੀ, ਪ੍ਰਵਾਲ ਪਿਸ਼ਟੀ, ਜਿਹਦੇ ਨਾਲ ਕਿ ਪਿੱਤ ਦਾ ਵੀ ਸ਼ਮਨ ਹੋਵੇ ਤੇ ਬਾਕੀ ਕੋਈ ਚੀਜ਼ ਐਗਰੀਵੇਟ ਨਾ ਹੋਵੇ। ਹੁਣ ਕਮਰ ਦਾ ਇਸ ਤਰ੍ਹਾਂ ਵੀ ਹੈ ਕਿ ਮਤਲਬ ਲਾਈਕ ਬਿਨਾ, ਉਹੀ ਗੱਲ ਹੈ ਜਿਵੇਂ ਤੁਸੀਂ ਕਿਹਾ ਕਿ ਵੈਦ ਚੰਗਾ ਹੋਵੇ ਤੇ ਵੈਦ ਦੇ ਨਾਲ ਸਲਾਹ ਕਰਕੇ ਸਭ ਕੁਝ ਕੀਤਾ ਜਾਵੇ, ਤੇ ਜੇਕਰ ਇਦਾਂ ਦਵਾਈ ਕੋਈ ਆਪਣੀ ਸਮਝ ਨਾਲ ਕੋਈ ਲੈ ਲੈਂਦਾ ਤਾਂ ਉਹਦਾ ਫਿਰ ਇਹੀ ਨੁਕਸਾਨ ਵੀ ਹੋ ਸਕਦਾ। ਜੇ ਪ੍ਰਕਿਰਤੀ ਅਕਸਰ ਜੀ ਇਹੀ ਤਾਂ ਬਦਨਾਮ ਹੁੰਦੀ ਹੈ। ਜਿਹੜੇ ਆਯੁਰਵੇਦ ਡਾਕਟਰ ਕਿਉਂ ਬਦਨਾਮ ਹੁੰਦੇ ਨੇ ਜੀ, ਦੇਖੋ ਵੈਸੇ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ।
ਪ੍ਰਚਾਰ 'ਚ ਵੀ ਪ੍ਰਸਾਰ 'ਚ ਵੀ। ਜੀ ਪ੍ਰਚਾਰ ਜਿਹੜਾ ਬਹੁਤ ਐਂਟੀ ਹੁੰਦਾ ਸੀ ਆਯੁਰਵੇਦ ਦੇ, ਉਹ 'ਚ ਵੀ ਬਹੁਤ ਫਰਕ ਪੈ ਗਿਆ, ਲੇਕਿਨ ਪ੍ਰਸਾਰ ਵਿੱਚ ਵੀ ਬਹੁਤ ਅੱਛਾ ਫਰਕ ਪੈ ਗਿਆ, ਪੋਜ਼ਿਟਿਵ ਫਰਕ ਪੈ ਗਿਆ। ਪ੍ਰੋਬਲਮ ਕੀ ਹੈ ਜੀ ਕਿ ਅੱਜ ਹਰੇਕ ਜਗ੍ਹਾ ਤਾਂ ਜੀ ਇਸ ਤਰ੍ਹਾਂ ਦੇ ਵੈਦ ਬਣੇ ਬੈਠੇ ਨੇਗੇ ਜਿਹਨਾਂ ਨੂੰ ਪਤਾ ਕੁਛ ਨਹੀਂ ਹੈ, ਦੋ ਚੀਜ਼ਾਂ ਉੱਧਰੋਂ ਸਿੱਖੀਆਂ, ਦੋ ਚੀਜ਼ਾਂ ਉੱਧਰ। ਮੈਂ ਤੁਹਾਨੂੰ ਇਹੋ ਜਿਹੇ ਵੀ ਲੋਕ ਦਿਖਾ ਦਾਂਗਾ ਸ਼ੇਖਰ ਜੀ, ਜਿਹੜੇ ਆਪ ਕੁਛ ਵੀ ਨਹੀਂ ਹੈਗੇ, ਉਹਨਾਂ ਨੇ ਡਾਕਟਰ ਰੱਖ ਕੇ ਉਹਦਾ ਪ੍ਰੋਫੈਸ਼ਨ ਚਲਾਇਆ ਹੋਇਆ। ਉਹਦੇ ਨਾਲ ਕੀ ਹੈਗਾ ਕਿ ਸਾਡਾ ਜਿਹੜਾ ਸਹੀ ਵੈਦ ਨੇ ਉਹ ਬਦਨਾਮ ਹੋ ਰਹੇ ਨੇਗੇ ਜੀ। ਤਾਂ ਨੈਚੁਰਲ ਹੈ, ਹਰੇਕ ਚੀਜ਼ ਦਾ ਫਰਕ ਤਾਂ ਪੈਂਦਾ ਹੀ ਹੈਗਾ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ, ਜਿੰਨੇ ਵੀ ਔਸ਼ਧੀਆਂ ਜਿਹੜਾ ਵੈਦ ਆਪਣੇ ਨਾਲ ਦਰਸ਼ਕ ਨੇ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ ਜੀ। ਆਪਣਾ ਨਾਮ ਦੱਸ ਦਿਓ ਜੀ ਆਪਣਾ, ਤੇ ਉਮਰ ਦੱਸ ਦਿਓ, ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ? ਮੇਰਾ ਨਾਮ ਜੋ ਹੈ ਜਸਵਿੰਦਰ ਸਿੰਘ ਹੈ ਜੀ, ਮੈਂ ਖੰਬਰੇ ਚ ਰਹਿਣਾ ਜੀ ਜੀ ਜੀ। ਜਸਵਿੰਦਰ ਜੀ, ਮੈਨੂੰ ਏਜ ਕਿੰਨੀ ਹੈ ਗਲੇ 'ਚ ਤੁਹਾਡੀ? ਰੇਸ਼ੇ ਦੀ ਸ਼ਿਕਾਇਤ ਬਹੁਤ ਜ਼ਿਆਦਾ ਰਹਿੰਦੀ ਹੈ। ਗਲੇ 'ਚ ਬਣਾ ਜੇ ਮਰਾ ਜਾਂ ਮਤਲਬ ਠੰਡ ਜੀ ਹੋਵੇ ਤਾਂ ਗਲੇ 'ਚ ਰੇਸ਼ਾ ਮਤਲਬ ਬਹੁਤ ਜ਼ਿਆਦਾ ਆਉਂਦਾ। ਠੀਕ ਹੈ ਜੀ। ਗਲ 'ਚ ਰੇਸ਼ਾ ਕਾਫੀ ਰਹਿੰਦਾ ਜਿਹੜੀ। ਠੀਕ ਹੈ। ਉਮਰ ਕਿੰਨੀ ਹੈ ਜੀ ਤੁਹਾਡੀ? ਮੇਰੇ ਕੰਨ 'ਚ ਇੱਕ ਕੰਨ ਵੀ ਬੰਦ ਹੋਇਆ ਪਿਆ ਹਫ਼ਤੇ ਦਾ। ਅੱਛਾ ਜੀ। ਤੇ ਉਮਰ ਕਿੰਨੀ ਹੈ ਜੀ ਤੁਹਾਡੀ? ਠੀਕ ਹੈ ਜੀ। ਉਮਰ ਕਿੰਨੀ ਹੈ ਜੀ? ਏਜ ਕਿੰਨੀ ਹੈ ਜੀ ਤੁਹਾਡੀ? ਹੈਲੋ ਹੈਲੋ। ਟੀਵੀ ਦੇ ਉੱਤੇ ਨਾ ਜੀ ਸੁਣੋ, ਤੁਸੀਂ ਫੋਨ ਦੇ ਉੱਤੇ ਗੱਲ ਕਰੋ ਸਾਡੇ ਨਾਲ। ਹੈਲੋ। ਨਹੀਂ, ਉਹਨਾਂ ਨੇ ਟੀਵੀ ਸੁਣਨਾ ਸ਼ੁਰੂ ਕਰਤਾ। ਅਗਲੇ ਦਰਸ਼ਕ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਮੈਂ ਡਾਕਟਰ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਮੈਮ। ਆਪਣਾ ਨਾਮ ਦੱਸ ਦਿਓ ਪਲੀਜ਼, ਤੇ ਆਪਣੀ ਉਮਰ ਦੱਸ ਦਿਓ ਥੈਂਕ ਜੀ। ਯੂ ਬੇਟਾ। ਮੇਰਾ ਨਾਮ ਬੇਟੇ ਸੁਦਰਸ਼ਨ ਹੈ ਤੇ ਮੈਂ ਮਿਸਾਗਾ ਤੋਂ ਬੋਲਦੀ ਹਾਂ। ਠੀਕ ਹੈ ਜੀ। ਏਜ ਮੇਰੀ 74 ਹੈ। ਠੀਕ ਹੈ ਜੀ। ਮੈਂ ਆਪਣੇ ਬਾਰੇ ਮੈਂ ਇਹ ਪੁੱਛਣਾ ਸੀਗਾ ਕਿ ਮੇਰੇ ਜੋੜਾਂ 'ਚ ਨਾ ਦਰਦ ਹੈਗੀ ਕਾਫੀ। ਠੀਕ ਹੈ ਜੀ। ਡਾਕਟਰ ਸਾਹਿਬ ਨੇ ਪਿਛਲੀ ਵਾਰੀ ਵੀ ਦੱਸਿਆ ਸੀ ਵੀ ਤੁਸੀਂ ਕਫ ਤੇ ਜੋ ਵੀ ਤਿੰਨੇ ਦੱਸਦੇ ਹੁੰਦੇ ਨੇ, ਉਹਦੇ ਲਈ ਵੀ ਤੁਸੀਂ ਤ੍ਰਿਫਲਾ ਦਾ ਇਸਤੇਮਾਲ ਕਰੋ। ਤ੍ਰਿਫਲਾ ਮੈਂ ਕੀਤਾ ਵੀ ਹੈ, ਫਾਇਦਾ ਵੀ ਲੱਗਿਆ, ਪਰ ਮੇਰੇ ਉਹਦੇ ਨਾਲ ਥੋੜੀ ਮੈਨੂੰ ਐਂ ਲੱਗਿਆ ਵੀ ਉਂਗਲਾਂ 'ਚ ਸਵੈਲਿੰਗ ਜ਼ਿਆਦਾ ਹੋ ਗਈ ਹੈ। ਅੱਛਾ। ਤੇ ਗੁੱਟ ਦੇ ਵਿੱਚ ਵੀ। ਤੇ ਇਹਦੇ ਲਈ ਥੋੜਾ ਹੋਰ ਦੱਸ ਦੇਣ ਵੀ ਕਿਸ ਤਰ੍ਹਾਂ ਮਤਲਬ ਇਹ ਵਾਯੂ ਨੂੰ ਕੰਟਰੋਲ ਕਰਨ ਦਾ ਕੋਈ ਹੋਰ ਹੱਲ ਵੀ ਹੈ, ਜਾਂ ਇਹਨੂੰ ਕਿਹੜੇ ਟਾਈਮ ਕਿਸ ਤਰ੍ਹਾਂ ਲਵਾਂ ਤਾਂ ਕਿ ਮੈਨੂੰ ਇਹਦੇ ਖੱਟੇਪਨ ਤੋਂ ਸਵੈਲਿੰਗ ਨਾ ਹੋਵੇ। ਜੀ ਜੀ। ਦੂਸਰਾ, ਮੈਂ ਇੱਕ ਬਹੁਤ ਦਿਲੋਂ ਸ਼ੁਕਰਗੁਜ਼ਾਰ ਹਾਂ, ਥੈਂਕ ਯੂ ਕਰਦੀ ਹਾਂ ਡਾਕਟਰ ਸਾਹਿਬ ਦਾ। ਇਹਨਾਂ ਨੇ, ਮੈਂ ਆਪਣੇ ਗ੍ਰੈਂਡਸਨ ਲਈ ਇਹ ਪੁੱਛਿਆ ਸੀਗਾ ਵੀ ਅੱਖਾਂ ਨਾ ਬਲਿੰਕ ਬਹੁਤ ਜ਼ਿਆਦਾ ਕਰਦਾ ਜਦੋਂ ਕੰਪਿਊਟਰ ਤੇ ਬੈਠਦਾ, ਤੇ ਇਹਨਾਂ ਨੇ ਤ੍ਰਿਫਲਾ ਗ੍ਰਿਥ ਦੱਸਿਆ ਸੀ ਔਰ ਗੁਲਾਬ ਜਲ ਦਾ ਛਿੱਟੇ ਦੱਸੇ ਸੀ, ਪੌਣਾ ਵੀ ਦੱਸਿਆ ਸੀ, ਤੇ 2-3 ਮਹੀਨੇ ਅਪਲਾਈ ਕੀਤਾ ਤੇ ਬਹੁਤ ਵਧੀਆ ਰਿਜ਼ਲਟ ਹੈ। ਹੁਣ ਉਹ ਬਿਲਕੁਲ ਨਹੀਂ ਕਰਦਾ। ਸ਼ੁਕਰੀਆ ਜੀ। ਸ਼ੁਕਰੀਆ ਮੈਮ। ਬਹੁਤ 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 ਮਿਹਰਬਾਨੀ ਡਾਕਟਰ ਸਾਹਿਬ। ਸ਼ੁਕਰੀਆ ਜੀ। ਸ਼ੁਕਰੀਆ ਮੈਡਮ। ਸ਼ੁਕਰੀਆ ਜੀ। ਜੀ। ਤੇ ਬਾਕੀ ਇਹਦੇ ਬਾਰੇ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ, ਬੜੀ ਮਿਹਰਬਾਨੀ। ਕੋਈ ਸਵਾਲ ਤੁਹਾਨੂੰ ਬਸ ਠੀਕ ਹੈ ਜੀ, ਮੈਂ ਦੱਸਾਂਗਾ। ਠੀਕ ਹੈ ਮੈਮ, ਤੁਸੀਂ ਪ੍ਰੋਗਰਾਮ ਦੇਖੋ, ਤੁਹਾਡਾ ਨਾਮ ਲੈ ਕੇ ਵੈਦ ਸਾਹਿਬ ਦੱਸਣਗੇ ਜੀ ਇਸ ਦੇ ਬਾਰੇ, ਤੇ ਪਲੀਜ਼ ਪੇਪਰ ਤੇ ਪੈਨ ਲੈ ਲੈਣਾ ਜੀ, ਨੋਟ ਕਰ ਲਿਓ ਜੋ ਦੱਸਿਆ ਜਾਏਗਾ ਮੈਮ। ਜੀ 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 ਜੀ। ਥੈਂਕ ਯੂ ਮੈਮ। ਓਕੇ ਜੀ। ਅਗਲੇ ਦਰਸ਼ਕ ਨੇ ਜੀ। ਹਾਂਜੀ। ਹੈਲੋ ਹੈਲੋ ਹੈਲੋ। ਹੈਲੋ। ਹਾਂਜੀ ਜਸਵਿੰਦਰ ਜੀ, ਤੁਸੀਂ ਪਹਿਲਾਂ ਵੀ ਕਾਲ ਕਰਕੇ ਤੇ ਟੀਵੀ ਸੁਣਨ ਲੱਗ ਗਏ, ਤੇ ਹੁਣ ਵੀ ਅਸੀਂ ਹੈਲੋ ਹੈਲੋ ਕਰੀ ਜਾਂਦੇ ਜੀ। ਮੇਰੀ ਉਮਰ ਪੁੱਛਿਆ ਸੀਗਾ ਜੀ, 70 ਸਾਲ ਆ ਮੇਰੀ। 70 ਸਾਲ। ਸੋ ਪਲੀਜ਼ ਆਪਣਾ ਹੁਣ ਟੀਵੀ ਤੇ ਨਾ ਸੁਣਿਓ ਜੀ, ਫੋਨ ਦੇ ਉੱਤੇ ਗੱਲ ਕਰਿਓ ਆਪਣੀ ਠੀਕ ਹੈ ਜੀ। ਮੈਂ ਹਾਂਜੀ। ਬੰਦ ਕਰਤਾ ਜੀ, ਮੈਂ ਫੋਨ ਤੇ ਜੀ। ਤੇ ਵੈਦ ਸਾਹਿਬ ਕੋਈ ਸਵਾਲ? ਨਾ ਬਸ ਠੀਕ ਹੈ ਜੀ। ਇਹਨਾਂ ਨੇ ਜਿਹੜੀ ਪ੍ਰੋਬਲਮ ਮੈਂ ਸਮਝ ਗਿਆ ਜੀ, ਨੋਟ ਕਰ ਲਈ ਸੀ। ਮੈਂ ਕਰ ਲਿਆ ਜੀ। ਠੀਕ ਹੈ ਜਸਵਿੰਦਰ ਜੀ, ਤੁਹਾਡਾ ਨਾਮ ਲੈ ਕੇ ਨਾ ਤੁਹਾਡੇ ਬਾਰੇ ਦੱਸਣਗੇ ਵੈਦ ਸਾਹਿਬ, ਤੇ ਤੁਸੀਂ ਉਦੋਂ ਨੋਟ ਕਰ ਲੈਣਾ ਜੀ ਕਿ ਤੁਹਾਨੂੰ ਕੀ ਇਲਾਜ ਦੱਸਿਆ ਗਿਆ। ਮਿਹਰਬਾਨੀ ਜੀ। ਠੀਕ ਹੈ ਜੀ। ਜੀ। ਹਾਂਜੀ। ਸੋ ਮੈਂ ਇਹ ਦੱਸ ਰਿਹਾ ਸੀਗਾ ਜੀ ਕਿ ਜਿਹੜਾ ਵੈਦ ਆਪਣੀ ਦਵਾਈ ਆਪ ਨਹੀਂ ਤਿਆਰ ਕਰਦਾ, ਚਾਹੇ ਉਹ ਸ਼ਾਸਤਰੋਕਤ ਨੁਸਖੇ ਨੇ, ਚਾਹੇ ਉਹਦਾ ਕੋਈ ਆਪਦਾ ਐਕਸਪੀਰੀਅੰਸ ਹੈਗਾ, ਤਾਂ ਉਹ ਵੈਦ ਮੈਂ ਨਹੀਂ ਕਹਿੰਦਾ ਕਿ ਉਹ ਕਾਮਯਾਬ ਹੋਏਗਾ। ਕਿਉਂਕਿ ਜਦ ਤੱਕ ਤੁਸੀਂ ਰਾਹ ਮਟੀਰੀਅਲ ਤੇ ਕੁਆਲਿਟੀ ਤੇ ਨਹੀਂ ਦੇਖੋਗੇ ਜੀ। ਮੈਂ ਹੁਣ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਪ੍ਰਵਾਲ ਪਿਸ਼ਟੀ, ਮੁਕਤਾ ਪਿਸ਼ਟੀ, ਕਿੰਨੀਆਂ ਤਰ੍ਹਾਂ ਦੀਆਂ ਨੇਗੀਆਂ। ਇੱਕ ਚੀਜ਼ 2 ਰੁਪਏ ਦੀ ਵੀ ਹੈ, ਇੱਕ ਚੀਜ਼ 15 ਰੁਪਏ ਦੀ ਹੈ ਜੀ। 15 ਰੁਪਏ ਵਾਲੀ ਜਿਹੜੀ ਹੈ ਉਹਦਾ ਕੀ ਇਫੈਕਟ ਹੋਏਗਾ, 2 ਰੁਪਏ ਵਾਲੀ ਦਾ ਕੀ ਇਫੈਕਟ ਹੋਏਗਾ। ਸੋ ਮੇਰੀ ਇਹ ਵੀ ਸਾਰਿਆਂ ਨੂੰ ਅਪੀਲ ਹੈ, ਖਾਸ ਤੌਰ ਤੇ ਵੈਦ ਭਰਾਵਾਂ ਨੂੰ, ਵੀ ਆਪਣੀ ਦਵਾਈ ਦਾ ਆਪ ਤਿਆਰ ਕਰੋ, ਜਾਂ ਅੱਛੀਆਂ ਜਿਹੜੀਆਂ ਗੁਣਵੱਤਾ ਸਟੈਂਡਰਡ ਦੀਆਂ ਫਾਰਮੇਸੀਆਂ ਨੇ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੀ ਦਵਾਈ ਇਸਤੇਮਾਲ ਕਰੋ ਜੀ। ਸਾਡੇ ਨਾਲ ਅਗਲੇ ਦਰਸ਼ਕ ਨੇ ਜੀ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਹਾਂਜੀ ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ। ਆਪਣਾ ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਜੀ ਇੱਕ ਤਾਂ ਜੀ ਪ੍ਰਸ਼ਾਦਾ ਛਕਦੇ ਦਾ ਜੀ ਨੱਕ ਚੋਂ ਪਾਣੀ ਆਉਣ ਲੱਗ ਜਾਂਦਾ, ਠੀਕ ਹੈ ਜੀ। ਤੇ ਦੂਜੀ ਗੱਲ ਜੀ ਮੇਰਾ ਕੰਨ, ਮੈਂ ਤੇਲ ਪਾ ਕੇ ਥੋੜਾ ਡੱਕਾ ਕੰਨ 'ਚ ਫੇਰ ਲਿਆ ਤੇ ਉਹਦਾ ਮੇਰਾ ਕੰਨ ਇੱਕ ਬੰਦ ਹੋਇਆ ਪਿਆ। ਮੈਂ ਡਾਕਟਰ ਤੋਂ ਦਵਾਈ ਵੀ ਲਿਆਂਦੀ ਆ ਤੇ ਹੁਣ ਮੈਨੂੰ ਐਂਟੀਬਾਇਓਟਿਕ ਦੇਤੀ ਤੇ ਇੱਕ ਉਹਨੇ ਮੈਨੂੰ ਨੱਕ 'ਚ ਸਪਰੇਅ ਮਾਰਨ ਨੂੰ ਦੇਤੀ। ਠੀਕ ਹੈ ਜੀ। ਕੋਈ ਤੁਸੀਂ ਆਪਣਾ ਮੈਨੂੰ ਦੱਸ ਸਕਦੇ ਹੋ ਜੇ ਕੋਈ? ਪਹਿਲਾਂ ਆਪਣਾ ਨਾਮ ਦੱਸੋ, ਆਪਣੀ ਉਮਰ ਦੱਸੋ ਤੇ ਕਿੱਥੋਂ ਬੋਲ ਰਹੇ ਹੋ? ਮੈਂ ਬਰੈਂਪਟਨ ਤੋਂ ਬੋਲਦਾ ਜੀ। ਮੇਰਾ ਨਾਮ ਕੁਲਵੰਤ ਸਿੰਘ ਹੈ ਜੀ, 74 ਸਾਲ ਦੀ ਉਮਰ ਹੈ ਜੀ ਮੇਰੀ। ਠੀਕ ਹੈ ਜੀ, ਕੁਲਵੰਤ ਸਿੰਘ ਜੀ ਬੋਲਦੇ ਹੋ ਨਾ? ਹਾਂਜੀ ਠੀਕ ਹੈ ਜੀ ਕੁਲਵੰਤ ਸਿੰਘ ਜੀ, ਤੁਹਾਨੂੰ ਦੱਸਾਂਗੇ। ਟੀਵੀ ਤੁਸੀਂ ਦੇਖਦੇ ਰਹੋ। ਪ੍ਰੋਗਰਾਮ ਦੇਖੋ ਜੀ, ਤੁਹਾਨੂੰ ਹੁਣੇ ਪ੍ਰੋਗਰਾਮ 'ਚ ਜਵਾਬ ਦੇਣਗੇ ਵੈਦ ਸਾਹਿਬ ਜੀ, ਤੁਹਾਡਾ ਨਾਮ ਲੈ ਕੇ। ਮਿਹਰਬਾਨੀ ਜੀ। ਜੀ ਅਗਲੇ ਦਰਸ਼ਕ ਆਣਗੇ, ਹਾਂਜੀ ਹਾਂਜੀ ਨਾਲ ਜਵਾਬ ਦਿੰਨੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਦੋ ਜਿਹੜੇ ਸਪੈਸੀਫਿਕ ਕਾਰਨ ਜਿਹੜੇ ਆ ਜਾਂਦੇ ਨੇ ਕਮਰ ਦਰਦ ਦੇ। ਇੱਕ ਤਾਂ ਜੀ ਜਿਹੜਾ ਲੇਡੀਜ਼ ਨੂੰ ਪ੍ਰੋਬਲਮ ਆਫਟਰ ਪ੍ਰੈਗਨੈਂਸੀ ਜਿਹੜੀ ਹੈ ਕਮਰ ਦਰਦ ਦੀ ਸ਼ਿਕਾਇਤ ਆ ਜਾਂਦੀ ਹੈ, ਔਰ ਇਹ ਤੇ ਮੇਜਰਲੀ ਹਰ ਕਿਸੇ ਨੂੰ ਰਹਿੰਦੀ ਹੈ। ਸੋ ਉਹਨਾਂ ਨੂੰ ਕਿਵੇਂ ਕੀ ਕਰਨਾ ਚਾਹੀਦਾ, ਔਰ ਆਯੁਰਵੇਦ ਕੀ ਉਹਨਾਂ ਲਈ ਸੁਜੈਸਟ ਕਰਦਾ? ਹੁਣ ਸੀ ਸੈਕਸ਼ਨ ਵੀ ਜ਼ਿਆਦਾ ਹੋਣ ਲੱਗੇ ਨੇ, ਯਾਨੀ ਕਿ ਸਿਜ਼ੇਰੀਅਨ ਜ਼ਿਆਦਾ ਹੋਣ ਲੱਗੇ, ਉਹਦੇ ਕਰਕੇ ਇੱਕ ਇੰਜੈਕਸ਼ਨ ਲੱਗਦਾ ਜਿਹਦੇ ਕਰਕੇ ਮੇਜਰਲੀ ਹੁਣ ਇਹ ਵੀ ਇੱਕ ਰੀਜ਼ਨ ਬਣ ਜਾਂਦਾ ਹੈ ਕਿ ਉਹਨਾਂ ਨੂੰ ਕਮਰ ਦੀ ਪ੍ਰੋਬਲਮ ਹੋ ਜਾਂਦੀ ਹੈ, ਦਰਦ ਹੋ ਜਾਂਦਾ। ਦੂਜੀ ਗੱਲ ਇਹ ਵੀ ਫੀਮੇਲਸ ਦੇ ਵਿੱਚ ਕਿਹਾ ਜਾਂਦਾ ਕਿ ਕੁਝ ਹੀਲਸ ਨੂੰ ਪਾਉਂਦੀਆਂ ਨੇ, ਜਾਂ ਫਿਰ ਇੱਕ ਬਾਡੀ ਪੋਸਚਰ ਜਿਹੜਾ ਸਾਡਾ ਸਟਰਕਚਰ ਸ਼ੇਪ ਹੁੰਦਾ ਉਹ ਕੁਝ ਇਸ ਤਰੀਕੇ ਦਾ ਹੁੰਦਾ ਹੈ ਕਿ ਬਾਡੀ weight ਵੀ ਜਿਹੜਾ ਕਈ ਵਾਰ ਵਧਣਾ ਇੱਕ ਰੀਜ਼ਨ ਬਣ ਜਾਂਦਾ। ਸੋ ਇਹ ਕੁਝ ਮੁੱਖ ਕਾਰਨ ਨੇ ਫੀਮੇਲਸ ਦੇ ਲਈ, ਤੇ ਭਰਾਵਾਂ ਦੇ ਵੀ ਮੈਂ ਇੱਕ ਦੋ ਦੱਸਾਂਗਾ। ਪਹਿਲਾਂ ਅਸੀਂ ਚਾਹੁੰਦੇ ਕਿ ਇਹਨਾਂ ਦੇ ਤੁਸੀਂ ਜਵਾਬ ਦੇਖੋ। ਜਿਹੜਾ ਤੁਸੀਂ ਪਹਿਲਾ ਕੁਐਸਚਨ ਕਿਹਾ ਹੈਗਾ ਵੀ ਜਿਹੜਿਆਂ ਨੂੰ ਡਿਲੀਵਰੀ ਦੇ ਟਾਈਮ ਤੇ ਜੀ ਲੇਡੀ ਨੂੰ ਜ਼ਿਆਦਾ ਕਮਰ ਦਰਦ ਹੋ ਜਾਂਦਾ, ਉਹ ਅਕਸਰ ਤਾਂ ਹੁੰਦਾ ਜੀ ਕਿ ਵਾਈਟ ਡਿਸਚਾਰਜ ਲੇਡੀ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਸਵੇਤ ਪ੍ਰਦਰ ਕਹਿੰਦੇ ਆਯੁਰਵੇਦ ਦੇ ਵਿੱਚ। ਜੀ ਕੈਲਸ਼ੀਅਮ ਦੀ ਜਿਹੜੀ ਹੈ ਉਹ ਜ਼ਿਆਦਾ ਬਣ ਕੇ ਕੈਲਸ਼ੀਅਮ ਦਾ ਲਾਸ ਹੋਣਾ ਸ਼ੁਰੂ ਹੋ ਜਾਂਦਾ। ਔਰ ਮੈਂ ਬਿਲਕੁਲ ਨਹੀਂ ਕਹਾਂ ਕਿ ਉਸ ਵੇਲੇ ਲੇਡੀਜ਼ ਕੋਈ ਇਹਦੇ ਵਾਸਤੇ ਮੈਡੀਸਨ ਲੈਣ ਇੰਟਰਨਲੀ, ਖਾਸ ਤੌਰ ਤੇ ਉਹਦੇ ਲਈ ਬੈਸਟ ਜਿਹੜਾ ਮੈਂ ਲੇਪ ਦੱਸਿਆ ਹੈਗਾ ਸੌਂਠ ਔਰ ਹਰੜ ਦਾ, ਥੋੜੀ ਕਾਲੀ ਮਿਰਚ ਪਾ ਕੇ ਜੀ ਜੇ ਉਹ, ਕਿਉਂਕਿ ਦੇਖੋ ਉਸ ਵੇਲੇ ਲੇਡੀ ਡਾਕਟਰ ਨੇ ਉਹਨਾਂ ਨੂੰ ਵਿਟਾਮਿਨ ਸੀ, ਕੈਲਸ਼ੀਅਮ ਦੀਆਂ ਦਵਾਈਆਂ ਜ਼ਰੂਰ ਦਿੱਤੀਆਂ ਹੋਣਗੀਆਂ, ਉਹਦੇ ਨਾਲ ਉਹ ਕਵਰ ਅਪ ਹੋ ਜਾਏਗਾ। ਪਰ ਜਿਹੜਾ ਐਕਸਟਰਨਲ ਹੈਗਾ ਉਹ ਜਿਵੇਂ ਸਾਡਾ ਪੇਨੋਕਲ ਤੇਲ ਹੈਗਾ, ਰੋਲਰ ਹੈਗਾ, ਅਰਥੋ ਕੇਅਰ ਸਾਡਾ ਤੇਲ ਹੈਗਾ, ਜਾਂ ਜਿਹੜਾ ਸਾਡਾ ਮੈਂ ਲੇਪ ਦੱਸ ਰਿਹਾ, ਇਹਦੇ ਨਾਲ ਉਹ ਠੀਕ ਕਰ ਸਕਦੇ ਨੇ। ਦੂਸਰੀ ਗੱਲ ਤੁਸੀਂ ਕਹੇਗਾ ਵੀ ਲੇਡੀ ਨੂੰ ਜਿਹੜੀਆਂ ਅੱਡੀ ਵਗੈਰਾ, ਦੇਖੋ ਇਹ ਉਹਨਾਂ ਦੇ ਆਪਦੇ ਤੇ ਡਿਪੈਂਡ ਕਰਦਾ ਹੈ। ਜਿਹੜੀ ਚੀਜ਼ ਵੀ ਮੈਂ ਕਹਾਂਗਾ ਤੁਹਾਨੂੰ ਨਹੀਂ ਸੂਟ ਕਰਦੀ, ਕਈਆਂ ਦਾ ਮੈਂ ਦੇਖਿਆ ਹੈਗਾ ਸ਼ੇਖਰ ਜੀ, ਇਸ ਤਰ੍ਹਾਂ ਦਾ ਪ੍ਰੋਫੈਸ਼ਨ ਹੁੰਦਾ ਕਿ ਸਵੇਰ ਤੋਂ ਸ਼ਾਮ ਤੱਕ ਉਹ ਬੰਦ ਗਲੇ ਦਾ ਕੋਟ ਜਾਂ ਬੰਦ ਗਲੇ ਦਾ ਜੈਕਟ ਜਾਂ ਕੋਈ ਉਹਨਾਂ ਦੇ ਗਰਦਨ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ। ਬਿਲਕੁਲ। ਉਹ ਤੁਸੀਂ ਕਿਵੇਂ ਆਪਦੇ ਆਪ ਨੂੰ ਮੈਨੇਜ ਕਰਨਾ ਹੈ, ਖਾਣਾ ਟਾਈਮ ਵੇਲੇ ਘੰਟਾ ਰਿਲੈਕਸ ਕਰਨਾ ਹੈ, ਜਾਂ ਕੋਈ ਹਲਕੀ ਫੁਲਕੀ ਐਕਸਰਸਾਈਜ਼ ਜਾਂ ਯੋਗ ਦਾ ਕੋਈ ਤੁਸੀਂ ਜਿਹੜਾ ਪੋਸਚਰ ਦੀ ਐਕਸਰਸਾਈਜ਼ ਸਿੱਖਣੀ ਹੈ, ਉਹ ਹਰੇਕ ਦੇ ਆਪਦੇ ਡਿਪੈਂਡ ਕਰਦਾ। ਪਰ ਜੇ ਅਸੀਂ ਥੋੜ੍ਹਾ ਜਿਹਾ ਵੀ ਧਿਆਨ ਦਈਏ ਤਾਂ ਇਹ ਜਿਹੜੀਆਂ ਅੱਡੀ ਸ਼ੂਜ਼ ਨੇ ਵਾਲੀ ਪ੍ਰੋਬਲਮ ਹੈ, ਜਾਂ ਕੋਈ ਡਰੈਸ ਇਹੀ ਜੀ ਹੈ, ਉਹਦੇ ਕਰਕੇ ਜਿੰਨਾ ਵੀ ਇਹ ਪੇਨ ਹੈ ਉਹ ਠੀਕ ਹੋ ਸਕਦਾ ਹੈਗਾ। ਜਿੰਨੀ ਤੁਸੀਂ ਇੱਕ ਤੀਸਰੀ ਹੋਰ ਗੱਲ ਕਹੀ ਸੀਗੀ, ਜਿਹੜਾ ਮੈਂ ਕਿਹਾ ਸੀ ਮੋਟਾਪਾ ਕਈਆਂ ਨੂੰ ਵਧਣ ਕਰਕੇ ਵੀ ਹੋ ਜਾਂਦਾ, ਯਾਨੀ ਕਿ ਕੁਛ ਇੱਕ ਸ਼ੇਪ ਸਾਡੇ ਸਟਰਕਚਰ ਦੀ ਸ਼ੇਪ ਦਾ ਵੀ ਫਰਕ ਹੁੰਦਾ ਹੈ ਮੇਲ ਤੇ ਫੀਮੇਲ ਦਾ। ਬਿਲਕੁਲ ਠੀਕ ਗੱਲ ਹੈ। ਹੁਣ ਜਿਹੜਾ ਜੀ 8 ਘੰਟੇ ਟੇਢਾ ਹੋ ਕੇ ਮੇਢਾ ਹੋ ਕੇ ਟੀਵੀ ਦੇਖੇਗਾ, ਲੈਪਟਾਪ 'ਤੇ ਕੰਮ ਕਰੇਗਾ, ਉਹਦੇ ਲਈ ਕੋਈ ਸੈਰ ਕਰਨ ਨੂੰ ਟਾਈਮ ਨਹੀਂ, ਖਾਣਾ ਖਾ ਕੇ ਥੋੜ੍ਹਾ ਜਿਹੜਾ ਵਿਧਾਨ ਹੈ ਰਿਲੈਕਸ ਕਰਨਾ ਚਾਹੀਦਾ ਹੈਗਾ, ਉਹਦੇ ਲਈ ਟਾਈਮ ਨਹੀਂ, ਬਲੋਟਿੰਗ ਹੋਏਗੀ, ਪੇਟ 'ਚ ਗੈਸ ਬਣੇਗੀ, ਤਾਂ ਉਹ ਨੈਚੁਰਲ ਲੈ ਕੇ ਉਹ ਪੇਨ ਵਧੇਗਾ। ਸੋ ਉਹਦੇ ਲਈ ਮੈਂ ਇਹੀ ਕਹਾਂਗਾ ਵੀ ਪਹਿਲੀ ਕੋਸ਼ਿਸ਼ ਜੋ ਕਾਰਨ ਹੈ ਉਹਨੂੰ ਠੀਕ ਕਰੋ। ਜੇ ਉਹ ਹੋ ਗਿਆਗਾ ਤਾਂ ਬਹੁਤ ਸਿੰਪਲ ਚੀਜ਼ਾਂ ਨਾਲ ਤੁਸੀਂ ਪੇਨੋਕਿਲ ਰੋਲਰ ਦੇ ਨਾਲ ਐਕਸਟਰਨਲੀ, ਜਾਂ ਨਾਲ ਨਰਵ ਅਪ, ਸਾਡੀਆਂ ਬਹੁਤ ਅੱਛੀਆਂ ਮੈਡੀਸਨ ਨੇਗੀਆਂ, ਐਡਵਾਂਸ ਨਰਵ ਅਪ, ਅਸੀਂ ਬਾਤਾ ਬੈਲੈਂਸ, ਦੇਖੋ ਅਸੀਂ ਨਾ ਦੋਸ਼ਾਂ ਮੁਤਾਬਕ ਜੀ ਦਵਾਈਆਂ ਤਿਆਰ ਕਰੀਆਂ ਨੇਗੀਆਂ ਆਪਦੇ ਐਕਸਪੀਰੀਅੰਸ ਨਾਲ, ਫਿਰ ਪਾਸ ਕਰਵਾਈਆਂ ਨੇ। ਬਾਤਾ ਬੈਲੈਂਸ, ਕਫਾ ਬੈਲੈਂਸ, ਅੰਦਰਲੀ ਇਨਫਲੇਮੇਸ਼ਨ ਜਿਹੜੀ ਕਫਾ ਬੈਲੈਂਸ ਉਹ ਠੀਕ ਕਰ ਦਿੰਦੀ ਹੈ। ਸੋ ਅਗਰ ਇਹ ਅਸੀਂ ਸਿੰਪਲ ਹਰਬਲ ਵਾਲੀਆਂ ਮੈਡੀਸਨ ਨੂੰ ਯੂਜ਼ ਕਰਾਂਗੇ ਤਾਂ ਉਹਦੇ ਨਾਲ ਅਸੀਂ ਜਲਦੀ ਠੀਕ ਹੋ ਸਕਦੇ ਹਾਂ ਜੀ। ਔਰ ਮੇਰੇ ਖਿਆਲ ਨਾਲ ਇਹੀ ਸਿਮਿਲਰਲੀ ਜਿਹੜਾ ਅਪਲਾਈ ਹੁੰਦਾ ਹੋਏਗਾ ਵੀਰਾਂ ਦੇ ਉੱਤੇ ਵੀ। ਔਰ ਸਾਡੇ ਭਰਾ ਜਿਹੜੇ ਬਾਹਰ ਬਹੁਤ ਜ਼ਿਆਦਾ ਡਰਾਈਵਿੰਗ ਦਾ ਕੰਮ ਜਿਹੜੇ ਕਰਦੇ ਨੇ,
ਟਰੱਕਿੰਗ ਇੰਡਸਟਰੀ 'ਚ ਬਹੁਤ ਜ਼ਿਆਦਾ ਐਕਟਿਵ ਨੇ, ਬਹੁਤ ਦਿਨਾਂ ਤੱਕ ਉਹਨਾਂ ਨੂੰ ਕਈ ਘੰਟਿਆਂ ਤੱਕ ਡਰਾਈਵਿੰਗ ਲਗਾਤਾਰ ਕਰਨੀ ਪੈਂਦੀ ਹੈ। ਬਹੁਤ ਮੇਜਰਲੀ ਉਹਨਾਂ ਨੂੰ ਪਿੱਠ ਦੀ ਬਹੁਤ ਪ੍ਰੋਬਲਮ ਗੱਲਾਂ ਮੇਰੀਆਂ ਮੰਨਦੇ ਨੇ ਜੀ, ਔਰ ਬਹੁਤ ਲੋਕ ਜੀ। ਮੇਰੇ ਤੋਂ ਦਵਾਈਆਂ ਮੰਗਵਾਉਂਦੇ ਨੇ ਜੀ। ਤੇ ਉਹ ਇੰਨਾ ਕੁ ਜਿਵੇਂ ਹੁਣ ਇਹਨਾਂ ਨੇ ਮੈਡਮ ਨੇ ਦੱਸਿਆ ਹੈਗਾ, ਹੁਣ ਸਾਡੇ ਲਈ ਤਾਂ ਇਹੀ ਟੌਨਿਕ ਹੈ। ਹੁਣ ਇੱਕ ਬੱਚੇ ਦੀ ਅੱਖਾਂ ਬਲਿੰਕ ਹੋ ਰਹੀਆਂ ਨੇ, ਉਹ ਸਾਡੇ ਦੱਸਣ ਨਾਲ ਉਹਨਾਂ ਨੇ ਘਰੇ ਕਰਿਆ, ਸਿੰਸੀਅਰਲੀ ਕਰਿਆ, 3 ਮਹੀਨੇ ਕਰਿਆ, ਉਹ ਠੀਕ ਹੋ ਗਿਆ। ਬਿਲਕੁਲ, ਕਿੰਨੀ ਅੱਛੀ ਗੱਲ ਹੈਗੀ। ਅਗਲੇ ਦਰਸ਼ਕ ਨਹੀਂ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹੈਲੋ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਟੋਰਾਂਟੋ ਤੋਂ ਬੋਲਦੇ ਆ ਜੀ। ਠੀਕ ਹੈ ਜੀ, ਤੁਹਾਡਾ ਸ਼ੁਭ ਨਾਮ ਕੀ ਹੈ? ਮੇਰਾ ਗੁਰਮੀਤ ਕੌਰ। ਗੁਰਮੀਤ ਕੌਰ ਜੀ, ਠੀਕ ਹੈ ਜੀ। ਏਜ ਕਿੰਨੀ ਹੈਗੀ ਹੈ ਮੈਮ ਤੁਹਾਡੀ? ਮੇਰੀ ਏਜ 59 ਸਾਲ। ਠੀਕ ਹੈ ਜੀ, ਤੇ ਹੁਣ ਤੁਸੀਂ ਪ੍ਰੋਬਲਮ ਦੱਸ ਸਕਦੇ ਹੋ ਆਪਣੀ, ਕੀ ਪ੍ਰੋਬਲਮ ਹੈ? ਪ੍ਰੋਬਲਮ ਮੇਰੀ ਇਦਾਂ ਕਿ ਮੇਰੇ ਨਾ ਖੱਬੇ ਪਾਸੇ ਜਿਵੇਂ ਕੀੜੇ ਜੇ ਨਹੀਂ ਉੱਠਦੇ ਹੁੰਦੇ ਇੰਡੀਆ 'ਚ, ਬੁੜੀਆਂ ਦੇ ਐਂ ਕੀੜੇ ਜੇ ਬਹੁਤ ਜ਼ਿਆਦਾ ਉੱਠਦੇ। ਕਈ ਵਾਰੀ ਵੀ ਲੈਟਰੀਨ 1-2 ਦਿਨ ਆਉਂਦੀ ਵੀ ਨਹੀਂ, ਕਈ ਵਾਰੀ ਵੀ ਜਦੋਂ ਆਉਂਦੀ ਆ ਫਿਰ ਉਦੋਂ ਆਰਾਮ ਆਉਂਦਾ ਨਹੀਂ, ਕੀੜੇ ਹੀ ਉੱਠੀ ਜਾਂਦੇ ਆ, ਜਾਣੀ ਕਾਲਜੇ ਤੱਕ ਜਾਂਦੇ ਆ। ਜੀ, ਤੁਸੀਂ ਤੁਹਾਡੇ ਕੋਲ ਸਮਝ ਆਇਆ ਜਿਵੇਂ ਉੱਠਦਾ ਹੁੰਦਾ ਢਿੱਡ। ਨਹੀਂ ਹੁਣ ਮੇਰੇ ਸਮਝ ਤੁਹਾਡੇ ਕੋਲੇ ਹਾਂ ਪੇਸ਼ੈਂਟਸ ਆਉਂਦੇ ਹੋਣੇ ਜੀ। ਇਹਨਾਂ ਨੂੰ ਬਲੋਟਿੰਗ ਹੁੰਦੀ ਹੈ ਪੇਟ ਦੇ ਵਿੱਚ ਜੀ। ਹੋਰ ਦੱਸੋ ਜੀ ਗੁਰਮੀਤ ਕੌਰ ਜੀ, ਕੋਈ ਹੋਰ ਗੱਲ? ਤੁਹਾਨੂੰ ਕੋਈ ਖੱਟੇ ਡਕਾਰ ਆਉਂਦੇ ਨੇ? ਹੈਲੋ। ਖੱਟੇ ਡਕਾਰ ਆਉਂਦੇ ਨੇ ਤੁਹਾਨੂੰ ਜੀ? ਉਹ ਟੀਵੀ ਦੇ ਉੱਤੇ ਸੁਣਨ ਲੱਗ ਗਏ ਮੈਨੂੰ ਲੱਗਦਾ। ਹਾਂ ਚਲੋ ਕੋਈ ਗੱਲ ਨਹੀਂ, ਆਪਾਂ ਇਹਨਾਂ ਨੂੰ ਪ੍ਰੋਬਲਮ ਤੇ ਆ ਗਈ ਸਮਝ ਹੈ ਨਾ, ਪਰ ਕੋਈ ਕੁਐਸਚਨ ਤੁਸੀਂ ਕਰਨਾ ਹੋਵੇ? ਨਹੀਂ ਜੀ ਕੋਈ ਗੱਲ ਨਹੀਂ। ਦੇਖੋ ਇਹ ਨਾ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਦਾ ਕੈਰੀਅਰ ਸ਼ੁਰੂ ਕਰਿਆ ਨਾ, ਇਹ ਕਮੇਡੀਅਨ, ਇਹੀ ਜਿਹੀਆਂ ਸੰਗਾਂ ਬੜੇ ਲਾਉਂਦੇ ਹੁੰਦੇ ਸੀ ਜੀ। ਤੇ ਚਲੋ ਇਹ ਲੇਕਿਨ ਜੀ ਸਾਡੀ ਬੜੀ ਭੋਲੀ ਭਾਲੀ ਲੈਂਗੁਏਜ ਹੈ। ਹਾਂਜੀ ਬਿਲਕੁਲ, ਇਹ ਕੋਈ ਇਹਨਾਂ ਦਾ ਕਸੂਰ ਨਹੀਂ ਹੈ, ਲੇਕਿਨ ਮੈਂ ਸਮਝ ਗਿਆ ਕਿਉਂਕਿ ਮੈਂ ਡਿਫਰੈਂਟ ਤਰ੍ਹਾਂ ਦੇ ਪੇਸ਼ੈਂਟ ਦੇਖਦਾ। ਹਾਂ, ਤੁਹਾਡੇ ਕੋਲ ਡਿਫਰੈਂਟ ਤਰ੍ਹਾਂ ਦੇ ਲੋਕ ਆਉਂਦੇ ਨੇਗੇ, ਤੇ ਇਸ ਕਰਕੇ ਮੈਂ ਜਦੋਂ ਉਹਨੇ ਕੌਨਸਟੀਪੇਸ਼ਨ ਗੱਲ ਕੀਤੀ ਨਾ, ਮੈਨੂੰ ਬਵਾਸੀਰ 2 ਦਿਨ ਲੈਟਰ ਨਹੀਂ ਆਉਂਦੀ, ਉੱਥੋਂ ਸਮਝ ਗਿਆ ਵੀ ਇਹ ਕਰੇੜੇ ਜਿਹੇ ਨੇ, ਇਸ ਨੂੰ ਕਹਿ ਰਹੇ ਨੇ। ਠੀਕ ਹੈ ਜੀ, ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ। ਹੁਣ ਜਵਾਬ ਵੀ ਦੇਣ ਲੱਗ ਗਏ। ਪਹਿਲੇ ਸੁਰਿੰਦਰ ਕੌਰ 64 ਸਾਲ ਦੇ ਸੀਗੇ ਜੀ, ਲੰਗਸ ਵੀਕ ਨੇ, ਉਹਨੂੰ ਅਸਥਮਾ ਹੈਗਾ ਜੀ। ਦੇਖੋ ਸੁਰਿੰਦਰ ਕੌਰ ਜੀ, ਤੁਸੀਂ ਬਹੁਤ ਜ਼ੋਰ ਨਾਲ ਬਾਅਦ ਦੱਸਦੇ ਰਹੇ ਕਿ ਮੈਂ ਇੰਨਾ ਨਹੀਂ ਹੈ। ਮੈਂ ਕਹਿੰਦਾ ਚਾਹੇ ਥੋੜਾ ਜ਼ਿਆਦਾ, ਤੁਸੀਂ ਜਿਹੜਾ ਪਫ ਲੈ ਰਹੇ ਹੋ ਉਹ ਤੁਸੀਂ ਸਟੀਰੋਇਡ ਲੈ ਰਹੇ ਹੋ। ਸਟੀਰੋਇਡ ਬਾਰੇ ਹੁਣ ਸ਼ਾਇਦ ਮੈਂ ਤੁਸੀਂ ਸਮਝੋ ਨਾ ਸਮਝੋ, ਇੱਕ ਐਮਰਜੈਂਸੀ ਮੈਡੀਸਨ ਹੁੰਦੀ ਹੈ ਜਿਹੜੀ ਕਿ ਰੂਟੀਨ 'ਚ ਨਹੀਂ ਲੈਣੀ ਚਾਹੀਦੀ। ਹੁਣ ਤੁਸੀਂ ਮੇਰਾ ਸਿੰਪਲ ਜਿਹਾ ਇੱਕ ਨੁਸਖਾ ਨੋਟ ਕਰ ਲਓ। 43 ਸਾਦੀ ਚੂਰਨ ਤੁਹਾਨੂੰ ਉੱਥੇ ਮਿਲ ਜਾਏਗਾ ਜਿੱਥੇ ਵੀ ਤੁਸੀਂ ਰਹਿੰਦੇ ਹੋ। ਉਹਦਾ 1 ਚਮਚ ਸਵੇਰੇ ਸ਼ਾਮ ਨੂੰ, ਅੱਧਾ ਚਮਚ ਸ਼ਹਿਦ 'ਚ ਮਿਲਾ ਕੇ ਲੈ ਲਿਆ ਕਰੋ। 43 ਆਦੀ ਚੂਰਨ, 1 ਚਮਚ ਸਵੇਰੇ, 1 ਚਮਚ ਸ਼ਾਮ ਨੂੰ। ਔਰ ਇੱਕ ਟੈਬਲੇਟ ਨੋਟ ਕਰ ਲਓ, ਸਵਾਸ ਚਿੰਤਾਮਣੀ ਰਸ। ਸਵਾਸ ਕਹਿੰਦੇ ਸਾਹ ਨੂੰ, ਸਵਾਸ ਦੀ ਜੋ ਚਿੰਤਾ ਕਰੇ, ਇਹ ਤੁਹਾਨੂੰ ਯਾਦ ਰੱਖਣ ਵਾਸਤੇ ਮੈਂ, ਜਾਂ ਤੁਸੀਂ ਲਿਖ ਲਓ, ਸਵਾਸ ਚਿੰਤਾਮਣੀ ਰਸ, 1 ਟੈਬਲੇਟ ਸਵੇਰੇ, 1 ਸ਼ਾਮ ਨੂੰ। ਇਹ ਤੁਸੀਂ ਮਹੀਨਾ 2 ਮਹੀਨੇ ਖਾ ਲਓ, ਤੁਹਾਨੂੰ 15 ਦਿਨ 'ਚ ਲੱਗੇਗਾ ਵੀ ਹਾਂ ਮੈਨੂੰ ਸਾਹ ਨਹੀਂ ਚੜ੍ਹਦਾ, ਮੈਨੂੰ ਪਹਿਲਾਂ ਨਾਲੋਂ ਆਕਸੀਜਨ ਠੀਕ ਅੰਦਰ ਜਾ ਰਹੀ ਹੈ। ਔਰ ਉਸ ਤੋਂ ਬਾਅਦ ਮੈਨੂੰ ਕੰਟੈਕਟ ਦੁਬਾਰਾ ਫੋਨ ਜ਼ਰੂਰ ਕਰਿਓ। ਇਹਨਾਂ ਨੂੰ ਛੁਡਾ ਕੇ ਫਿਰ ਕਿਹੜੀ ਮੈਡੀਸਨ ਲੈਣੀ, ਕਿ ਤੁਹਾਡਾ ਮੈਂ ਹੌਲੀ ਜਿਹੜਾ ਇਨਹੇਲਰ ਹੈ, ਪੰਪ ਹੈ, ਉਹ ਵੀ ਛੁਡਵਾ ਦਾਂਗਾ, ਤੁਹਾਡੇ ਫੇਫੜਿਆਂ ਦੇ ਵਿੱਚ ਜਾਨ ਵੀ ਆ ਜਾਏਗੀ ਜੀ। ਅੱਗੇ ਸੀਗੇ ਜੀ ਜਸਵਿੰਦਰ ਸਿੰਘ ਜੀ, 70 ਸਾਲ ਦੇ, ਕੈਨੇਡਾ ਤੋਂ। ਇਹ ਵੀ ਬਾਰ-ਬਾਰ ਇਹ ਦੱਸ ਰਹੇ ਨੇ ਕਿ ਇਹਨਾਂ ਦੇ ਥਰੋਟ ਦੇ ਵਿੱਚ ਰੇਸ਼ਾ ਰਹਿੰਦਾ ਹੈਗਾ, ਔਰ ਇਹਨਾਂ ਨੇ ਇੱਕ ਬੜਾ ਅੱਛਾ ਸਿੰਪਟਮ ਨਾਲ ਦੱਸਤਾ ਕਿ ਮੇਰੇ ਕੰਨ 'ਚ ਵੀ ਆ ਗਿਆ, ਤਾਂ ਹੀ ਆਪਣੀ ਗੱਲ ਧਿਆਨ ਨਾਲ ਸੁਣ ਨਹੀਂ ਰਹੇ ਸੀ। ਬਿਲਕੁਲ, ਦੇਖੋ ਤੁਸੀਂ ਠੀਕ ਡਾਇਗਨੋਸ ਠੀਕ ਕਰ ਰਹੇ ਹੋ। ਇਹਨੂੰ ਅਸੀਂ ਆਯੁਰਵੇਦ ਦੇ ਵਿੱਚ ਕਫ ਕਹਿੰਦੇ ਜਸਵਿੰਦਰ ਜੀ। ਇਸ ਉਮਰ ਦੇ ਵਿੱਚ ਥੋੜਾ ਬਹੁਤ ਇਹ ਪ੍ਰੋਬਲਮ ਹੋ ਜਾਂਦੀ ਹੈ, ਕੋਈ ਚਿੰਤਾ ਨਾ ਕਰੋ। ਇੱਕ ਜਿਵੇਂ ਮੈਂ 43 ਸਾਦੀ ਚੂਰਨ ਦੀ ਗੱਲ ਕਰ ਰਿਹਾ ਸੀ ਨਾ, ਸਾਡੇ ਸਿਤੋਪਲਾਦੀ ਚੂਰਨ ਆਉਂਦਾ ਹੈਗਾ ਸਾਡੇ। ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ, ਚੰਡੀਗੜ੍ਹ ਆਯੁਰਵੇਦ ਸੈਂਟਰ ਦੀ ਵੈਬਸਾਈਟ ਤੇ, ਤਾਂ ਕਫਾ ਡਿਟੌਕਸ ਪਾਊਡਰ ਹੈ, ਉਹ ਸਾਰਾ ਕੁਛ ਹੈ। ਸੁਹਾਗਾ, ਗੁਦੰਤੀ, ਅਬਰਕ, ਲਕਸ਼ਮੀ ਬਲਾਸਰਸ ਔਰ ਸਿਤੋਪਲਾਦੀ ਚੂਰਨ, ਇਹਨਾਂ ਦਾ ਅਸੀਂ ਇੱਕ ਨੁਸਖਾ ਬਣਾ ਕੇ ਪਾਸ ਕਰਵਾਇਆ ਹੋਇਆ ਹੈ। ਔਰ ਬਾਹਰ ਪਤਾ ਨਹੀਂ ਕਿੰਨੇ ਕੁ ਕੁਆਂਟਲਾਂ ਦੇ ਹਿਸਾਬ ਨਾਲ ਸਾਡਾ ਇਹ ਹਰੇਕ ਮਹੀਨੇ ਦਵਾਈ ਜਾਂਦੀ ਹੈ, ਕਿਉਂਕਿ ਬਹੁਤ ਲੋਕਾਂ ਨੂੰ ਕਫ ਦੀ ਪ੍ਰੋਬਲਮ ਰਹਿੰਦੀ ਹੈ। ਤੁਸੀਂ 2-3 ਮਹੀਨੇ ਅਗਰ ਖਾ ਲਓਗੇ ਜਸਵਿੰਦਰ ਜੀ, ਤੁਹਾਡਾ ਕੰਨ ਵੀ ਸਾਫ਼ ਹੋ ਜਾਏਗਾ, ਤੁਹਾਨੂੰ ਕੋਈ ਐਂਟੀ ਐਲਰਜਿਕ, ਕੋਈ ਗਲੇ ਦੇ ਰੇਸ਼ੇ ਵਾਸਤੇ ਹੋਰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਣੀ। ਇੱਕ ਬੜਾ ਹੀ ਅੱਛਾ ਸ਼ਾਸਤਰੀ ਨੁਸਖਾ ਹੈ, ਲੇਕਿਨ ਦਵਾਈ ਅਸੀਂ ਆਪ ਤਿਆਰ ਕਰਦੇ ਹਾਂ। ਕੰਠ ਸੁਧਾਰ ਵੱਟੀ, ਗੂਗਲ ਤੇ ਪਾਓਗੇ, ਉਹਦੇ ਬੱਚਿਆਂ ਨੂੰ ਕਿਹੋ, ਤੁਹਾਨੂੰ ਇਹਦਾ ਪੂਰਾ ਜਿਹੜਾ ਹੈ ਡਿਸਕ੍ਰਿਪਸ਼ਨ ਤੁਹਾਡੇ ਸਾਹਮਣੇ ਆ ਜਾਏਗਾ। ਕੰਠ ਸੁਧਾਰ ਵੱਟੀ,
ਇਹ 2-2 ਗੋਲੀਆਂ 3 ਵਾਰ 4 ਵਾਰ ਗਲੇ 'ਚ ਰੱਖ ਕੇ ਚੂਸਿਆ ਕਰੋ। ਤੁਸੀਂ ਥੋੜੇ ਦਿਨ ਵਿੱਚ ਮਹਿਸੂਸ ਕਰੋਗੇ ਕਿ ਗਲੇ 'ਚ ਜਿਹੜਾ ਰੇਸ਼ਾ ਉਹ ਵੀ ਠੀਕ ਹੋ ਗਿਆ ਔਰ ਕੰਨ ਵੀ ਥੋੜਾ ਜਿਹੜਾ ਉਹ ਬਹੁਤ ਠੀਕ ਹੋਰ ਖੁੱਲ ਜਾਏਗਾ। ਜੀ ਆਪਣੇ ਨਾਲ ਅਗਲੇ ਦਰਸ਼ਕ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੁਣ ਬੋਲੋ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਜੀ ਮੈਮ ਸਵਾਗਤ। ਬੈਲ ਸਾਹਿਬ ਨੇ ਕਿੱਥੋਂ ਨੇ? ਚੰਡੀਗੜ੍ਹ ਤੋਂ ਨੇ ਜੀ। ਤੁਸੀਂ ਪਹਿਲਾਂ ਆਪਣਾ ਨਾਮ ਵੀ ਦੱਸ ਦਿਓ, ਬਾਕੀ ਵੈਦ ਸਾਹਿਬ ਬਾਰੇ ਵੀ ਦੱਸ ਦਿੰਨੇ ਤੁਹਾਨੂੰ ਜੀ। ਅੱਛਾ ਹੈਲੋ ਹੈਲੋ। ਹਾਂਜੀ ਮੈਡਮ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਗੱਲ ਕਰ ਰਹੇ ਹੋ? ਥੋੜੀ ਬੈਕ ਦੀ ਢੂਹੀ ਦੀ ਤੇ ਗੋਡਿਆਂ ਦੀ ਪ੍ਰੋਬਲਮ ਆ। ਅੱਛਾ ਜੀ ਕੋਈ ਗੱਲ ਨਹੀਂ ਮੈਮ, ਪ੍ਰੋਬਲਮ ਵੀ ਸਮਝ ਲੈਣੇ ਆ। ਤੁਸੀਂ ਆਪਣਾ ਪਲੀਜ਼ ਨਾਮ ਦੱਸ ਦਿਓ ਤੇ ਕਿੱਥੋਂ ਗੱਲ ਕਰ ਰਹੇ ਹੋ? ਅਸੀਂ ਪਟਿਆਲੇ ਤੋਂ ਬੋਲਦੇ ਆ। ਠੀਕ ਹੈ ਜੀ। ਕੀ ਸ਼ੁਭ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਕਰਮਜੀਤ ਜੀ। ਕਰਮਜੀਤ। ਤੇ ਤੁਸੀਂ ਤੁਹਾਡੀ ਏਜ ਕਿੰਨੀ ਹੈ ਜੀ? ਮੇਰੀ ਏਜ ਹੈਗੀ ਜੀ 50 ਸਾਲ ਦੀ। ਠੀਕ ਹੈ। ਤੇ ਕੀ ਪ੍ਰੋਬਲਮ ਹੈ ਹੁਣ ਦੱਸੋ ਤੁਸੀਂ। ਹਾਂਜੀ ਵੀਰ ਜੀ ਮੇਰੇ ਨਾ ਬੈਕ ਦੀ ਪ੍ਰੋਬਲਮ ਆ, ਢੂਹੀ ਦੀ ਤੇ ਗੋਡਿਆਂ ਦੀ। ਨੀਚੇ ਗੋਡੇ ਮੁੜਦੇ ਨਹੀਂ ਹੈਗੇ। ਅੱਛਾ ਜੀ ਹਾਂਜੀ ਕੋਈ ਸਵਾਲ ਹੈ ਸਰ? ਕਰਮਜੀਤ ਜੀ ਮੈਂ ਤੁਹਾਨੂੰ ਐਡਵਾਈਜ਼ ਕਰਾਂਗਾ, ਤੁਹਾਡੀ ਏਜ ਕੋਈ ਜ਼ਿਆਦਾ ਨਹੀਂ ਹੈ, ਤੁਸੀਂ ਆਪਣਾ ਨਾ ਕਮਰ ਦਾ ਔਰ ਗੋਡਿਆਂ ਦਾ ਐਕਸਰੇ ਕਰਾ ਕੇ, ਕੋਈ ਚੰਡੀਗੜ੍ਹ ਜ਼ਿਆਦਾ ਦੂਰ ਨਹੀਂ ਹੈ, ਤੁਸੀਂ ਇੱਕ ਵਾਰ ਆ ਕੇ ਮੈਨੂੰ ਇੱਥੇ ਦਿਖਾ ਲਓ, ਮੈਂ ਤੁਹਾਨੂੰ ਸਹੀ ਰਾਏ ਦੇ ਦਾਂਗਾ ਔਰ ਠੀਕ ਕਰ ਦਾਂਗਾ ਜੀ। ਠੀਕ ਕਰ ਦਾਂਗਾ। ਤੁਸੀਂ ਵੈਦ ਸਾਹਿਬ ਦਾ ਨੰਬਰ ਨੋਟ ਕਰ ਲਓ ਜੀ, ਉਹਨਾਂ ਦੇ ਨਾਮ ਦੇ ਬਿਲਕੁਲ ਨੀਚੇ ਲਿਖਿਆ ਹੋਇਆ। ਠੀਕ ਹੈ ਜੀ 94170 ਤੇ ਉਸ ਤੋਂ ਅੱਗੇ ਹੈ ਜੀ 42231। ਇਹ ਨੰਬਰ ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਕਾਲ ਕਰ ਲੈਣਾ ਬਾਅਦ ਦੇ ਵਿੱਚ, ਪ੍ਰੋਗਰਾਮ ਤੋਂ ਬਾਅਦ ਚ। ਤੇ ਇੱਕ ਵਾਰੀ ਫਿਰ ਜਿਵੇਂ ਦੱਸਦੇ ਨੇ ਉਸ ਤਰੀਕੇ ਦੇ ਨਾਲ ਤੁਸੀਂ ਮੁਲਾਕਾਤ ਕਰ ਲੈਣਾ ਜੀ। ਅੱਛਾ ਜੀ ਸਰ ਜੀ ਮਿਹਰਬਾਨੀ ਜੀ ਕਾਲ ਕਰਨ ਲਈ। ਅੱਗੇ ਜੀ ਮੈਡਮ ਸੁਖਦਰਸ਼ਨ ਜੀ ਸੀਗੇ ਜੀ, ਜਿਨ੍ਹਾਂ ਦੇ ਉਹਨਾਂ ਦੇ ਜੁਆਇੰਟਸ ਦੇ ਵਿੱਚ ਪੇਨ ਆ ਉਂਗਲਾਂ ਦੇ, ਤੇ ਉਹ ਕਹਿੰਦੇ ਤਿਰਫਲੇ ਤੋਂ ਬਾਅਦ ਸੋਜ ਹੋ ਗਈ। ਸੁਖਦਰਸ਼ਨ ਜੀ ਇੱਥੇ ਇੱਕ ਚੀਜ਼ ਪਹਿਲਾਂ ਸਮਝੋ, ਤਿਰਫਲੇ ਨਾਲ ਕਦੇ ਸੋਜ ਨਹੀਂ ਹੋ ਸਕਦੀ। ਇਹ ਜਿਹੜੀ ਤੁਸੀਂ ਇੰਡੀਕੇਸ਼ਨ ਦੱਸ ਰਹੇ ਹੋ ਇਹ ਪੋਜ਼ਿਟਿਵ ਇੰਡੀਕੇਸ਼ਨ ਹੈ। ਇਟ ਮੀਨਸ ਤੁਹਾਡੀ ਜਿਹੜੀ ਵਾਯੂ ਹੈ ਉਹ ਚੱਲਣੀ ਸ਼ੁਰੂ ਹੋ ਗਈ। ਤਿਰਫਲੇ ਨੇ ਆਪਣਾ ਇਹ ਕਮਾਲ ਦਿਖਾਇਆ ਕਿ ਤੁਹਾਡਾ ਪੇਟ ਸਾਫ਼ ਹੋਣ ਲੱਗ ਗਿਆ, ਵਾਯੂ ਦਾ ਗਮਨ ਸ਼ੁਰੂ ਹੋ ਗਿਆ। ਲੇਕਿਨ ਫਿਰ ਵੀ ਤੁਸੀਂ ਕਿਸੇ ਵਹਿਮ ਭਰਮ 'ਚ ਨਾ ਪਾਓ, ਤਿਰਫਲੇ ਨੂੰ ਜਾਰੀ ਰੱਖੋ, ਜਾਂ ਤਿਰਫਲੇ ਦਾ ਸਬਸਟੀਟਿਊਟ ਅਰੰਡੀ ਦਾ ਤੇਲ ਕੈਸਟਰ ਆਇਲ ਸ਼ੁਰੂ ਕਰ ਲਓ ਡੇਲੀ 3 ਚਮਚ ਗਰਮ ਦੁੱਧ 'ਚ ਪਾ ਕੇ। ਔਰ ਜਿੱਥੇ ਸੋਜ ਹੁੰਦੀ ਹੈ ਉੱਥੇ ਥੋੜ੍ਹਾ ਜਿਹਾ ਗਰਮ ਪਾਣੀ 'ਚ ਇਮਲੀ ਉਬਾਲ ਕੇ ਉਹਦੀ ਟਕੋਰ ਕਰ ਲਿਆ ਕਰੋ, 4-5 ਦਿਨ 'ਚ ਠੀਕ ਹੋ ਜਾਓਗੇ ਜੀ। 74 ਸਾਲ ਤੁਹਾਡੀ ਏਜ ਹੈ, ਕੈਸਟਰ ਆਇਲ ਟਰਾਈ ਕਰ ਲਓ। ਜੇ ਫਿਰ ਵੀ ਤੁਹਾਨੂੰ ਲੱਗੇ ਕਿ ਮੇਰਾ ਸੋਜ ਵੱਧ ਰਹੀ ਹੈ, ਕਿਤੇ ਯੂਰਿਕ ਐਸਿਡ ਨਾ ਵੱਧਦਾ ਹੋਵੇ, ਮੈਨੂੰ ਬਾਅਦ 'ਚ ਫੋਨ ਕਰ ਲਿਓ, ਮੈਂ ਥੋੜੇ ਸਾਰੇ ਟੈਸਟ ਮੰਗਵਾ ਕੇ ਤੁਹਾਨੂੰ ਦਵਾਈ ਭੇਜ ਦਾਂਗਾ, ਤੁਸੀਂ ਠੀਕ ਹੋ ਜਾਓਗੇ ਜੀ। ਅਗਲੇ ਦਰਸ਼ਕ ਨਹੀਂ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ੍ਰੀ ਅਕਾਲ। ਹੈਲੋ ਹਾਂਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਜੀ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹੈਲੋ ਇਹਨਾਂ ਨਾਲ ਕਰਿਓ। ਹੈਲੋ ਹੈਲੋ ਹਾਂਜੀ ਮੈਮ ਤੁਸੀਂ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਗੁਰਬਚਨ ਕੌਰ ਆ ਜੀ ਮੈਂ ਬਰੈਂਪਟਨ ਤੋਂ ਬੋਲਦੀ ਆ। ਮੇਰੀ ਉਮਰ ਹੈ 68। ਠੀਕ ਹੈ ਮੈਮ ਤੇ ਹਾਂਜੀ। ਕੀ ਸਵਾਲ ਹੈ ਤੁਹਾਡਾ? ਮੇਰੇ ਨਾ ਅੱਖਾਂ ਦੇ ਵਿੱਚ ਰੈਡਨੈਸ ਬਹੁਤ ਜ਼ਿਆਦਾ ਹੁੰਦੀ ਆ। ਅੱਛਾ ਜੀ। ਜੀ ਵੈਸੇ ਲੈਣੀ ਪ੍ਰੈਡਨੀਸੋਲ, ਹਾਈਡਰੋਕਲੋਰੋਕਿਨ ਤੇ ਪਰ ਨਾ ਮੇਰੇ ਹੁਣ ਅੱਜ ਕੱਲ ਨਾਲ ਮੈਂ ਲੈ ਲੈਣੀ ਆ ਜਿਸ ਨੂੰ ਦਰਦ ਹੁੰਦੀ ਆ, ਟੈਨੋਲ ਲੈ ਲਈ, ਉਹ ਫਿਰ ਆਈਬੂਫਨ ਲੈ ਲਈ, ਹੈ ਨਾ। ਠੀਕ ਹੈ ਜੀ। ਵੈਸੇ ਕੁਝ ਸਵਾਲ? ਹਾਂ ਠੀਕ ਹੈ ਜੀ, ਕੋਈ ਗੱਲ ਨਹੀਂ ਜੀ। ਤੁਸੀਂ ਟੀਵੀ ਪ੍ਰੋਗਰਾਮ ਦੇ, ਤੁਹਾਨੂੰ ਕੋਈ ਹੋਰ ਬਲੱਡ ਪ੍ਰੈਸ਼ਰ ਤਾਂ ਨਹੀਂ ਹਾਈ ਰਹਿੰਦਾ ਤੁਹਾਡਾ? ਨਹੀਂ ਮੈਨੂੰ ਸ਼ੂਗਰ ਆ ਤੇ ਨਾਲ ਮੇਰੀਆਂ ਪੁੜਪੜੀਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਆ, ਆਈਬਰੋ ਦੇ ਉੱਪਰ ਸੋਜ ਪੈ ਜਾਂਦੀ, ਮੱਥੇ ਦੇ ਉੱਪਰ ਬਹੁਤ ਜ਼ਿਆਦਾ ਹੁਣ ਅੱਜ ਕੱਲ੍ਹ ਦਰਦ ਹੁੰਦੀ ਆ। ਠੀਕ ਹੈ ਜੀ, ਮੈਂ ਤੁਹਾਨੂੰ ਹੁਣੇ ਦੱਸਾਂਗਾ ਜੀ, ਪਲੀਜ਼ ਤੁਸੀਂ ਟੀਵੀ ਪ੍ਰੋਗਰਾਮ ਦੇਖਦੇ ਰਹੋ ਜੀ। ਮਿਹਰਬਾਨੀ ਜੀ ਕਾਲ ਕਰਨ ਲਈ। ਹਾਂਜੀ ਉਸ ਤੋਂ ਅਗਲੇ ਸਾਡੇ ਦਰਸ਼ਕ ਸੀਗੇ ਗੁਰਮੀਤ ਕੌਰ ਜੀ। ਗੁਰਮੀਤ ਕੌਰ ਜੀ। ਕੁਲਵੰਤ ਸਿੰਘ ਜੀ ਦਾ ਕੁਲਵੰਤ ਸਿੰਘ ਜੀ ਦਾ ਕੁਲਵੰਤ ਸਿੰਘ ਜੀ ਦਾ ਸੀਗਾ ਜੀ। ਉਹ ਕਹਿੰਦੇ ਜੀ ਕਿ ਵੈਸੇ ਸਾਰੇ ਨਾ ਆਪਾਂ ਨੂੰ ਜ਼ਿਆਦਾਤਰ ਕਾਫ ਨਾਲ ਰਿਲੇਟਡ ਆ ਰਹੇ ਨੇਗੇ। ਉਹ ਕਹਿੰਦੇ ਜਦੋਂ ਮੈਂ ਪ੍ਰਸ਼ਾਦਾ ਛਕਦਾ ਮੇਰੇ ਅੱਖਾਂ 'ਚੋਂ ਪਾਣੀ, ਨੱਕ 'ਚੋਂ ਪਾਣੀ ਆ ਜੀ। ਇਹੀ ਕਹਿਣਾ ਜੀ। ਉਹ ਮਹਾਰਾਜ ਇਹ ਇੱਕ ਨੋਰਮਲ ਗੱਲ ਹੈ। ਜਦੋਂ ਤੁਸੀਂ ਖਾਣਾ ਖਾਂਦੇ ਹੋ ਤੁਹਾਡੀ ਇੱਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਆਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਲੇਵਰ ਤੋਂ। ਔਰ ਅਸੀਂ ਕਦੇ ਵੀ ਦੇਖ ਲਿਓ ਸ਼ੇਖਰ ਜੀ, ਤੁਸੀਂ ਵੀ ਦੇਖ ਲਿਓ ਜੀ, ਜਦੋਂ ਅਸੀਂ ਕਿਤੇ ਭੋਜਨ ਖਾਵਾਂਗੇ, ਚਾਹੇ ਏਸੀ 'ਚ ਬੈਠੇ ਹੋਈਏ, ਥੋੜਾ ਪਸੀਨਾ ਆਉਣਾ, ਥੋੜਾ ਨੱਕ 'ਚੋਂ ਪਾਣੀ, ਇਹ ਸਾਰਾ ਇੱਕ ਆਮ ਗੱਲ ਹੈ। ਇਹ ਕੋਈ ਬੁਰਾ ਸਿੰਪਟਮ ਨਹੀਂ ਹੈ। ਪਰ
ਜੇ ਇਹਨਾਂ ਨੂੰ ਜ਼ਿਆਦਾ ਹੁੰਦਾ ਹੈ ਇਟ ਮੀਨਸ ਇਹਨਾਂ ਨੂੰ ਕਫ ਦੀ ਪ੍ਰੋਬਲਮ ਹੈ। ਅੱਛਾ, ਤਾਂ ਅੱਜ ਮੈਂ ਤਾਂ ਇਹ ਕਿਹਾ ਵੀ ਸਾਰੇ ਕਫ ਨਾਲ ਰਿਲੇਟਡ ਪ੍ਰੋਬਲਮ ਆਪਾਂ ਨੂੰ ਜ਼ਿਆਦਾ ਫੋਨ ਆ ਰਹੇ ਨੇ ਜੀ। ਸੋ ਕੁਲਵੰਤ ਸਿੰਘ ਜੀ, ਤੁਹਾਡੀ ਏਜ ਵੀ ਕੋਈ ਜ਼ਿਆਦਾ ਨਹੀਂ ਹੈ, 70 ਸਾਲ ਹੈਗੀ। ਤੁਸੀਂ ਵੀ ਨਾ ਥੋੜ੍ਹਾ ਜਿਹਾ ਸ਼ਹਿਦ ਔਰ ਮਲੱਠੀ ਔਰ ਇੱਕ ਅੱਧੀ ਪਿੰਚ ਜਾਂ ਚੁਟਕੀ ਕਾਲੀ ਮਿਰਚ ਦੀ ਪਾ ਲਿਆ ਕਰੋ। ਇਹ ਸਵੇਰੇ ਸ਼ਾਮ ਕੋਈ 10 ਦਿਨ ਲੈ ਲਓ, ਜ਼ਿਆਦਾ ਦੇਰ ਲੈਣ ਦੀ ਲੋੜ ਨਹੀਂ ਹੈ। ਤੁਹਾਡਾ ਇਹ ਪਾਣੀ ਵੀ ਆਉਣਾ ਠੀਕ ਹੋ ਜਾਏਗਾ। ਔਰ ਲੇਕਿਨ ਜੇ ਥੋੜ੍ਹਾ ਬਹੁਤ ਪਸੀਨਾ ਆਵੇ ਤਾਂ ਉਹ ਨੋਰਮਲ ਹੈ, ਉਹਨੂੰ ਅਬਨੋਰਮਲ ਨਾ ਸਮਝਿਓ ਜੀ। ਕਰਮਜੀਤ ਕੌਰ ਜੀ ਦਾ ਆਪਾਂ ਦੇਤਾ ਸੀ। ਉਸ ਤੋਂ ਪਹਿਲਾਂ ਇੱਕ ਦਰਸ਼ਕ ਨਹੀਂ ਸਾਡੇ ਨਾਲ, ਗੁਰਮੀਤ ਸਿੰਘ ਜੀ। ਅੱਛਾ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ 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 ਮੈਮ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਮੇਰਾ ਨਾਮ ਇੰਦਰਜੀਤ ਕੌਰ ਹੈ, ਮੈਂ ਕੈਨੇਡਾ ਤੋਂ ਬੋਲ ਰਹੀ ਹਾਂ। ਮੇਰੀ ਉਮਰ ਹੈ 62 ਇਅਰਸ। ਠੀਕ ਹੈ ਜੀ। ਮੇਰੇ ਨਾ 8-9 ਮਹੀਨੇ ਪਹਿਲਾਂ ਵੀ ਇੱਕ ਦੰਦ ਦੇ ਵਿੱਚ ਦੰਦ ਆਉਂਦਾ ਤੇ ਉਹ ਬੜਾ ਪੇਨ ਕਰਦਾ ਹੈ। ਵੀ ਸਾਰਾ ਸਵੈਲਿੰਗ ਪੂਰਾ ਖੱਬਾ ਪਾਸਾ ਖਿੱਚਿਆ ਜਾਂਦਾ। ਠੀਕ ਹੈ ਜੀ। ਬਸ ਇਹੀ ਪ੍ਰੋਬਲਮ ਹੈ ਤੇ ਮੈਂ ਸ਼ੂਗਰ ਦੀ ਦਵਾਈ ਲੈ ਰਹੀ ਹਾਂ। ਠੀਕ ਹੈ ਜੀ, ਮੈਂ ਹੁਣੇ ਦੱਸਾਂਗਾ ਜੀ ਤੁਹਾਨੂੰ। ਇੰਦਰਜੀਤ ਕੌਰ ਜੀ, ਤੁਸੀਂ ਪ੍ਰੋਗਰਾਮ ਦੇਖਦੇ ਰਹੋ ਜੀ। ਜੀ। ਸੋ ਅੱਗੇ ਸੀਗੇ ਜੀ ਗੁਰਮੀਤ ਕੌਰ ਜੀ। ਹਾਂਜੀ, ਟੋਰਾਂਟੋ ਤੋਂ। ਲੈਫਟ ਸਾਈਡ ਤੇ ਇਹਨਾਂ ਦਾ ਦਰਦ ਰਹਿੰਦਾ ਹੈਗਾ ਔਰ ਉਹਨਾਂ ਨੂੰ ਕਬਜ਼ ਵੀ ਹੈ, ਬਲੋਟਿੰਗ ਵੀ ਹੈ। ਦੇਖੋ ਲੈਫਟ ਸਾਈਡ ਤੇ ਜੇ ਕਿ ਦਰਦ ਰਹਿੰਦਾ ਹੈਗਾ ਤਾਂ ਇਟ ਮੀਨਸ ਉਹੀ ਜਿਹੜੀ ਅਸੀਂ ਗੱਲ ਪਹਿਲਾਂ ਦੱਸ ਕੇ ਕੋਈ ਨਾ ਕੋਈ ਨਰਵ ਕੰਪਰੈਸ਼ਨ ਹੋ ਰਿਹਾ ਹੈਗਾ, ਕੋਈ obstruction ਹੋ ਰਹੀ ਹੈ, ਇੱਥੋਂ ਹੀ ਦਰਦਾਂ ਸ਼ੁਰੂ ਹੁੰਦੀਆਂ ਨੇ। ਅੱਧੇ ਤਾਂ ਤੁਸੀਂ ਉਹਦੇ ਠੀਕ ਹੋ ਜਾਓਗੇ ਜੇ ਤੁਸੀਂ ਉਹਦਾ ਪੇਟ ਸਾਫ਼ ਕਰ ਲਿਆ, ਤੁਹਾਨੂੰ ਕੌਂਸਟੀਪੇਸ਼ਨ ਠੀਕ ਹੋ ਗਈ, ਪੇਟ ਦੀ ਬਲੋਟਿੰਗ ਠੀਕ ਹੋਣ ਲੱਗ ਗਈ, ਵਾਯੂ ਦਾ ਗਮਨ ਠੀਕ ਹੋਣ ਲੱਗ ਜਾਏਗਾ, ਅੱਧੇ ਤੁਸੀਂ ਉਹਦੇ ਠੀਕ ਹੋ ਜਾਓਗੇ। ਔਰ ਉਸ ਤੋਂ ਬਾਅਦ ਇਹਦੇ ਲਈ ਤੁਸੀਂ ਕੋਈ ਵੀ ਕੈਸਟਰੋਲ, ਤਿਰਫਲਾ ਚੂਰਨ ਕੁਛ ਵੀ ਲੈ ਸਕਦੇ ਹੋ। ਪੰਚਸਕਾਰ ਚੂਰਨ ਬਹੁਤ ਅੱਛੀ ਕਲਾਸੀਕਲ ਮੈਡੀਸਨ ਹੈ। ਔਰ ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈ ਉਹ ਕੋਈ ਨਾ ਕੋਈ ਰਸਾਇਣ ਔਸ਼ਧੀ, ਆਯੁਰਵੇਦ ਵਿੱਚ ਰਸਾਇਣ ਔਸ਼ਧੀਆਂ ਦਾ ਬਹੁਤ ਉਲੇਖ ਹੈ। ਚਾਹੇ ਮੈਂ ਕਹਿੰਦਾ ਸ਼ਿਰਾ ਜੀ ਦਾ ਕੈਪਸੂਲ ਖਾਣਾ ਸ਼ੁਰੂ ਕਰ ਦਿਓ, ਅਸਗੰਧ ਦਾ ਪਾਊਡਰ ਲੈਣਾ ਸ਼ੁਰੂ ਕਰ ਦਿਓ। ਸਾਡੀਆਂ ਦਵਾਈਆਂ ਜਿਹੜੀਆਂ ਅਸੀਂ ਬਹੁਤ ਤਰੀਕੇ ਨਾਲ, ਬਹੁਤ ਰਿਸਰਚ ਤੋਂ ਬਾਅਦ ਬਣਾਈਆਂ ਹੋਈਆਂ ਨੇ, ਨਰਵਪ ਵਗੈਰਾ, ਉਹ ਤੁਸੀਂ ਸਾਡਾ ਮਕਰ ਰਸਾਇਣ, ਵਾਯੂ ਬੈਲੈਂਸ, ਵਾਤਾ ਬੈਲੈਂਸ, ਤੁਸੀਂ ਜੇ ਮਹੀਨਾ 2 ਮਹੀਨੇ ਖਾ ਲਓਗੇ ਇਹ ਤੁਹਾਡਾ ਦਰਦ ਜਿਹੜਾ ਲੈਫਟ ਸਾਈਡ ਦਾ ਠੀਕ ਹੋ ਜਾਏਗਾ। ਪਰ ਇਹ ਇੰਡੀਕੇਸ਼ਨ ਜ਼ਰੂਰ ਹੈ, ਇਹ ਧਿਆਨ ਰੱਖਿਓ। ਆਦਾ BP ਜ਼ਰੂਰ ਚੈੱਕ ਕਰਾਉਂਦੇ ਰਹੋ, ਕਿਤੇ ਕੋਈ ਪ੍ਰੋਬਲਮ ਜ਼ਿਆਦਾ ਨਾ ਵੱਧ ਜਾਵੇ। ਆਦਾ BP ਹਰੇਕ 2-4 ਦਿਨ ਬਾਅਦ ਮੋਨੀਟਰ ਕਰੋ। ਨੀਚੇ ਵਾਲਾ ਖਾਸ ਤੌਰ 'ਤੇ ਠੀਕ ਚੱਲ ਰਹੇਗਾ, ਵੱਧ ਤਾਂ ਨਹੀਂ ਰਿਹਾ, ਖਾਣਾ ਠੀਕ ਹਜਮ ਹੋ ਰਹੇਗਾ, ਬਲੋਟਿੰਗ ਵੀ ਠੀਕ ਹੋ ਜਾਏਗੀ, ਕੌਂਸਟੀਪੇਸ਼ਨ ਵੀ ਠੀਕ ਹੋ ਜਾਏਗਾ, ਦਰਦ ਵੀ ਠੀਕ ਹੋ ਜਾਏਗਾ ਜੀ। ਅੱਗੇ ਸੀਗੇ ਜੀ ਆਪਣੇ ਕੋਲੇ ਪਟਿਆਲੇ ਵਾਲਿਆਂ ਨੂੰ ਦੱਸਤਾ ਸੀ ਹੈ ਨਾ ਜੀ, ਗੁਰਬਚਨ ਸਿੰਘ ਜੀ ਸੀਗੇ, ਗੁਰਬਚਨ ਕੌਰ ਜੀ। ਗੁਰਬਚਨ ਕੌਰ ਜੀ, ਹਾਂਜੀ। ਇਹਨਾਂ ਨੇ ਜੀ ਦੱਸਿਆ ਆਈ ਰੈਡਨੈਸ। ਦੇਖੋ ਗੁਰਬਚਨ ਕੌਰ ਜੀ, ਤੁਸੀਂ ਆਪਦੀਆਂ ਅੱਖਾਂ ਵਾਲੇ ਡਾਕਟਰ ਕੋਲ ਅੱਖਾਂ ਜ਼ਰੂਰ ਦਿਖਾਓ। ਕੋਈ ਰੈਟੀਨਾ, ਕੋਈ ਕੈਟਰੈਕਟ ਜਾਂ ਕੋਈ ਹੋਰ ਰਹੀ ਜਾਂ ਕੈਪਲਰੀਜ਼, ਛੋਟੀਆਂ ਬੜੀਆਂ ਬਰੀਕ ਕੈਪਲਰੀਜ਼ ਹੁੰਦੀਆਂ ਨੇਗੀਆਂ, ਕਿਤੇ ਉਹ ਕੋਈ ਰਪਚਰ ਨਾ ਹੋਈਆਂ ਹੋਣ, ਉੱਥੇ ਕਲੋਟਿੰਗ ਨਜ਼ਰ ਆ ਰਹੀ ਹੋਵੇ। ਜੇ ਜਿੰਨੀ ਦੇਰ ਤੁਹਾਨੂੰ ਟਾਈਮ ਮਿਲੇਗਾ ਡਾਕਟਰ ਕੋਲੋਂ, ਕਿਉਂਕਿ ਮੈਨੂੰ ਪਤਾ ਲੱਗਿਆ ਉੱਥੇ ਬਹੁਤ ਟਾਈਮ ਦੇਰ ਬਾਅਦ ਡਾਕਟਰ ਤੋਂ ਟਾਈਮ ਮਿਲਦਾ, ਉਨੀ ਦੇਰ ਤੁਸੀਂ ਗੁਲਾਬ ਜਲ ਦੇ ਛਿੱਟੇ ਮਾਰੋ। ਜੇ ਕੋਈ ਐਲਰਜਿਕ ਕਾਰਨ, ਜੇ ਕੋਈ ਥੋੜ੍ਹੀ ਬਹੁਤੀ ਕੋਈ ਹਵਾ ਪਾਣੀ ਕਾਰਨ ਜਾਂ ਕੋਈ ਐਸੇ ਮਸਾਲੇ ਕਾਰਨ ਤੁਹਾਡੀਆਂ ਅੱਖਾਂ ਦੇ ਵਿੱਚ ਐਲਰਜੀ ਹੋ ਰਹੀ ਹੋਏਗੀ, ਉਹ ਇਕੱਲੇ ਗੁਲਾਬ ਜਲ ਨਾਲ ਹੀ ਠੀਕ ਹੋ ਜਾਏਗੀ। ਤੁਹਾਨੂੰ ਕੋਈ ਹੋਰ ਮੈਡੀਸਨ ਖਾਣ ਦੀ ਲੋੜ ਨਹੀਂ ਹੈ। ਇਨ ਦਾ ਮੀਨ ਟਾਈਮ ਲੇਕਿਨ ਅੱਖਾਂ ਦੇ ਡਾਕਟਰ ਨੇ ਅਗਰ ਓਕੇ ਕਰਤਾ ਵੀ ਕੋਈ ਪ੍ਰੋਬਲਮ ਨਹੀਂ ਹੈ, ਕੋਈ ਕਲੋਟਿੰਗ ਨਹੀਂ, ਕੋਈ ਕੈਪਲਰੀਜ਼ ਜਿਹੜੀਆਂ ਨੇਗੀਆਂ ਰਪਚਰ ਨਹੀਂ ਹੋਈਆਂ, ਤਾਂ ਇਕੱਲੇ ਗੁਲਾਬ ਜਲ ਨਾਲੇ ਤੁਹਾਡੇ ਅੱਖਾਂ ਦੀ ਜਿਹੜੀ ਰੈਡਨੈਸ ਹੈ ਉਹ ਠੀਕ ਹੋ ਜਾਏਗੀ। ਹਾਂ, ਕੋਈ ਨਾ ਕੋਈ ਰਸਾਇਣ, ਤਾਕਤ ਦੀ ਦਵਾਈ ਜ਼ਰੂਰ ਲੈਂਦੇ ਰਹੋ, ਤਾਂ ਕਿ ਤੁਸੀਂ ਸ਼ੂਗਰ ਦਵਾਈ ਖਾ ਰਹੇ ਹੋ, ਕੋਲੈਸਟਰੋਲ ਦੀ ਕਦੇ ਕਦੇ ਖਾ ਰਹੇ ਹੋ, ਤਾਂ ਉਹਦਾ ਕੋਈ ਸਾਈਡ ਇਫੈਕਟ ਤੁਹਾਡੇ ਅੱਖਾਂ ਤੇ ਨਾ ਹੋ। ਆਪਣੇ ਨਾਲ ਇੱਕ ਦਰਸ਼ਕ ਨੇ ਜੀ। ਹਾਂਜੀ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਜੀ? ਮੈਂ ਅਮਨਦੀਪ ਸੱਗੂ ਬੋਲ ਰਿਹਾ ਜੀ, ਬਰੈਂਪਟਨ ਤੋਂ। ਠੀਕ ਹੈ ਜੀ। ਠੀਕ ਹੈ ਜੀ। ਤੇ ਏਜ ਕਿੰਨੀ ਹੈ ਜੀ ਤੁਹਾਡੀ? ਮੇਰੀ ਏਜ ਹੈਗੀ ਆ 43। 43। ਠੀਕ ਹੈ ਜੀ। ਕੀ ਸਵਾਲ ਕੀ ਹੈ ਤੁਹਾਡਾ? ਮੇਰਾ ਸਵਾਲ ਇਹ ਆ ਵੀ ਮੇਰਾ ਹੈ ਨਾ ਐਸਿਡ ਯੂਰੀਆ ਵੱਧਦਾ, ਰੀਜਨ ਕੀ ਆ, ਕਾਹਤੋਂ ਵੱਧਦਾ ਉਹ? ਓਕੇ, ਠੀਕ ਹੈ ਜੀ। ਕੋਈ ਤੁਸੀਂ ਕੋਈ ਹੋਰ ਮੈਡੀਸਨ ਤਾਂ ਨਹੀਂ ਖਾ ਰਹੇ ਜੀ? ਨਹੀਂ ਨਹੀਂ। ਕਿ ਜਿਹੜਾ ਤੁਹਾਨੂੰ ਹਾਈਪਰ ਐਸਿਡਿਟੀ ਵੀ ਹੁੰਦੀ ਹੈ, ਤੇਜ਼ਾਬ ਵੀ ਜ਼ਿਆਦਾ ਬਣਦਾ ਹੈ, ਜਾਂ ਇਕੱਲਾ ਯੂਰੀਆ ਵੱਧਦਾ ਹੈਗਾ? ਨਹੀਂ, ਯੂਰੀਆ ਵੱਧਦਾ ਜੀ, ਉਹਦੇ ਕਰਕੇ ਕਈ ਵਾਰ ਮੇਰਾ ਹੈ ਨਾ ਗਿੱਟਾ ਸੁੱਜ ਜਾਂਦਾ। ਤੁਹਾਡਾ ਯੂਰਿਕ ਐਸਿਡ ਵੱਧ ਰਿਹਾ। ਤੁਹਾਡਾ ਕੋਲੈਸਟਰੋਲ ਠੀਕ ਹੈ? ਹਾਂਜੀ, ਬਾਕੀ ਬਿਲਕੁਲ ਸਾਰਾ ਕੁਝ ਠੀਕ ਹੈ ਜੀ। ਨਹੀਂ ਹੈ, ਠੀਕ ਹੈ, ਲੇਕਿਨ ਜੋ ਤੁਹਾਨੂੰ ਅਸੀਂ ਪੁੱਛਦੇ ਤੁਹਾਨੂੰ ਉਹ ਜਵਾਬ ਜ਼ਰੂਰ ਦਿਓ। ਤੁਹਾਡਾ ਪੇਟ ਠੀਕ ਸਾਫ਼ ਹੁੰਦਾ? ਹਾਂਜੀ ਹਾਂਜੀ। ਤੁਹਾਨੂੰ ਕੌਂਸਟੀਪੇਸ਼ਨ ਤਾਂ ਨਹੀਂ ਹੈ? ਨਹੀਂ ਨਹੀਂ ਜੀ। ਤੁਹਾਨੂੰ ਨੀਂਦ ਠੀਕ ਆਉਂਦੀ ਹੈ?
ਹਾਂਜੀ ਨੀਂਦ ਵੀ ਵਧੀਆ ਆਉਂਦੀ ਹੈ। ਤੁਹਾਨੂੰ ਇਹ ਤੁਹਾਡੇ ਐਜੀਪੀਟੀ ਐਜੀਓਟੀ ਲਿਵਰ ਦੇ ਫੰਕਸ਼ਨ ਠੀਕ ਆਏ ਨੇ? ਹਾਂਜੀ ਹਾਂਜੀ। ਦੇਖੋ ਥੋੜਾ ਜਿਹਾ ਮੈਂ ਅਮਨਦੀਪ ਜੀ ਸੈਟੀਸਫਾਈ ਨਹੀਂ ਹਾਂ ਜਿਸ ਤਰ੍ਹਾਂ ਤੁਸੀਂ ਜਵਾਬ ਦੇ ਰਹੇ ਹੋ। ਮੈਂ ਚਾਹੁੰਦਾ ਜੇ ਤੁਸੀਂ ਪ੍ਰੋਪਰ ਦੱਸੋਗੇ ਨਾ ਮੈਂ ਤੁਹਾਡਾ ਘਰੇ ਬੈਠੇ ਠੀਕ ਤੁਸੀਂ ਕਰ ਦਾਂਗਾ। ਟੀਵੀ ਵੱਲ ਧਿਆਨ ਨਾ ਦਿਓ, ਤੁਸੀਂ ਫੋਨ ਦੇ ਉੱਤੇ ਗੱਲ ਕਰੋ, ਕਿਉਂਕਿ ਮੈਨੂੰ ਇਹ ਲੱਗਦਾ ਕਿ ਯੂਰਿਕ ਐਸਿਡ ਤਾਂ ਹੀ ਵੱਧਦਾ ਹੈਗਾ ਜੇ ਸਾਡਾ ਖਾਣਾ ਠੀਕ ਹਜਮ ਨਹੀਂ ਹੁੰਦਾ। ਨਹੀਂ ਖਾਣਾ ਹਜਮ ਹੁੰਦਾ, ਸਾਰਾ ਕੁਝ ਪੇਟ ਸਾਫ਼ ਸਹੀ ਹੁੰਦਾ, ਸਾਰਾ ਕੁਝ ਸਹੀ ਹੁੰਦਾ ਜੀ। ਤੁਹਾਡੇ ਲਿਵਰ ਫੰਕਸ਼ਨ ਕਈ ਵਾਰ ਏਦਾਂ ਨਹੀਂ ਹੈਗਾ ਵੀ ਹਾਂ ਜਿਵੇਂ ਮੰਨ ਲਓ ਪੇਟ ਸਾਫ਼ ਐਵਰੀ ਡੇ ਹੁੰਦਾ ਵਾ, ਇੱਕ ਦਿਨ ਲੇਟ ਵੀ ਹੋ ਜਾਂਦਾ, ਯਾਨੀ ਹੋ ਜਾਂਦਾ, ਕੋਈ ਪ੍ਰੋਬਲਮ ਨਹੀਂ ਆਉਂਦੀ ਪੇਟ 'ਚ, ਕੋਈ ਦਰਦ ਨਹੀਂ ਹੁੰਦਾ। ਇੱਕ ਦਿਨ ਲੇਟ ਹੋਣਾ ਮਤਲਬ ਪ੍ਰੋਬਲਮ ਹੈ। ਸੱਗੂ ਸਾਹਿਬ ਮੈਂ ਤਾਂ ਹੀ ਥੋੜੀ ਦੇਖੋ ਥੋੜੇ ਦੱਸੋ ਤੋਂ ਪਹਿਲਾਂ ਮੈਂ ਡਾਇਗਨੋਸ ਕਰ ਲਿਆ ਸੀ ਵੀ ਤੁਹਾਡੇ ਜਵਾਬ ਸੈਟੀਸਫੈਕਟਰੀ ਨਹੀਂ ਹੈਗੇ ਜਨਾਬ। ਇਹਨੂੰ ਇਹ ਕਨਸਟੀਪੇਸ਼ਨ ਕਹਿੰਦੇ ਆ, ਇਹੀ ਥੋੜਾ ਯੂਰਿਕ ਐਸਿਡ ਵਧਾ ਰਹੀ ਹੈ। ਅੱਛਾ ਜੀ। ਤੁਸੀਂ ਪਲੀਜ਼ ਮੇਰੀ ਵੈਬਸਾਈਟ ਤੇ ਜਾ ਕੇ ਦੇਖਿਓ ਯੂਰਿਕ ਐਸਿਡ, ਮੈਂ ਤੁਹਾਨੂੰ ਲਿੰਕ ਭੇਜ ਦਾਂਗਾ, ਮੈਨੂੰ ਬਾਅਦ ਤੁਸੀਂ ਹੈਲੋ ਕਰਿਓ ਮੇਰੇ WhatsApp ਤੇ, ਮੈਂ ਤੁਹਾਨੂੰ ਦੱਸੂਗਾ ਕਿ ਯੂਰਿਕ ਐਸਿਡ ਵੱਧਦਾ ਕਿਉਂ ਹੈਗਾ। ਅਸੀਂ ਦਵਾਈਆਂ ਵੱਲ ਕੰਸਨਟਰੇਟ ਕਰਨ ਲੱਗ ਜਾਂਦੇ ਆ, ਇਹ ਨਹੀਂ ਦੇਖਦੇ ਵੀ ਕਾਰਨ ਨੂੰ ਠੀਕ ਕਰ ਲਈਏ। ਕੋਈ ਗੱਲ ਨਹੀਂ, ਹੁਣ ਮੈਂ ਡਾਇਗਨੋਸ ਕਰ ਲਿਆ, ਤੁਹਾਨੂੰ ਹੁਣੇ ਜਵਾਬ ਦੇਵਾਂਗਾ। ਟੀਵੀ ਪ੍ਰੋਗਰਾਮ ਦੇਖਦੇ ਰਹੋ ਤੁਸੀਂ। ਤੇ ਨਾਲੇ ਤੁਸੀਂ ਅਮਨ ਜੀ ਇੱਕ ਕੰਮ ਕਰਿਓ, ਵੈਦ ਸਾਹਿਬ ਦਾ ਨੰਬਰ ਉਹਨਾਂ ਦੇ ਨਾਮ ਦੇ ਬਿਲਕੁਲ ਨੀਚੇ ਲਿਖਿਆ, ਉਹਨੂੰ ਜ਼ਰੂਰ ਨੋਟ ਕਰ ਲੈਣਾ ਕਿ ਜੇ ਤੁਹਾਨੂੰ ਬਾਅਦ ਚ ਗੱਲ ਕਰਨੀ ਪਵੇ ਤਾਂ ਉਹਨਾਂ ਨੂੰ WhatsApp ਤੇ ਹਾਈ ਭੇਜ ਦੇਣਾ, ਤੁਹਾਨੂੰ ਬਾਕੀ ਦੀ ਡਿਟੇਲ ਉਹ ਜਿਹੜੀ ਹੈ ਫੋਨ ਦੇ ਉੱਤੇ ਭੇਜ ਦੇਣਗੇ। ਮਿਹਰਬਾਨੀ ਜੀ। ਸੋ ਅੱਗੇ ਅਸੀਂ ਦਰਸ਼ਕਾਂ ਦੀ ਕਾਲ ਨਹੀਂ ਲੈ ਪਾਵਾਂਗੇ, ਅਸੀਂ ਜਿਹੜੇ ਇਹ ਦੋ ਕਾਲਰਸ ਨੇ ਸਾਡੇ ਇਹਨਾਂ ਦਾ ਜਵਾਬ ਦਵਾਂਗੇ ਜੀ। ਇੰਦਰਜੀਤ ਕੌਰ ਜੀ ਨੇ ਕਿਹਾ ਜੀ ਕਿ ਮੈਨੂੰ ਟੁੱਥ ਇੱਕ ਦੰਦ ਹੋਰ ਹੋ ਜਾਂਦਾ ਹੈਗਾ। ਇਹਨਾਂ ਨੂੰ ਮੈਂ ਇਹੀ ਕਹਾਂਗਾ, ਦੇਖੋ ਬਹੁਤ ਰੈਮੀਡੀਜ਼ ਨੇ ਪਰ ਤੁਸੀਂ ਇੱਕ ਵਾਰ ਦੰਦਾਂ ਦੇ ਡਾਕਟਰ ਨੂੰ ਦਿਖਾਓ, ਜਿਸਕਾ ਕੰਮ ਉਸੀ ਕੋ ਸਾਜੇ। ਇਹ ਜਿਹੜੇ ਦੰਦ ਨੇ ਸਾਡੇ ਇਸ ਤਰ੍ਹਾਂ ਦੀ ਨਿਆਮਤ ਹੈ ਕਿ ਥੋੜਾ ਜਿਹਾ ਵੀ ਕੋਈ ਤੁਸੀਂ ਲਾਪਰਵਾਹੀ ਕਰੀ, ਕੋਈ ਪਸ ਬਣ ਗਈ ਜਾਂ ਕੋਈ ਹੋਰ ਰੂਟਸ ਦੇ ਵਿੱਚ ਪ੍ਰੋਬਲਮ ਆ ਗਈ, ਕੋਈ ਇਨਫੈਕਸ਼ਨ ਰਹਿਣ ਲੱਗ ਗਈ, ਤੁਹਾਨੂੰ ਖਾਣਾ ਪੀਣਾ ਵੀ ਔਖਾ ਹੋ ਜਾਏਗਾ। ਚਾਹੇ ਤੁਹਾਨੂੰ ਥੋੜਾ ਟਾਈਮ ਲੱਗੇ, ਉੱਥੇ ਦੰਦਾਂ ਡਾਕਟਰ ਨੂੰ ਇਹਦਾ ਪ੍ਰੋਪਰ ਇਲਾਜ ਕਰਵਾਓ ਤਾਂ ਕਿ ਬਾਰ-ਬਾਰ ਤੁਹਾਨੂੰ ਇਹ ਪ੍ਰੋਬਲਮ ਨਾ ਹੋਵੇ। ਇਨ ਦਾ ਮੀਨ ਟਾਈਮ ਜਦ ਤੱਕ ਤੁਸੀਂ ਡਾਕਟਰ ਕੋਲ ਨਹੀਂ ਜਾਂਦੇ ਤਾਂ ਫਟਕੜੀ ਖਿੱਲ ਕਰਕੇ ਉਹਦਾ ਪਾਊਡਰ ਬਣਾ ਕੇ ਉਹਨੂੰ ਸਰੋਂ ਦੇ ਤੇਲ ਦੇ ਵਿੱਚ, ਮਸਟਰਡ ਆਇਲ ਦੇ ਵਿੱਚ ਰਾਤ ਨੂੰ ਸੌਣ ਲੱਗੇ 2 ਮਿੰਟ ਲਗਾ ਕੇ ਫਿਰ ਗਰਮ ਪਾਣੀ ਦੇ ਕੁਰਲੇ ਕਰ ਲਿਆ ਕਰੋ। ਜੇ ਕੋਈ ਥੋੜੀ ਬਹੁਤ ਕੋਈ ਇਸ ਤਰ੍ਹਾਂ ਦੀ ਮਾਈਲਡ ਇਨਫੈਕਸ਼ਨ, ਮਾਈਲਡ ਐਲਰਜੀ ਹੋਈ, ਉਹ ਇਹਦੇ ਨਾਲ ਠੀਕ ਹੋ ਜਾਏਗੀ। ਠੀਕ ਹੈ ਜੀ। ਅੱਗੇ ਸੀਗੇ ਜੀ ਅਮਨਦੀਪ ਸੱਗੂ ਜੀ। ਜਿਨ੍ਹਾਂ ਨਾਲ ਗੱਲ ਸੱਗੂ ਸਾਹਿਬ, ਯੂਰਿਕ ਐਸਿਡ ਦਾ ਵਧਣਾ, ਗਿੱਟਿਆਂ ਤੇ ਸੋਜ ਆਉਣਾ ਮੀਨਸ ਕਲੀਅਰ ਇੰਡੀਕੇਸ਼ਨ ਹੈ ਕਿ ਤੁਹਾਡੇ ਲਿਵਰ ਦੇ ਫੰਕਸ਼ਨ, ਤੁਹਾਡੀ ਇੰਟੈਸਟਾਈਨ ਦੇ ਵਿੱਚ ਡਰਾਈਨੈਸ ਹੈ, ਤੁਹਾਡਾ ਖਾਣਾ ਠੀਕ ਹਜਮ ਨਹੀਂ ਹੋ ਰਿਹਾ। ਦੋਸਤ ਮੇਰੇ ਅਮਨਦੀਪ ਸਿੰਘ ਜੀ, ਇੱਕ ਦਿਨ ਮੋਸ਼ਨ ਦਾ ਨਾ ਆਉਣਾ ਇਹ ਹਾਰਡ ਕਨਸਟੀਪੇਸ਼ਨ ਗਿਣੀ ਜਾਂਦੀ ਹੈ। ਔਰ ਇਹਦੇ ਉਲਟ ਵੀ ਸੁਣ ਲਓ, ਕਈ ਦਰਸ਼ਕਾਂ ਨੂੰ ਮੈਂ ਦੱਸਦਾ ਹੈਗਾ ਇਹਦੇ ਬਾਰੇ, ਜੇ ਤੁਹਾਨੂੰ ਇੱਕ ਦਿਨ ਦੇ ਵਿੱਚ ਵੀ 3-4 ਵਾਰ ਮੋਸ਼ਨ ਜਾਣਾ ਪੈਂਦਾ ਹੈ, ਇਹ ਵੀ ਕਨਸਟੀਪੇਸ਼ਨ ਹੈ। ਇਟ ਮੀਨ ਤੁਹਾਡਾ ਜਿਹੜਾ ਕੋਲਨ ਹੈ ਉਹ ਇੱਕ ਵਾਰ ਸਾਫ਼ ਨਹੀਂ ਹੋ ਰਿਹਾ। ਤੁਹਾਡਾ ਕੋਲਨ ਬਿਨਾਂ ਕੋਈ ਓੜ-ਪੋੜ, ਬਿਨਾਂ ਕੋਈ ਦਵਾਈ, ਬਿਨਾਂ ਕੋਈ ਗਰਮ ਪਾਣੀ ਪੀਏ ਸਵੇਰੇ 5 ਮਿੰਟ ਦੇ ਵਿੱਚ ਸਾਫ਼ ਹੋਣਾ ਚਾਹੀਦਾ ਹੈ, ਤਾਂ ਸਮਝ ਲਓ ਤੁਹਾਡੀ ਇੰਟੈਸਟਾਈਨ ਠੀਕ ਹੈ। ਜੇ ਤੁਹਾਨੂੰ 1-2 ਦਿਨ ਮੋਸ਼ਨ ਨਹੀਂ ਆ ਰਿਹਾ, ਉਹ ਯੂਰਿਕ ਐਸਿਡ ਦਾ ਉਹ ਵਧਾ ਰਿਹਾ। ਸੋ ਤੁਹਾਨੂੰ ਮੈਂ ਇੱਕ ਹੀ ਗੱਲ ਕਹਾਂਗਾ, ਇੱਕ ਤਾਂ ਗੋਖਰੂ ਪਖੜਾ, ਗੋਖਰੂ ਦੀ ਪਾਊਡਰ ਮਿਲ ਜਾਏਗਾ ਤੁਹਾਨੂੰ, ਜਾਂ ਗੋਖਰੂ ਦੇ ਕੈਪਸੂਲ ਮੈਂ ਭੇਜ ਦਾਂਗਾ ਤੁਹਾਨੂੰ ਇੱਥੋਂ ਬਣਾ ਕੇ। ਮੇਰੇ ਕੋਲ ਇਹਦੀ ਕੰਪਲੀਟ ਕਿੱਟ ਹੈਗੀ ਹੈ, ਤੁਸੀਂ ਚੰਡੀਗੜ੍ਹ ਆਯੁਰਵੇਦ ਸੈਂਟਰ ਦੀ ਵੈਬਸਾਈਟ ਤੇ ਜਾ ਕੇ ਦੇਖਿਓ। ਯੂਰਿਕ ਕੇਅਰ, ਯੂਰਿਕ ਐਸਿਡ ਦੇ ਲਈ ਕਿੱਟ ਪੂਰੀ ਬਣੀ ਹੋਈ ਹੈ, ਉਹ 2-3 ਮਹੀਨੇ 'ਚ ਤੁਹਾਨੂੰ ਠੀਕ ਕਰ ਦਾਂਗਾ। ਪਰ ਸਭ ਤੋਂ ਪਹਿਲਾਂ ਨਾਲ ਥੋੜਾ ਪੇਟ ਸਾਫ਼ ਕਰਾਂਗਾ, ਤੁਹਾਡੇ ਲਿਵਰ ਦੇ ਫੰਕਸ਼ਨ ਨੂੰ ਐਕਟੀਵੇਟ ਕਰਾਂਗਾ ਤਾਂ ਕਿ ਤੁਹਾਡਾ ਜਿਹੜਾ ਐਸਿਡ ਹੈ, ਯੂਰਿਕ ਐਸਿਡ ਹੈ, ਇਹ ਨੋਰਮਲ ਰਹੇ। ਕਿਉਂਕਿ ਤੁਸੀਂ ਯੰਗ ਹੋ ਹਜੇ, 43-41 ਈਅਰ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ। ਸੋ ਤੁਸੀਂ ਫਿਲਹਾਲ ਛਿਲਕੇ ਵਾਲੀਆਂ ਦਾਲਾਂ, ਆਲੂ, ਰਾਜਮਾ, ਚਾਵਲ, ਗੋਭੀ, ਭਿੰਡੀ, ਮਹਾਂ ਦੀ ਦਾਲ, ਇਹ ਖਾਣੀ ਬਹੁਤ ਘਟਾ ਦਿਓ। ਸੌਣ ਲੱਗੇ ਤਾਂ ਬਿਲਕੁਲ ਨਹੀਂ ਖਾਣੀ, ਦਿਨੇ ਖਾ ਸਕਦੇ ਹੋ। ਅਦਰਕ ਤੇ ਲਸਣ ਦਾ ਜ਼ਿਆਦਾ ਸੇਵਨ ਕਰੋ। ਔਰ ਜਾਂਦੇ ਹੋਏ ਜੀ ਮੈਂ ਅੱਜ ਕਮਰ ਦਰਦ ਵਾਸਤੇ ਲਸਣ ਤੇ ਅਦਰਕ ਦਾ ਇੰਪੋਰਟੈਂਸ ਦੱਸਣੀ ਚਾਹੁੰਦਾ ਜੀ। ਵੀ ਜਿਵੇਂ ਸਰਦੀਆਂ ਆ ਗਈਆਂ ਜਾਂ ਜਿਨ੍ਹਾਂ ਨੂੰ ਕਮਰ ਦਰਦ ਰਹਿੰਦਾ, ਕਿਸੇ ਵੀ ਕਾਰਨ ਰਹਿੰਦਾ, ਆਪਾਂ ਸਾਰਾ ਕੁਝ ਡਿਸਕਸ ਕਰ ਲਿਆ, ਉਹ 2-3 ਤੁਰੀਆਂ ਲਸਣ ਦੀਆਂ ਸਵੇਰੇ ਖਾਲੀ ਪੇਟ ਲੈ ਲਓ ਜਾਂ ਦਾਲ ਸਬਜ਼ੀ 'ਚ ਲੈ ਲਓ, ਔਰ ਅਦਰਕ ਦਾ ਸੇਵਨ ਕਰੋ। ਕੋਈ ਇਹਦੇ ਨਾਲ ਗਰਮੈਸ਼ ਨਹੀਂ ਹੋਏਗੀ, ਪਰ ਤੁਹਾਨੂੰ ਇੱਕ ਹੱਡੀਆਂ ਨੂੰ, ਤੁਹਾਡੇ ਮਸਕੂਲਰ ਸਿਸਟਮ ਨੂੰ ਇੱਕ ਨਵੀਂ ਸਫੁਰਤੀ ਮਿਲੇਗੀ। ਔਰ ਫਿਰ ਮੈਂ ਤੁਹਾਨੂੰ ਲਾਸਟ 'ਚ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਥੋੜ੍ਹਾ ਸਮਝਿਆ ਕਰੋ, ਅਵੇਅਰਨੈਸ ਕਰੋ। ਕੋਈ ਵੀ ਪ੍ਰੋਬਲਮ ਹੈ ਉਹਦਾ ਹਰੇਕ ਦਾ ਇਲਾਜ ਪ੍ਰਮਾਤਮਾ ਨੇ ਆਪਣੇ ਕੋਲ ਹੀ ਦਿੱਤਾ ਹੋਏਗਾ, ਉਹਨੂੰ ਥੋੜ੍ਹਾ ਸਮਝਿਆ ਕਰੋ, ਦੇਖਿਆ ਕਰੋ, ਔਰ ਕੁਆਲੀਫਾਈਡ ਵੈਦਾਂ ਨੂੰ ਸੁਣਿਆ ਕਰੋ। ਬਹੁਤ ਬਹੁਤ ਧੰਨਵਾਦ। ਔਰ ਤੁਹਾਡਾ ਖਾਸ ਤੌਰ 'ਤੇ ਸ਼ੇਖਰ ਜੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਆਪਾਂ ਤੁਹਾਡੇ ਮਾਧਿਅਮ ਰਾਹੀਂ, ਹਮਦਰਦ ਦੀ ਪੂਰੀ ਟੀਮ ਦੇ ਰਾਹੀਂ ਦਰਸ਼ਕਾਂ ਦੇ ਰੂਬਰੂ ਹੁੰਦੇ ਹਾਂ,
ਔਰ ਦਰਸ਼ਕਾਂ ਨੂੰ ਬਹੁਤ ਚੀਜ਼ਾਂ ਨੂੰ ਅਵੇਅਰ ਕਰਦੇ ਆ, ਜਿਵੇਂ ਆਪਾਂ ਅੱਜ ਵੀ ਦੱਸਿਆ ਉਹਨਾਂ ਨੂੰ। ਔਰ ਜਦੋਂ ਆਪਾਂ ਨੂੰ ਹਜੇ ਫੋਨ ਫੀਡਬੈਕ ਮਿਲਦੀ ਹੈ ਵੀ ਸਾਨੂੰ ਵੈਦ ਜੀ ਨੇ ਦੱਸਿਆ ਸੀ ਸਾਡਾ ਬੱਚਾ ਠੀਕ ਹੋ ਗਿਆ, ਸਾਡਾ ਬਜ਼ੁਰਗ ਠੀਕ ਹੋ ਗਿਆ, ਜਾਂ ਮੈਂ ਠੀਕ ਹੋ ਗਿਆ, ਉਹੀ ਸਾਡਾ ਸਭ ਤੋਂ ਵੱਡਾ ਜਿਹੜਾ ਏਮ ਹੈਗਾ, ਤਾਂ ਕਿ ਅਸੀਂ ਨੇੜੇ ਦੂਰ ਜਿਸ ਤਰ੍ਹਾਂ ਦੇ ਵੀ ਸਾਡੇ ਭੈਣ ਭਰਾ ਜਾਂ ਉਹ ਗਲਤ ਮਿੱਥ ਜਾਂ ਗਲਤ ਅੰਦਾਜ਼ਾ ਲਾਈ ਬੈਠੇ ਨੇ, ਉਹ ਦੂਰ ਕਰੀਏ ਔਰ ਉਹਦਾ ਠੀਕ ਇਲਾਜ ਕਰੀਏ। ਬਿਲਕੁਲ, ਤੁਹਾਡਾ ਵੀ ਧੰਨਵਾਦ ਬਣਦਾ ਵੈਦ ਸਾਹਿਬ, ਕਿਉਂਕਿ ਤੁਹਾਡੇ ਤੋਂ ਬਿਨਾਂ ਤੇ ਸਾਡੀ ਇਹ ਕੋਸ਼ਿਸ਼ ਅਧੂਰੀ ਹੈ, ਕਿਉਂਕਿ ਵੈਦ ਸਾਹਿਬ ਹੋਣਗੇ ਤਾਂ ਜਾਣਕਾਰੀ ਦੇਣਗੇ। ਖੈਰ ਇਹਨਾਂ ਤੋਂ ਸੁਣ ਕੇ ਹੁਣ ਭਾਵੇਂ ਸਾਨੂੰ ਥੋੜੀਆਂ ਗੱਲਾਂ ਪਤਾ ਲੱਗ ਗਈਆਂ, ਪਰ ਅਸੀਂ ਵੈਦ ਨਹੀਂ ਬਣ ਗਏ। ਸੋ ਵੈਦ ਜੀ ਆਪਣੇ ਹਿਸਾਬ ਨਾਲ ਹੀ ਦੱਸ ਸਕਦੇ ਨੇ, ਸੋ ਇਸ ਲਈ ਜ਼ਰੂਰੀ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਕਿ ਸਹੀ ਵੈਦ ਦੇ ਕੋਲੇ ਆਪਣੇ ਆਪ ਨੂੰ ਜਾਂਚ ਕਰਵਾਓ ਆਪਣੀ, ਤੇ ਸਹੀ ਟ੍ਰੀਟਮੈਂਟ ਜਿਹੜਾ ਲੈਣਾ ਬਹੁਤ ਜ਼ਰੂਰੀ ਹੈ। ਔਰ ਉਸ ਦੇ ਵਿੱਚ ਜਿਵੇਂ ਕਿ ਲਾਸਟ ਸਾਡੇ ਦਰਸ਼ਕ ਸੀਗੇ, ਉਹਨਾਂ ਤੋਂ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ, ਤੁਸੀਂ ਵੀ ਕੋਈ ਵੀ ਗੱਲ ਹਿਡਨ ਨਾ ਰੱਖਿਆ ਕਰੋ। ਕਈ ਵਾਰੀ ਵੈਦ ਸਾਹਿਬ ਇਹ ਲੱਭਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਕਿ ਵਜ੍ਹਾ ਕੀ ਹੈਗੀ ਹੈ ਜਿਸ ਵਜ੍ਹਾ ਕਰਕੇ ਪ੍ਰੋਬਲਮ ਹੋ ਰਹੀ ਹੈ। ਸੋ ਆਪਣੀ ਸਾਰੀ ਮੈਡੀਕੇਸ਼ਨ ਦੱਸਣਾ ਔਰ ਸਾਰੀ ਪ੍ਰੋਬਲਮ ਦੱਸਣਾ, ਸਹੀ ਤੁਹਾਨੂੰ ਟ੍ਰੀਟਮੈਂਟ ਮਿਲ ਸਕਦਾ ਉਸ ਦੇ ਨਾਲ, ਅਦਰਵਾਈਜ਼ ਉਹ ਅਧੂਰਾ ਰਹਿ ਜਾਏਗਾ। ਸੋ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੁਹਾਡੇ ਕੰਮ ਆਈ ਹੋਏਗੀ। ਸੋ ਅਗਲੇ ਐਪੀਸੋਡ ਦੇ ਵਿੱਚ ਜਾਣਾਂਗੇ ਕਿ ਕਿਹਨੂੰ ਕਿੰਨਾ ਫਰਕ ਪਿਆ। ਸਾਨੂੰ ਕਾਲ ਕਰਕੇ ਜ਼ਰੂਰ ਦੱਸਣਾ ਜੀ। ਤੇ ਇਸ ਤੋਂ ਇਲਾਵਾ ਦੇਖਦੇ ਰਹੋ ਹਮਦਰਦ TV। ਆਪਣੀ ਸਿਹਤ ਦਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ।